ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਕਬੀਰ ਜੀ ਦੀ ਬਾਣੀ ਜਿਹੜੀ ਹੈਗੀ ਆ ਗੋਂਡ ਰਾਗ ਦੇ ਵਿੱਚ 871 ਅੰਗ ਦੇ ਉੱਤੇ ਲੈ ਰਹੇ ਹਾਂ ਜੀ। ਕਬੀਰ ਜੀ ਦੇ ਜਿਹੜਾ ਹੈਗਾ 6ਵਾਂ ਸ਼ਬਦ ਲੈ ਰਹੇ ਹਾਂ ਔਰ ਲੜੀ ਦਾ ਤੀਸਰਾ ਮੋਤੀ ਹੈਗਾ। ਗੋਂਡ ਟੂਟੇ ਧਾਗੇ ਨਿਖੁੱਟੀ ਪਾਨ। ਕਬੀਰ ਜੀ ਜਿਹੜੇ ਹੈਗੇ ਇਹ ਕੱਪੜਾ ਬੁਣਨ ਦਾ ਕੰਮ ਕਰਦੇ ਸੀ, ਜੁਲਾਹੇ ਸੀਗੇ ਤੇ ਕਹਿੰਦੇ ਉਹਦੇ ਵਿੱਚ ਧਾਗੇ ਜਿਹੜੇ ਸੀਗੇ ਕਹਿੰਦੇ ਟੂਟੇ ਧਾਗੇ ਨਿਖੁੱਟੀ ਪਾਨ, ਦੁਆਰ ਉੱਪਰ ਚਿਲਕਾਵੇਂ ਕਾਨ। ਇਹਨਾਂ ਦੇ ਜਿਹੜੇ ਹੈਗੇ ਆ ਕੰਮ ਇਹ ਜਿਹੜੇ ਕਹਿੰਦੇ ਇਹਨਾਂ ਦੇ ਵਿੱਚ ਇੰਟਰਸਟ ਨਹੀਂ ਰਿਹਾ ਇਹਨਾਂ ਨੂੰ। ਪਾਨ ਕਹਿੰਦੇ ਆ ਜਿਹੜੀ ਉਹਨਾਂ ਦੀ ਕੱਪੜੇ ਨੂੰ ਪਹਿਲਾਂ ਜਿਹੜਾ ਧਾਗਿਆਂ ਨੂੰ ਜਿਹੜੇ ਹੈਗੇ ਆ ਪਹਿਲਾਂ ਉਹਨਾਂ ਨੂੰ ਮਾਇਆ ਦੇਣੀ ਪੈਂਦੀ ਆ, ਨਹੀਂ ਤਾਂ ਧਾਗਾ ਟੁੱਟ ਜਾਂਦਾ। ਟੂਟੇ ਧਾਗੇ ਨਿਖੁੱਟੀ ਪਾਨ ਕਹਿੰਦੇ ਧਾਗਿਆਂ ਦੇ ਵਿੱਚ ਵੀ ਇੰਟਰਸਟ ਨਹੀਂ ਹੈਗਾ ਇਹਨਾਂ ਦੀ ਜਿਹੜੀ ਹੈਗੀ ਖੱਡੀ ਦੇ ਉੱਤੇ। ਤੇ ਉਹ ਪਾਨ ਵੀ ਜਿਹੜੀ ਹੈਗੀ ਆ ਮਾਵਾ ਜਿਹੜੀ ਹੈਗੀ ਉਹ ਵੀ ਘਟ ਗਈ ਆ। ਦੁਆਰ ਉੱਪਰ ਚਿਲਕਾਵੇਂ ਕਾਨ, ਔਰ ਕਾਨੇ ਜਿਹੜੇ ਹੈਗੇ ਜਿਹੜੇ ਕਾਨੇ ਵਿੱਚ ਪਾਈ ਦੇ ਆ ਧਾਗਿਆਂ ਦੇ ਉੱਪਰ ਥੱਲੇ ਕਰਨ ਵਾਸਤੇ ਜਿਹੜੇ ਹੈਗੇ ਆ ਉਹ ਵੀ ਕਹਿੰਦੇ ਆ ਉਹ ਵੀ ਜਿਹੜੇ ਹੈਗੇ ਆ ਜਿਸ ਤਰ੍ਹਾਂ ਕਿ ਚਿਲਕਾਵੇਂ ਮਤਲਬ ਵੀ ਮੂੰਹ ਚੜਾ ਰਹੇ ਆ, ਉਹ ਵੀ ਉਹਨਾਂ ਦੇ ਉਹ ਵੀ ਜਿਹੜੇ ਹੈਗੇ ਆ ਪਏ ਹੋਏ ਆ। ਕੂਚ ਵਿਚਾਰੇ ਫੂਹੇ ਫਾਲ, ਔਰ ਕੁਛ ਜਿਹੜਾ ਹੁੰਦਾ ਹੈ ਜੁਲਾਹਿਆਂ ਦਾ ਕਹਿੰਦੇ ਉਹਦਾ ਵੀ ਜਿਹੜੇ ਹੈਗੇ ਉਹਦੇ ਬਾਲ ਜੇ ਨਿਕਲੇ ਹੋਏ ਆ, ਕੁਛ ਦੇ ਵੀ ਜਿਹੜੇ ਹੈਗੇ ਜਿਹੜਾ ਕੁਛ ਫੇਰ ਕੇ ਕਲੋਜ਼ ਕਰਦੇ ਆ ਧਾਗਿਆਂ ਨੂੰ ਜਿਹੜਾ ਹੈਗਾ। ਯਾ ਮੁੰਡਿਆ ਸਿਰ ਚੜ੍ਹਬੋ ਕਾਲ, ਕਹਿੰਦੇ ਇਹ ਮੁੰਡੇ ਦੇ ਸਿਰ ਤੇ ਉੱਤੇ ਤਾਂ ਕਾਲ ਚੜ੍ਹ ਗਿਆ ਤੇ ਇਹਨੂੰ ਕੋਈ ਇੰਟਰਸਟ ਹੀ ਨਹੀਂ ਰਿਹਾ ਜਿਹੜਾ ਹੈਗਾ ਇਹ ਕਮਾਈ ਦੇ ਵਿੱਚ ਜਿਹੜਾ ਹੈਗਾ ਮਾਇਕ ਕਮਾਈ ਦੇ ਵਿੱਚ ਜਿਹੜਾ ਹੈਗਾ ਇਹਨੂੰ ਕੋਈ ਇੰਟਰਸਟ ਨਹੀਂ ਰਿਹਾ। ਇਹ ਮੁੰਡਿਆ ਸਗਲੋ ਦਰਬ ਖੋਈ, ਆਵਤ ਜਾਤ ਨਾਕਸਰ ਹੋਈ। ਕਹਿੰਦੇ ਮੁੰਡਾ ਜਿਹੜਾ ਹੈਗਾ ਜਿਹੜੀ ਕਮਾਈ ਕੀਤੀ ਹੋਈ ਹੈ ਪਹਿਲਾਂ ਵਾਲੀ ਜਿਹੜੀ ਕਮਾਈ ਹੈਗੀ ਉਹਨੂੰ ਵੀ ਹੁਣ ਜਿਹੜਾ ਹੈਗਾ ਉਹ ਵੀ ਘਟੀ ਜਾ ਰਿਹਾ ਹੈ। ਜਮ੍ਹਾਂ ਰਾਸ਼ੀ ਜਿਹੜੀ ਹੈਗੀ ਉਹ ਵੀ ਘਟਣ ਲੱਗ ਪਈ ਆ। ਤੇ ਇਹਦੇ ਜਿਹੜੇ ਹੈਗੇ ਸਤਸੰਗੀ ਜਿਹੜੇ ਹੈਗੇ ਉਹ ਜਿਹੜੇ ਹੋਰ ਨੱਕ ਦੇ ਵਿੱਚ ਦਮ ਕਰਕੇ ਰੱਖਿਆ ਉਹਨਾਂ ਨੇ। ਕੋਈ ਘਰ ਦੇ ਵਿੱਚ ਪਹੁੰਚਿਆ, ਕੋਈ ਬਾਟ ਦੇ ਰਸਤੇ ਦੇ ਵਿੱਚ ਹੈ, ਕੋਈ ਹਾਲੇ ਤਿਆਰੀ ਕਰ ਰਿਹਾ ਆਉਣ ਦੀ ਵਾਸਤੇ। ਇਹਦੇ ਸਤਸੰਗੀ ਜਿਹੜੇ ਹੈਗੇ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਉਹ ਬਸ ਇਹਨੂੰ ਉਹਨਾਂ ਦਾ ਹੀ ਖਿਆਲ ਰਹਿੰਦਾ ਸਤਸੰਗੀਆਂ ਦਾ। ਉਹਨਾਂ ਨੇ ਵੀ ਨੱਕ 'ਚ ਕਹਿੰਦੇ ਦਮ ਕੀਤਾ ਹੋਇਆ ਰਹਾਓ। ਇਹਨਾਂ ਦੇ ਘਰ ਵਾਲਿਆਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਘਰ ਵਾਲੇ ਦੀ ਜਿਹੜੀ ਹੈਗੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਉਹਨਾਂ ਦੀ ਸਟੇਟਮੈਂਟ ਹੈਗੀ। ਕਬੀਰ ਜੀ ਨੇ ਆਪ ਜਿਹੜਾ ਹੈਗਾ ਉਹਨੂੰ ਕਲਮਬੱਧ ਕੀਤਾ ਹੈ। ਟੂਟੇ ਧਾਗੇ ਨਿਖੁੱਟੀ ਪਾਨ, ਦੁਆਰ ਉੱਪਰ ਚਿਲਕਾਵੇਂ ਕਾਨ। ਕੂਚ ਵਿਚਾਰੇ ਫੂਹੇ ਫਾਲ, ਯਾ ਮੁੰਡਿਆ ਸਿਰ ਚੜ੍ਹਬੋ ਕਾਲ। ਧਾਗਿਆਂ ਦੇ ਵਿੱਚ ਇੰਟਰਸਟ ਨਹੀਂ ਹੈਗਾ ਔਰ ਪਾਨ ਜਿਹੜੀ ਹੈਗੀ ਆ ਉਹਦੀ ਜਿਹੜੀ ਹੈਗੀ ਆ ਉਹਨੂੰ ਪਹਿਲਾਂ ਜਿਹੜਾ ਹੈਗਾ ਧਾਗਿਆਂ ਨੂੰ ਜਾਂ ਕੱਪੜੇ ਨੂੰ ਜਿਹੜਾ ਹੈਗਾ ਕਲਰ ਰੰਗ ਕਰਨਾ ਹੋਏ ਜਾਂ ਬੁਣਨੇ ਹੋਣ ਤੇ ਉਹਨੂੰ ਪਾਨ ਦਿੰਦੇ ਆ ਪਹਿਲਾਂ, ਉਹ ਵੀ ਕਹਿੰਦੇ ਉਹ ਵੀ ਖਤਮ ਹੋਈ ਪਈ ਆ। ਦੁਆਰ ਉੱਪਰ ਚਿਲਕਾਵੇਂ ਕਾਨ, ਔਰ ਜਿਹੜੇ ਕਾਨੇ ਜਿਹੜੇ ਹੈਗੇ ਉਹ ਵੀ ਪਏ ਆ, ਚਿਲਕ ਰਹੇ ਆ। ਕੁਛ ਜਿਹੜੇ ਹੈਗੇ ਉਹ ਵੀ ਕੁਛ ਵੀ ਜਿਹੜੇ ਹੈਗੇ ਉਹਨਾਂ ਦੇ ਵੀ ਜਿਹੜੀ ਹੈਗੀ ਹਾਲਤ ਖਸਤਾ ਹੋਈ ਪਈ ਆ। ਉਹ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਕੋਈ ਬੰਦਾ ਨਹੀਂ ਆ। ਯਾ ਮੁੰਡਿਆ ਸਿਰ ਚੜ੍ਹਬੋ ਕਾਲ, ਇਹਦੇ ਤਾਂ ਪਤਾ ਨਹੀਂ ਇਹਦਾ ਤਾਂ ਕਾਲ ਇਹਦੇ ਸਿਰ ਤੇ ਸਵਾਰ ਹੋਇਆ ਪਿਆ। ਇਹ ਜਿਹੜਾ ਹੈਗਾ ਇਹ ਮਾਇਕ ਉਹਦੇ ਵਿੱਚ ਇੰਟਰਸਟ ਹੀ ਨਹੀਂ ਲੈ ਰਿਹਾ। ਹਾਂਜੀ ਵੀਰ ਜੀ। ਠੀਕ ਹੈ ਸਾਧ ਸੰਗਤ ਜੀ,
ਇੱਕ ਸਾਧ ਸੰਗਤ ਜੀ ਇੱਕ ਰਿਕੁਐਸਟ ਹੈ, ਜੇਕਰ ਆਪ YouTube ਚੈਨਲ ਤੇ ਜਾ ਕੇ ਰਿਕਾਰਡਿੰਗ ਸੁਣਦੇ ਜੋ ਤੇ ਉਹਦੇ ਵਿੱਚ ਏਦਾਂ ਕਰਨਾ ਹੈ ਕਿ ਆਪ ਨੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈਣਾ, ਫਿਰ ਤੁਹਾਨੂੰ ਨੋਟਿਸ ਆ ਜਾਊਗਾ ਤੇ ਨਾਲੇ ਕੱਲ ਨੂੰ ਚੈਨਲ ਗਵਾਚੂਗਾ ਨਹੀਂ। ਠੀਕ ਹੈ, ਉਹਦੇ 'ਚ ਬੈਲ ਹੈਗੀ ਹੈ, ਉਹ ਨਹੀਂ ਪਤਾ ਤੇ ਬੱਚੇ ਨੂੰ ਕਿਸੇ ਨੂੰ ਪੁੱਛ ਲਓ, ਉਹਨੂੰ ਦੱਸ ਦਿਓ ਕਿ ਜਿਹੜਾ ਚੈਨਲ ਹੈਗਾ ਲਿੰਕ ਨੂੰ ਕਲਿੱਕ ਕਰਕੇ ਤੇ ਇੱਥੇ ਮੈਨੂੰ ਸਬਸਕ੍ਰਾਈਬ ਕਰਾ ਦਿਓ। ਠੀਕ ਹੈ ਜੀ। ਅੱਛਾ, ਹੁਣ ਇੱਥੇ ਆਪਾਂ ਇਹ ਚ ਨੂੰ ਸਮਝੀਏ, ਉਹ ਬਿਲਕੁਲ ਆਪਣੇ ਘਰ ਦੀ ਅਵਸਥਾ ਸਾਨੂੰ ਦੱਸ ਰਹੇ ਨੇ। ਜਿੱਦਾਂ ਆਪਣੇ ਘਰ ਦੀ ਕੋਈ ਅਵਸਥਾ ਹੁੰਦੀ ਹੈ ਤੇ ਆਪਾਂ ਕੀ ਕਰਦੇ ਹਾਂ, ਉਹਨੂੰ ਆਪਾਂ ਇਸਤੇਮਾਲ ਕਰਦੇ ਹਾਂ। 1 ਸੈਕਿੰਡ ਜੈਸਾ। ਹਾਂਜੀ ਹਾਂਜੀ। ਉਹ ਪਹਿਲੀ ਤੁਕ ਦੇ ਚ ਕਹਿ ਰਹੇ ਨੇ ਟੂਟੇ ਧਾਗੇ ਨਿਖੁੱਟੀ ਪਾਣ। ਨਿੱਜਾ ਸਾਹਿਬ ਮਤਲਬ ਕਿ ਧਾਗੇ ਟੁੱਟ ਗਏ ਕਹਿੰਦੇ? ਨਹੀਂ, ਧਾਗੇ ਜਿਹੜੇ ਹੈਗੇ ਟੁੱਟੇ ਆ ਤੇ ਉਹਨਾਂ ਨੂੰ ਟੁੱਟੇ ਹੀ ਰਹਿਣ ਦੇ ਰਿਹਾ ਹੈ, ਉਹਨਾਂ 'ਚ ਇੰਟਰਸਟ ਨਹੀਂ ਲੈ ਰਿਹਾ। ਪਾਣ ਜਿਹੜੀ ਹੈਗੀ ਮਾਵਾ ਜਿਹੜੀ ਹੈਗੀ ਉਹ ਵੀ ਜਿਹੜੀ ਨਿਖੁੱਟੀ ਪਈ ਆ, ਉਹ ਵੀ ਨਹੀਂ ਬਣਾ ਰਿਹਾ ਦੁਬਾਰਾ ਉਹਨਾਂ ਨੂੰ ਦੇਣ ਵਾਸਤੇ, ਸੂਤ ਨੂੰ ਪਾਣ ਲਾਉਣ ਵਾਸਤੇ। ਤੇ ਕਾਨੇ ਵੀ ਜਿਹੜੇ ਪਏ ਹੋਏ ਆ ਇੱਧਰ ਉੱਧਰ ਖਿਲਰੇ ਪਏ ਆ, ਕਹਿੰਦੇ ਉਹਨਾਂ ਨੂੰ ਵੀ ਨਹੀਂ ਇਹ ਮਤਲਬ ਕੱਪੜਾ ਬੁਣਨ ਦੇ ਵਿੱਚ ਇੰਟਰਸਟ ਹੀ ਨਹੀਂ ਲੈ ਰਿਹਾ। ਹਾਂਜੀ ਵੀਰ। ਅੱਛਾ ਕਬੀਰ ਜੀ ਬਿਲਕੁਲ ਸਿਲੰਡਰ ਕਰਕੇ ਬੈਠੇ। ਠੀਕ ਹੈ ਸਾਧ ਸੰਗਤ ਜੀ, ਉਹ ਕਹਿੰਦੇ ਨੇ ਕਿ ਉਹ ਕਾਰੋਬਾਰ ਬਿਲਕੁਲ ਬੰਦ ਕੀਤਾ। ਬੰਦ ਨਹੀਂ, ਮਤਲਬ ਉਹ ਇੰਟਰਸਟ ਨਹੀਂ ਲੈ ਰਹੇ ਬਸ। ਦੇਖ ਲਓ ਇੰਨਾ। ਹੁਣ ਉਹ ਕਹਿੰਦੇ ਆ ਕਿ ਮਤਲਬ ਬਿਲਕੁਲ ਇੰਟਰਸਟ ਨਹੀਂ ਹੈਗਾ ਉਹਨਾਂ ਦਾ, ਧਿਆਨ ਜਿਹੜਾ ਹੈਗਾ ਵਾ ਉਹ ਹੈਗਾ ਵਾ ਬੰਦਗੀ ਦੇ ਵੱਲ। ਆਹ ਗੱਲ ਕਹਿਣ ਤੋਂ ਭਾਵ ਹੈ ਕਿ ਉਹਨਾਂ ਕੰਮ ਨਹੀਂ, ਕਹਿਣ ਤੋਂ ਭਾਵ ਹੈ ਕਿ ਹੁਣ ਉਹਨਾਂ ਅੰਦਰੋਂ ਜੋਸ਼ ਨਹੀਂ ਹੈਗਾ। ਕੰਮ ਤੇ ਕਰਦੇ ਹੋਣਗੇ ਪਰ ਜਿੱਦਾਂ ਪਹਿਲਾਂ ਹੋ ਸਕਦਾ ਕਿ ਜਿਹੜੇ ਜੁਲਾਹਿਆਂ ਦੇ ਬੱਚੇ ਆ, ਜੁਲਾਹੇ ਨਾ ਇੱਥੇ ਤੁਸੀਂ ਦੇਖੋਗੇ ਇਹ ਲੋਕ ਕੀ ਕਰਦੇ ਆ ਕਿ ਇੱਥੇ ਸਾਡੇ ਨਾ ਰਾਜੇ ਸਾਂਸੀ ਗੱਲ ਹੈਗੀਆਂ ਨਿੱਜਾ ਸਾਹਿਬ ਖੱਡੀਆਂ, ਤੇ ਉਹ ਕਾਰਪੇਟ ਬਣਾਉਂਦੇ ਨੇ। ਬਿਲਕੁਲ। ਤੇ ਨੈਚੁਰਲੀ ਮੇਰੇ ਹਿਸਾਬ ਨਾਲ 16-17 ਘੰਟੇ ਕੰਮ ਕਰਦੇ ਹੋਣ, ਕਿਉਂਕਿ ਘਰਾਂ 'ਚ ਤੇ ਲਾਇਆ ਹੁੰਦਾ ਖੱਡਾ ਜਿਹਾ। ਬਿਲਕੁਲ। ਓਵਰ ਕੰਮ ਕਰਦੇ ਹੋਣਗੇ, ਪਰ ਹੁਣ ਇਹ ਕਬੀਰ ਜੀ ਉਹਨਾਂ ਕੰਮ ਨਹੀਂ ਕਰਦੇ ਜਿੰਨਾ ਪਹਿਲਾਂ ਕਰਦੇ। ਉਹਦੇ ਕਰਕੇ ਉਹਦਾ ਬਿਜਨਸ ਵੀ ਡਾਊਨਫਾਲ ਆਇਆ ਵਾ, ਤੇ ਪਲੱਸ ਉਹਨਾਂ ਦੀਆਂ ਜਿਹੜਾ ਐਨਵਾਇਰਨਮੈਂਟ ਹੈ ਉਹ ਚੇਂਜ ਹੋਇਆ। ਠੀਕ ਹੈ, ਕਹਿਣ ਤੋਂ ਭਾਵ ਆ ਕਿ ਇੱਥੇ ਇਹ ਨਹੀਂ ਕਹਿੰਦੇ ਕਿ ਉਹ ਕੰਮ ਨਹੀਂ ਕਰਦੇ, ਕੰਮ ਕਰਦੇ ਆ, ਪਰ ਉਹ ਕੰਮ ਉਹਨਾਂ ਜੋਸ਼ ਨਾਲ ਨਹੀਂ ਕਰਦੇ ਪਏ ਜਿੰਨਾ ਪਹਿਲਾਂ ਕਰਦੇ ਸੀ। ਸਲੋ ਪ੍ਰੋਸੈਸ 'ਚ ਕੰਮ ਸ਼ੁਰੂ ਹੋ ਗਿਆ, ਬਿਲਕੁਲ ਸਲੋ। ਉਹਨਾਂ ਹੀ ਕੰਮ ਕਰਦੇ ਆ ਜਿਹਦੇ ਨਾਲ ਜੀਵਨ ਚੱਲੇ। ਇਹ ਚੀਜ਼ ਨੂੰ ਆਪ ਸਮਝੋ ਪਲੀਜ਼, ਹੈ ਨਾ। ਇਹਦਾ ਮਤਲਬ ਨਹੀਂ ਕਬੀਰ ਜੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਤੇ ਨਿੱਜਾ ਸਾਹਿਬ ਬਿਲਕੁਲ। ਪਰ ਹੁਣ ਉਹਨਾਂ ਨਹੀਂ ਕਰਦੇ ਕਿ ਜਿਹਦੇ ਨਾਲ ਜਿਹੜੇ ਸੁਪਨੇ ਬਣਾਏ ਜਾਣ ਮਹਿਲਾਂ ਦੇ, ਕਿ ਉਹਨਾਂ ਦਾ ਬੜਾ ਸਧਾਰਨ ਜੀਵਨ ਸੀ, ਬਿਲਕੁਲ ਸਧਾਰਨ, ਹੈਂਡ ਟੂ ਮਾਊਥ। ਤੇ ਇਹਦੇ ਚੀਜ਼ ਨੂੰ ਆਪਾਂ ਸਮਝੀਏ। ਠੀਕ ਹੈ, ਅਗਲੀ ਤੋਂ ਕੋਲ ਨਿੱਜਾ ਸਾਹਿਬ। ਟੂਟੇ ਤਾਗੇ ਨਿਖੁੱਟੀ ਪਾਨ ਦੁਆਰ ਉੱਪਰ ਝਿਲਕਾਵੇਂ ਕਾਨ। ਉਹ ਜਿਹੜੇ ਹੈਗੇ ਕਾਨੇ ਜਿਹੜੇ ਹੈਗੇ ਜਿਹੜੇ ਉਹਨਾਂ ਦੇ ਧਾਗਿਆਂ ਦੇ ਵਿੱਚ ਫਸਾਉਂਦੇ ਆ, ਉਹ ਧਾਗੇ ਉੱਪਰ ਥੱਲੇ ਕੱਢਣ ਵਾਸਤੇ। ਤੇ ਕਹਿੰਦੇ ਉਹ ਵੀ ਜਿਹੜੇ ਹੈਗੇ ਪਏ ਆ, ਮਤਲਬ ਜ਼ਿਆਦਾ ਜਿਹੜੇ ਹੈਗੇ ਬੁਣਾਈ ਦੇ ਵਿੱਚ ਇੰਟਰਸਟ ਹੀ ਨਹੀਂ ਲੈ ਰਹੇ। ਹਾਂ, ਕਹਿਣ ਤੋਂ ਭਾਵ ਹੈ ਕਿ ਮਾਰਕੀਟਿੰਗ ਨਹੀਂ ਕਰਦੇ, ਉਹਨਾਂ ਨਹੀਂ ਕਰਦੇ ਪਏ ਕਿ ਜਿੱਦਾਂ ਇੱਕ ਤੇ ਹੁੰਦਾ ਨਾ ਮੇਰੇ ਵਰਗੇ ਨੂੰ 500 ਮਿਲ ਜੇ ਤੇ ਮੈਂ ਸੋਚਣਾ ਹੁਣ ਕਿਸ ਤਰੀਕੇ ਨਾਲ 1000 ਕਮਾਇਆ ਜਾਵੇ। 1000 ਮਿਲ ਗਿਆ ਤਾਂ ਫਿਰ ਮੇਰੇ ਮਨ 'ਚ ਇੱਕ ਹੋਰ ਭਾਵਨਾ ਆਉਂਦੀ ਕਿ ਉਹਨਾਂ 2000 ਕਮਾਇਆ ਜਾਵੇ। ਪਰ ਕਬੀਰ ਜੀ ਨੇ ਥੋੜਾ ਸਿਸਟਮ ਚੇਂਜ ਕਰਤਾ ਹੈ। ਉਹਨਾਂ ਨੇ ਓਨਾ ਹੀ ਕੰਮ ਕਰਨਾ ਹੈ ਜਿੰਨੀ ਕੁ ਲੋੜ ਹੈ, ਔਰ ਉਹਦੇ ਵਿੱਚ ਉਹ ਦਾਨ ਵੀ ਕਰਦੇ ਨੇ। ਕਿਹਨਾਂ ਨੂੰ ਕਰਦੇ ਨੇ? ਜਿਹੜੇ ਉਹਨਾਂ ਨੂੰ ਮਿਲਣ ਆਉਂਦੇ ਨੇ, ਜਿਹੜੇ ਉਹਨਾਂ ਦਾ ਬਚਨ ਸੁਣਦੇ ਨੇ, ਪ੍ਰਵਚਨ ਸੁਣਦੇ ਨੇ, ਉਹਨਾਂ ਨੂੰ ਸੁਣਨ ਦੇ ਲਈ ਸਗੋਂ ਪੱਲੋਂ ਵੀ ਦੇ ਰਹੇ ਨੇ, ਆਪਣੇ ਚੋਂ ਰਾਸ਼ਨ ਜੋ ਖਾਂਦੇ ਨੇ ਚੋਂ ਵੀ ਦੇ ਦਿੰਦੇ। ਹਾਂਜੀ ਨਿੱਜਾ ਸਾਹਿਬ। ਉਹੀ ਤਾਂ ਪ੍ਰੋਬਲਮ ਹੈਗੀ ਉਹਨਾਂ ਦੇ ਘਰ ਵਾਲਿਆਂ ਦੀ। ਉਹੀ ਪ੍ਰੋਬਲਮ ਹੈ। ਕਹਿੰਦੇ ਅੱਗੇ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਵਿਤਕਰਾ ਹੋ ਰਿਹਾ ਸਾਡੇ ਨਾਲ। ਉਹੀ ਤਾਂ ਕੰਪਲੇਂਟ ਆ। ਹਾਂਜੀ ਠੀਕ ਹੈ ਜੀ। ਹਾਂ, ਤੇ ਕਹਿੰਦੇ ਕੂਚ ਵਿਚਾਰੇ ਫੂਹੇ ਫਾਲ। ਕਹਿੰਦੇ ਕੁਛ ਜਿਹੜੇ ਹੁੰਦੇ, ਹੁਣ ਕੁਛ ਜਿਹੜੇ ਹੈਗੇ ਕੁਛ ਦੇ ਤੀਲੇ ਇੱਧਰ ਉੱਧਰ ਖਿਲਰ ਗਏ। ਕਹਿੰਦੇ ਕੁਛ ਨੂੰ ਕੋਈ ਉਹ ਬਣਦਾ ਹੀ ਨਹੀਂ, ਕੁਛ ਨੂੰ ਬੰਨਣਾ ਪੈਂਦਾ ਹੈ।
ਪੂਰਾ ਪੱਕੀ ਤਰ੍ਹਾਂ ਜੋ ਕੁੱਚ ਨੂੰ ਬੰਨਣਾ ਪੈਂਦਾ, ਤਾਂ ਕੁੱਚ ਜਿਹੜਾ ਹੈਗਾ ਧਾਗਿਆਂ ਦੇ ਵਿੱਚ ਚੱਲਦਾ ਹੈ, ਤਾਂ ਉਹ ਕੱਪੜੇ ਨੂੰ ਬਿਲਕੁਲ ਜਿਹੜਾ ਹੈਗਾ ਸੰਘਣਾ ਜਿਹੜਾ ਹੈਗਾ ਕੱਪੜਾ ਬੁਣਿਆ ਜਾਂਦਾ। ਅਤੇ ਕਹਿੰਦੇ ਉਹ ਕੁੱਚ ਵੀ ਫੂਹੇ ਫਾਲ ਕਹਿੰਦੇ ਉਹਦੇ ਵੀ ਖਿਲਰੇ ਪਏ ਆ ਜਿਹੜੇ ਹੈਗੇ ਉਹਦੇ ਜਿਹੜੀਆਂ ਹੈਗੀਆਂ ਉਹਦੇ ਤੀਲੇ। ਅਤੇ ਆਹ ਮੁੰਡੀਆਂ ਜਿਵੇਂ ਝਾੜੂ ਹੁੰਦਾ ਉਵੇਂ ਕੁੱਚ ਹੁੰਦਾ ਹੈ, ਝਾੜੂ ਨੂੰ ਵੀ ਬੰਨਣਾ ਪੈਂਦਾ, ਕੁੱਚ ਨੂੰ ਵੀ ਬੰਨਣਾ ਪੈਂਦਾ। ਆਹ ਮੁੰਡੀਆ ਸਿਰ ਚੜ੍ਹਬੋ ਕਾਲ, ਕਹਿੰਦੇ ਇਹ ਮੁੰਡਾ ਜਿਹੜਾ ਹੈਗਾ ਇਹ ਹੁਣ ਜਿਹੜਾ ਹੈਗਾ ਕਮਾਈ ਕਰ ਨਹੀਂ ਰਿਹਾ, ਅਤੇ ਇਹ ਕੀ ਕਰ ਰਿਹਾ ਆ। ਕਹਿੰਦੇ ਇਹ ਤਾਂ ਜਿਹੜਾ ਹੈਗਾ ਇਹਦੇ ਤਾਂ ਕੁਛ ਕਾਲ ਜਿਹੜਾ ਹੈਗਾ ਹੋਰ ਹੀ ਸਵਾਰ ਹੋ ਗਿਆ, ਸਾਨੂੰ ਭੁੱਖੇ ਮਾਰੂਗਾ ਇਹ ਲੱਗਦਾ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਸਾਡਾ ਹੀ ਬੱਚਾ ਹੋਏ ਕੰਮ ਕਰੇ ਤੇ ਅਸੀਂ ਬੜੇ ਖੁਸ਼ ਹਾਂ, ਪੈਸੇ ਕਮਾਉਂਦੇ ਆ, ਡਾਲਰ ਲੈ ਕੇ ਆਉਂਦੇ ਆ, ਤੇ ਜੇਕਰ ਉਹ 2-4 ਦਿਨ ਸਮਾਧੀ ਲਾ ਕੇ ਬੈਠਾ ਰਵੇ ਤੇ ਅਸੀਂ ਵੀ ਉਹਦੀ ਕਬੀਰ ਜੀ ਦੀ ਮੰਮੀ ਵਾਂਗੂ ਰੌਲਾ ਪਾਉਣਾ। ਇਹ ਪਤਾ ਨਹੀਂ ਮੰਮੀ ਹੈ ਕਿ ਉਹਨਾਂ ਦੀ ਘਰ ਵਾਲੀ ਆ, ਪਤਾ ਇਹ ਨਹੀਂ ਪਤਾ। ਹਾਂ, ਉਹਨਾਂ ਦੀ ਮਾਤਾ ਵੀ ਜ਼ਿਆਦਾ ਕੰਪਲੇਂਟ ਕਰਦੇ ਆ, ਤੇ ਚਲੋ ਵਾਈਫ ਵੀ ਹੋ ਸਕਦੀ ਜਾਂ ਘਰ ਦਾ ਕੋਈ ਫੈਮਿਲੀ ਮੈਂਬਰ ਵੀ ਹੋ ਸਕਦਾ। ਸਾਡੇ ਪਰਿਵਾਰ 'ਚ ਵੀ ਸੇਮ ਸਿਚੁਏਸ਼ਨ ਪੈਦਾ ਹੋ ਜਾਣੀ। ਤੁਹਾਡੇ ਘਰ ਦੇ ਤੁਹਾਨੂੰ ਪੁੱਛਣ ਡੈ ਪੈਣਾ ਵੀ ਕੀ ਕਰਨੇ ਆ, ਤੂੰ ਕਿਹੜੀ ਸਮਾਧੀ ਲਾ ਕੇ ਬੈਠਾ, ਕੰਮ ਤੇ ਕਿੰਨੇ ਜਾਣਾ। ਆਹੋ, ਹਾਂਜੀ ਠੀਕ ਹੈ। ਜੇਕਰ ਆਪਾਂ ਪੈਸਾ ਧਨ ਕਮਾਉਂਦੇ ਆ ਤੇ ਘਰ ਦੇ ਸਾਰੇ ਖੁਸ਼, ਬਹੁਤ ਖੁਸ਼ ਨੇ। ਉਹ ਕਹਿੰਦੇ ਬੜਾ ਵਧੀਆ ਕੰਮ, ਤੂੰ ਏਦਾਂ ਹੀ ਕਰਦਾ ਰਹਿ, ਬਹੁਤ ਵਧੀਆ ਕੰਮ। ਤੇ ਜੇਕਰ ਤੁਸੀਂ ਕਹੋਗੇ ਕਿ ਭਾਈ ਮੈਂ 2-3 ਘੰਟੇ ਆਪਣੇ ਜਿਹੜੇ ਜੀਵਨ ਹੈਗਾ ਵਾ ਉਹਦੇ ਵਿੱਚੋਂ ਕੁਝ ਸਮਾਂ ਕੱਢ ਕੇ ਮੈਂ ਆਪਣੇ ਜੀਵਨ ਨੂੰ ਵੀ ਉੱਚਾ ਕਰਨਾ, ਕਿਉਂਕਿ ਤੁਹਾਡੇ ਅੰਦਰੋਂ ਇੱਕ ਆਵਾਜ਼ ਆਉਂਦੀ ਆ, ਉਹ ਆਵਾਜ਼ ਆਉਂਦੀ ਆ ਬੁੱਧੀ ਦੀ। ਉਹ ਬੁੱਧੀ ਕਈ ਵਾਰੀ ਸਾਨੂੰ ਇਹ ਸਮਝਾਉਂਦੀ ਆ ਕਿ ਬਈ ਤੂੰ ਜੋ ਕਰਦਾ ਪਿਆ ਵਾ ਇਹ 'ਚ ਪ੍ਰਾਪਤੀ ਕੀ ਹੈ, ਤੇਰੀ ਜ਼ਿੰਦਗੀ ਦੇ ਵਿੱਚ ਲਕਸ਼ ਕੀ ਹੈ, ਤੂੰ ਧਾਰਿਆ ਕੀ ਆ, ਤੇਰੀ ਜ਼ਿੰਦਗੀ ਦਾ ਟੀਚਾ ਕੀ ਆ, ਕੋਈ ਮੰਜ਼ਿਲ ਹੈਗੀ ਹੈ, ਤੂੰ ਪਹੁੰਚੇਗਾ। ਜੇ ਤੇਰਾ ਜ਼ਿੰਦਗੀ ਦਾ ਮਕਸਦ ਹੀ ਕੋਈ ਨਹੀਂ ਹੈ ਫਿਰ ਕਿੱਥੇ ਪਹੁੰਚਾਂਗੇ ਦੱਸੋ। ਇੱਕ ਸ਼ੇਰ ਨਹੀਂ ਹੁੰਦਾ, ਕਹਿੰਦਾ ਤੁਝੇ ਪਾਨਾ ਮੇਰੇ ਜੀਵਨ का मकसद है, तुझे पाना मेरे जीवन का मकसद है, तुझे पा लिया तो फिर मैं क्या करूंगा। ਸਹੀ ਗੱਲ ਹੈ ਕਿ ਜ਼ਿੰਦਗੀ 'ਚ ਜੇ ਸਾਡੇ ਮਕਸਦ ਹੀ ਹੈਗਾ ਕੁਝ ਤੇ ਅਸੀਂ ਜਿਹਨੂੰ ਪਾ ਲਾਂਗੇ ਤੇ ਫਿਰ ਕੀ ਕਰਾਂਗੇ। ਜੇ ਜ਼ਿੰਦਗੀ 'ਚ ਸਾਡਾ ਧਨ ਹੀ ਮਕਸਦ ਹੈ ਤੇ ਅਸੀਂ ਧਨ ਹੀ ਪ੍ਰਾਪਤ ਕਰਾਂਗੇ। ਕਬੀਰ ਜੀ ਇਹਦਾ ਮਤਲਬ ਨਹੀਂ ਕੰਮ ਨਹੀਂ ਕਰ ਰਹੇ, ਕੰਮ ਕਰਦੇ ਆ, ਪਰ ਹੁਣ ਥੋੜਾ ਜਿਹਾ ਜਦੋਂ ਕੋਈ ਬੰਦਾ ਨੈਗੇਟਿਵ ਹੋ ਜਾਂਦਾ ਨਾ ਤੇ ਉਹਦੀ ਹਰ ਗੱਲ 'ਚ ਸਾਨੂੰ ਨੈਗੇਟਿਵਿਟੀ ਆਉਂਦੀ ਹੈ। ਸਹੀ ਨਜ਼ਰ ਸਾਹਿਬ? ਬਿਲਕੁਲ। ਉਹਦੀ ਚੰਗਿਆਈ ਨੂੰ ਵੀ ਅਸੀਂ ਉਸੇ ਨਜ਼ਰੀਏ ਨਾਲ ਵੇਖਦੇ ਹਾਂ। ਕਿਉਂ ਵੇਖਦੇ ਹਾਂ? ਕਿਉਂਕਿ ਸਾਡੇ ਅੰਦਰ ਉਹਦੀ ਇੱਕ ਬੰਤਰ ਬਣ ਗਈ ਹੈ। ਤੁਸੀਂ ਦੇਖੋ ਤੁਹਾਡੇ ਮਨ 'ਚ ਕੋਈ ਬੰਦਾ ਮਾੜਾ ਹੋ ਗਿਆ ਨਾ, ਤੁਹਾਡੇ ਮਨ ਨੇ ਕੀ ਕਰਨਾ, ਉਹਦੀਆਂ ਚੰਗਿਆਈਆਂ ਤੇ ਵੀ ਪੋਚਾ ਫੇਰ ਦੇਣਾ। ਕਿਉਂਕਿ ਜੇ ਕੋਈ ਚੰਗਿਆਈਆਂ ਯਾਦ ਰੱਖੂਗਾ ਤੇ ਤੁਸੀਂ ਉਹਦੇ ਨਾਲ ਨਫ਼ਰਤ ਨਹੀਂ ਕਰ ਸਕਦੇ, ਪਰ ਇਸ ਲਈ ਮਨ ਕੀ ਕਰਦਾ, ਪੋਚਾ ਹੀ ਮਾਰ ਦਿੰਦਾ। ਉਹ ਕਹਿੰਦਾ ਹਾਂ ਨਾ ਜਾਂ ਇਸ ਬੰਦੇ ਨੇ ਮੈਨੂੰ ਗੱਲ ਕਹੀ ਹੈ ਕਿ ਫਲਾਨਾ ਬੰਦਾ ਨਾ ਤੇਰੀ ਬੜੀ ਚੁਗਲੀ ਕਰਨ ਦਿਆ। ਹਜੇ ਉਹਨੂੰ ਸੁਣਿਆ ਵੀ ਨਹੀਂ ਤੁਸੀਂ, ਪਰ ਇੱਕ ਬੰਦੇ ਨੇ ਤੁਹਾਨੂੰ ਇੰਨੀ ਗੱਲ ਕਹਿਤੀ, ਤੁਸੀਂ ਉਸ ਬੰਦੇ ਤੇ ਵਿਸ਼ਵਾਸ ਕਰ ਲੈਣਾ ਜਿਹੜਾ 10-12 ਸਾਲ ਦਾ ਤੁਹਾਡਾ ਸੱਜਣ ਆ, ਮਿੱਤਰ ਆ, ਰਿਸ਼ਤੇਦਾਰ ਆ। ਤੁਸੀਂ ਉਹ ਤੋਂ ਦੂਰ ਹੋ ਜਾਣਾ। ਕਿਉਂ? ਕਿਉਂਕਿ ਉਹ ਬੰਦੇ ਨੇ ਚੁੱਕਣਾ ਮਾਰਤੀ ਆ, ਔਰ ਚੁੱਕਣਾ ਤੁਹਾਨੂੰ ਪਤਾ ਹੈ ਪੱਥਰ ਨੂੰ ਪਾੜ ਦਿੰਦੀ ਹੈ। ਠੀਕ ਹੈ, ਤੋ ਇਹ ਗੱਲ ਆਪਾਂ ਰੱਖਣੀ ਆ। ਇੱਥੇ ਆਪਾਂ ਨੂੰ ਇਹ ਚੀਜ਼ ਨੂੰ ਸਮਝਣ ਦੀ ਲੋੜ ਆ ਕਿ ਕਬੀਰ ਜੀ ਦੇ ਨਾਲ ਜੋ ਸਿਚੁਏਸ਼ਨ ਬਣ ਰਹੀ ਹੈ ਨਾ, ਉਹ ਬਣ ਰਹੀ ਆ ਕਿ ਉਹਨਾਂ ਦੀਆਂ ਜੇਕਰ 90 ਚੰਗਿਆਈਆਂ ਨੇ, ਪਰ 10 ਬੁਰਾਈਆਂ ਦੇ ਕਰਕੇ ਉਹ 90 ਚੰਗਿਆਈਆਂ ਨੂੰ ਵੀ ਇਗਨੋਰ ਕਰ ਰਹੇ ਨੇ। ਨਿੱਜਰ ਸਾਹਿਬ? ਬਿਲਕੁਲ। ਹਾਂਜੀ, ਅੱਗੇ ਚੱਲੀਏ। ਰਾਹੋ ਤੁਰੀ ਨਾਰ ਕੀ ਛੋਡੀ ਬਾਤਾਂ। ਤੁਰੀ ਕਹਿੰਦੇ ਆ ਜਿਹੜਾ ਉਹ ਹੁੰਦਾ ਹੈ ਜਿਹੜਾ ਜਿਹਦੇ ਉੱਤੇ ਕੱਪੜਾ ਲਪੇਟਦੇ ਆ, ਉਹ ਥਾਨ ਪੂਰਾ। ਕਈ ਥਾਨ ਤਾਂ ਵੈਸੇ ਹੀ ਜਿਹੜੇ ਹੈਗੇ ਉਹ ਗੱਤੇ ਦੇ ਉੱਤੇ ਲਿਪਟੇ ਹੁੰਦੇ, ਕਈ ਥਾਨ ਹੁੰਦੇ ਗੋਲ ਗੋਲ ਜਿਹੜੀਆਂ ਉਹਨਾਂ ਦੇ ਉੱਤੇ ਉਹ ਗੱਜ ਕਹਿੰਦੇ ਆ, ਪਹਿਲਾਂ ਉਹਨਾਂ ਦੇ ਉੱਤੇ ਲਿਪਟੇ ਹੁੰਦੇ ਸੀਗੇ, ਉਹਨੂੰ ਤੁਰੀ ਕਹਿੰਦੇ ਆ। ਔਰ ਤੁਰੀ ਨਾਲੀ ਜਿਹੜੀ ਹੈਗੀ ਉਹਦੇ ਵਿੱਚ ਜਿਹੜੀ ਹੈਗੀ ਉਹ ਧਾਗੇ ਦੀ ਰੀਲ ਚੱਲਦੀ ਸੀਗੀ। ਕਹਿੰਦੇ ਉਹਨਾਂ ਦੀਆਂ ਇਹ ਕੰਮ ਦੇ ਵਿੱਚ ਇੰਟਰਸਟ ਲੈਣਾ ਛੱਡ ਦਿੱਤਾ ਇਹਨੇ। ਤੁਰੀ ਨਾਰ ਕੀ ਛੋਡੀ ਬਾਤਾਂ, ਇਹ ਤਾਂ ਹੋਰ ਹੀ ਪਰਮੇਸ਼ਰ ਦੀਆਂ ਗੱਲਾਂ ਕਰਨ ਲੱਗ ਪਿਆ, ਧਿਆਨ ਸਿਮਰਨ ਦੀਆਂ, ਹੋਰ ਸਤਸੰਗੀਆਂ ਦੇ ਨਾਲ ਜਿਹੜੀਆਂ ਹੈਗੀਆਂ ਹੋਰ ਗੱਲਾਂ ਕਰ ਰਿਹਾ ਹੈ। ਰਾਮ ਨਾਮ ਵਾਕਾ ਮਨ ਰਾਤਾ, ਕਹਿੰਦੇ ਉਹਦਾ ਮਨ ਤਾਂ ਪਰਮੇਸ਼ਰ ਦੇ ਰਾਮ ਨਾਮ ਦੇ ਵਿੱਚ ਜਿਹੜਾ ਰਤਿਆ ਗਿਆ ਪੂਰੀ ਤਰ੍ਹਾਂ। ਇਹ ਤਾਂ ਬੰਦਾ ਲੜਕੀ ਲੜਕਨ ਖੈਬੋ ਨਾਹੇ ਮੁੰਡਿਆ ਅਨਦਿਨ ਧਰਾਪੇ ਜਾਹੇ। ਕਹਿੰਦੇ ਬਾਲ ਬੱਚਿਆਂ ਵਾਸਤੇ ਤਾਂ ਖਾਣਾ ਹੈ ਨੀਗਾ, ਤੇ
ਇਹ ਜਿਹੜੇ ਇਹਦੇ ਸਤਸੰਗੀ ਆਉਂਦੇ ਆ ਕਹਿੰਦੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਰਜਾ ਕੇ ਭੇਜਦਾ ਹੈ ਭਾਈ। ਅਨਦਿਨ ਉਹ ਬਗੈਰ ਨਾਗਾ ਜਿਹੜੇ ਆਉਂਦੇ ਆ ਅਨਦਿਨ ਜਿਹੜੇ ਹੈਗੇ ਉਹ ਪੂਰੇ ਧਰਾਪ ਕੇ ਜਾਂਦੇ ਆ। ਅਗਲੇ ਬੰਦ ਵੀ ਲੈ ਲਈਏ ਇਹਦੇ ਵਿੱਚ, 1-2 ਮੰਦਰ 1-2 ਬਾਟ। ਕਹਿੰਦੇ 1-2 ਜਿਹੜੇ ਹੈਗੇ ਉਹ ਇਹਦੇ ਸਤਸੰਗੀ ਬੈਠੇ ਹੋਏ ਆ ਅੰਦਰ ਘਰ ਦੇ ਵਿੱਚ, 1-2 ਜਿਹੜੇ ਹੈਗੇ ਰਸਤੇ ਦੇ ਵਿੱਚ ਹੈਗੇ ਆ। ਹਮਕੋ ਸਾਥਰ ਉनको ਖਾਟ। ਕਹਿੰਦੇ ਸਾਨੂੰ ਤਾਂ ਪੁੰਜੇ ਸੌਣ ਨੂੰ ਕਹਿੰਦਾ, ਬੱਚਿਆਂ ਨੂੰ ਕਹਿੰਦਾ ਪੁੰਜੇ ਸੌਂ, ਉਹਨਾਂ ਦੇ ਵਾਸਤੇ ਮੰਜੀਆਂ ਦੇ ਦਿੰਦਾ ਉਹਨਾਂ ਨੂੰ। ਮੁੰਡ ਪਲੋਸ ਕਮਰ ਬੱਧ ਪੋਥੀ, ਔਰ ਆਪਣੇ ਸਿਰ 'ਤੇ ਹੱਥ ਫੇਰਦੇ ਆਉਂਦੇ ਆ, ਉਹ ਵੀ ਕਮਰ ਦੇ ਵਿੱਚ ਪੋਥੀ ਬੰਨੀ ਹੁੰਦੀ ਆ ਉਹਨਾਂ ਨੇ। ਹਮਕੋ ਚਾਵਨ ਉनको ਰੋਟੀ। ਕਹਿੰਦੇ ਸਾਨੂੰ ਜਿਹੜਾ ਹੈਗਾ ਕਹਿੰਦਾ ਛੋਲੇ ਖਾਓ ਔਰ ਪਾਣੀ ਪੀਓ ਔਰ ਸੋ, ਅਤੇ ਉਹਨਾਂ ਨੂੰ ਰੋਟੀ ਖਿਲਾ ਦਿੰਦਾ ਹੈ। ਦੇਖ ਲਓ ਹਾਲਤ ਕਬੀਰ ਜੀ ਇੰਨੇ ਕੋਈ ਰਿਚ ਅਮੀਰ ਥੋੜੀ ਨਾ ਸੀਗੇ। ਹਾਂਜੀ ਗੋਰਖੀ ਸਾਹਿਬ। ਠੀਕ ਹੈ ਜੀ, ਉਹ ਕਬੀਰ ਜੀ ਇੱਕ ਨॉर्मल ਇਨਸਾਨ ਨੇ। ਹਾਂ, ਪਰ ਆਪ ਜਸਟ ਦੇਖੋ ਕਬੀਰ ਜੀ ਇੱਕ ਬ੍ਰਹਮ ਗਿਆਨੀ, ਇੱਕਦਮ ਗਿਆਨ ਦੇ ਖਜ਼ਾਨੇ। ਵੇਖੋ ਬਾਣੀ ਕਿੰਨੀ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਚ ਆਉਂਦੀ ਨਾ, ਬੈਠੇ ਕਿਤੇ ਕਾਸ਼ੀ ਚ, ਔਰ ਇਹਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਨਿੱਜੀ ਹਾਲਾਤ ਦੇਖੋ ਆਪ। ਔਰ ਉਹ ਜ਼ਮਾਨਿਆਂ ਚ ਭਾਜੀ ਇੰਨੇ ਦੁਨੀਆ ਸੀ ਨਾ, ਤੇ ਆਪ ਜਸਟ ਸੋਚਦੇ ਹੋ ਇੱਥੇ ਇੱਕ ਲੰਡਾ ਜਿਹਾ ਸਾਧ ਫੜ ਲਿਆਓ, ਲੱਖ ਰੁਪਏ ਤੇ ਰੋਜ਼ ਦਾ ਉਹ ਨਹੀਂ ਛੱਡਦਾ। ਮੈਂ ਇੱਥੇ ਗੁਰਦੁਆਰੇ ਚ ਵੇਖਿਆ ਕਈ ਗੁਰਦੁਆਰਿਆਂ ਚ ਏਸੀ ਨਹੀਂ ਛੱਡਦੇ, ਉਹ ਵੇਂਦੇ ਰਹਿੰਦੇ ਕਿੰਨਾ ਚੜਾਵਾ ਚੜਦਾ। ਉਧਰ ਛੱਡਣਗੇ ਜਿੱਦਾਂ ਚੜਾਵਾ ਜ਼ਿਆਦਾ ਚੜਦਾ। ਆਪ ਜਸਟ ਸੋਚੋ। ਜਾਂ ਫਿਰ ਏਸੀ ਇਸ ਕਰਕੇ ਨਹੀਂ ਛੱਡਦੇ, ਉਹ ਕਹਿੰਦੇ ਸੰਗਤ ਆਵੇ ਤੇ ਉੱਠ ਕੇ ਚੱਲ ਜੇ ਦਵਾ ਦਵ, ਕਿਉਂਕਿ ਦੂਜੀ ਸੰਗਤ ਵੀ ਆ ਜੇ, ਕਿਉਂਕਿ ਦਾਵੀ ਉਹ ਵੀ ਚੜਾਉਣਗੇ। ਇਹਨੇ ਜਿਹੜਾ ਟੇਕਣਾ ਉਹ ਤੇ ਟੇਕਤਾ, ਹੁਣ ਤੇ ਟਾਈਮ ਖਰਾਬ ਕਰਦੇ ਆ ਸਾਡਾ। ਨਿੱਜਰ ਸਾਹਿਬ ਬਿਲਕੁਲ ਬਿਜਨਸਮੈਨ ਬੜਾ ਗਹਿਰਾ ਜੇ। ਮਸੰਦ ਲੋਕ ਏਦਾਂ ਸੋਚਦੇ ਆ। ਪਰ ਕਬੀਰ ਜੀ ਦੇ ਘਰ ਦੇ ਹਾਲਾਤ ਵੇਖੋ। ਕਬੀਰ ਜੀ ਕਹਿੰਦੇ ਕਿ ਹੱਥੋਂ ਦੇ ਕਾਲ ਕਰੇ, ਕੁਝ ਹੱਥੋਂ ਦਵੇ, ਆਪਣੇ ਕੋਲੋਂ ਵੀ ਦਵੇ। ਕਾਲ ਖਾਏ ਨਿੱਜਰ ਸਾਹਿਬ ਚੜਾਵੇ ਦੇ ਨਹੀਂ, ਲੋਕਾਂ ਦੇ ਚੜਾਵੇ ਦੇ ਨਹੀਂ ਪੈਸਾ ਦੇਣ ਦਿਓ। ਬਿਲਕੁਲ, ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ। ਇਹ ਦੇਖ ਲਓ ਮਹਾਰਾਜ ਦੀ ਬਾਣੀ ਆ ਕਹਿੰਦੀ ਹੈ ਭਾਈ। ਹਾਂ ਵੇਖੋ ਕਿੱਥੇ ਬੈਠੇ ਨੇ ਕਬੀਰ ਜੀ, ਗੱਲਾਂ ਹੀ ਕੀਤੀਆਂ ਆਪਾਂ ਸੁਣਿਆ। ਹਾਂਜੀ ਕਬੀਰ ਜੀ ਦੇ ਦੋਹਰੇ ਆਏ ਜੀ, ਖੰਡ ਪਾਠ ਪੈ ਗਿਆ ਜੀ, ਪੂਰਾ ਦੋਹਰੇ ਬੋਲੋ ਜੀ, ਹੈ ਉਹ ਬੋਲਣੇ ਸ਼ੁਰੂ ਕਰਤੇ। ਪਰ ਕਬੀਰ ਜੀ ਨੂੰ ਅੰਦਰੋਂ ਪੜ੍ਹਨਾ ਪਊਗਾ ਕਿ ਕਬੀਰ ਜੀ ਕਿੱਦਾਂ ਦਾ ਜੀਵਨ। ਦੇਖੋ ਇਹ ਕੋਈ ਵੀ ਬ੍ਰਹਮ ਗਿਆਨੀ ਆ, ਉਹ ਤੇ ਆਪਣਾ ਜੀਵਨ ਲੈ ਕੇ ਜਾਣਦੇ ਆ ਇੱਥੇ, ਉਹ ਤੇ ਲੁਕਾਉਣ ਨਹੀਂ ਦੇ ਸਾਡੇ ਤੋਂ, ਕੋਈ ਵੀ ਪੱਖ ਨਹੀਂ ਲਿਖਾਉਂਦੇ। ਮਾਂ ਕਹਿੰਦੀ ਉਲਟਾ ਪੁਲਟਾ ਬੋਲਦੀ ਉਹ ਵੀ ਦੱਸਣ ਦੇ, ਜੇ ਘਰ ਦੀ ਰੌਲਾ ਰੌਲਾ ਪਾਉਂਦੀ ਉਹ ਵੀ ਦੱਸਣ ਦੇ ਆ, ਉਹ ਆਪਣੇ ਘਰ ਦੇ ਹਾਲਾਤ ਦੱਸਣ ਦੇ ਆ। ਇਹਦਾ ਮਤਲਬ ਕਿ ਆਪਾਂ ਜੋ ਵੀ ਗੱਲਾਂ ਕਰਦੇ ਆ, ਆਪਾਂ ਵੀ ਤੇ ਘਰ ਦੀਆਂ ਗੱਲਾਂ ਕਰਨੀਆਂ, ਤੇ ਜਿਹੜੀ ਆਪਾਂ ਗੱਲ ਹੀ ਉਹ ਕਰ ਦੇਣੀ ਹੈ ਜਿਹਦੇ ਨਾਲ ਸਾਡਾ ਕੋਈ ਜ਼ਿੰਦਗੀ ਦਾ ਮਕਸਦ ਹੀ ਕੋਈ ਨਹੀਂ, ਉਹ ਗੱਲ ਸਾਡੇ ਤੇ ਕੀ ਪ੍ਰਭਾਵ ਪਾਊਗੀ। ਇਹ ਕਬੀਰ ਜੀ ਦੇ ਹਾਲਾਤ ਦੇਖੋ, ਘਰ ਦੇ ਹਾਲਾਤ ਨੇ, ਬੈਠੇ ਕਾਸ਼ੀ ਚ। ਉਹ ਕਾਸ਼ੀ ਕੋਈ ਆਮ ਜਗ੍ਹਾ ਨਹੀਂ ਜਿੱਥੇ ਪੰਡਤਾਂ ਦਾ ਗੜ੍ਹ ਆ, ਔਰ ਉਹ ਉਹਨਾਂ ਦਾ ਜ਼ਿੰਦਗੀ ਦਾ ਮਕਸਦ ਹੀ ਇਹ ਹੋਈ ਕਿ ਗ੍ਰੰਥਾਂ ਨੂੰ ਪੜ੍ਹਨਾ, ਸ਼ਾਸਤਰਾਂ ਨੂੰ ਪੜ੍ਹਨਾ, ਸਾਰੀ ਜ਼ਿੰਦਗੀ। ਉਹਨੂੰ ਗੁਰੂਕੁਲ ਬਣੇ ਹੁੰਦੇ ਸੀ ਉਦੋਂ, ਕੱਲਾ ਗ੍ਰੰਥਾਂ ਦਾ ਅਧਿਐਨ। ਤੇ ਉੱਥੇ ਕਬੀਰ ਜੀ ਦੇਖੋ ਕੱਲੇ, ਉਹ ਤਾਂ ਕਹਿੰਦੇ ਕਿ ਇੱਕ ਔਖੀ ਪਹਾੜੀ ਜਿਹੜੀ ਕਬੀਰ ਜੀ ਕੱਲਾ ਚੜ੍ਹ ਰਿਹਾ, ਕਿਉਂਕਿ ਨਾਲ ਆਉਣ ਨੂੰ ਕੋਈ ਤਿਆਰ ਹੀ ਨਹੀਂ ਹੈਗਾ। ਨਾਲ ਆਉਣ ਦਾ ਮਤਲਬ ਤੇ ਇਹੋ ਹੀ ਆ ਕਿ ਆਪਣੇ ਆਪ ਦਾ ਜਿਹੜੇ ਔਗਣ ਹੈਗੇ ਉਹਨਾਂ ਦਾ ਤਿਆਗ ਕਰਨਾ। ਜਿਹੜਾ ਬੰਦਾ ਬੈਠਾ ਆਪਣੀ ਮਸਤੀ ਚ, ਉਹਨੇ ਦੇਖੋ ਉਹਨੇ ਕੀ ਸੋਚਣਾ, ਉਹਨੇ ਕਿੱਥੇ ਔਖੀ ਪਹਾੜੀ ਤੇ ਚੜ੍ਹਨਾ, ਕਿਉਂਕਿ ਉਹ ਤੇ ਫਿਰ ਇੱਕਦਮ ਵੱਖਰਾ ਰਸਤਾ ਹੈਗਾ। ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਉਹ ਘਰ ਦੇ ਹਾਲਾਤ ਜੋ ਹੈਗੇ ਨੇ ਉਹ ਸਾਨੂੰ ਦੱਸ ਰਹੇ ਨੇ। ਹਾਂਜੀ ਜਗਰੂਪ ਜੀ ਮਾਈਕ ਬੰਦ ਕਰੋ ਜੀ, ਤੁਸੀਂ ਮਾਈਕ ਤੁਹਾਡਾ ਬਾਰ-ਬਾਰ ਆਨ ਹੋ ਰਿਹਾ, ਕੁਛ ਕਹਿਣਾ ਤੁਸੀਂ? ਮਾਈਕ ਨਿੱਜਰ ਸਾਹਿਬ ਤੁਸੀਂ ਕਰਤਾ ਬੰਦ, ਠੀਕ ਹੈ ਜੀ, ਅਗਲੀ ਤੋਂ ਬੋਲੋ। ਇਹ ਸੀਗੇ 1-2 ਮੰਦਰ 1-2 ਬਾਟ, ਹਮਕੋ ਸਾਥਰ ਉनको ਖਾਟ, ਤੇ ਮੁੰਡ ਪਲੋਸ ਕਮਰ ਬੱਧ ਪੋਥੀ, ਹਮਕੋ ਚਾਵਨ ਉनको ਰੋਟੀ। ਇਸ ਤਰ੍ਹਾਂ ਜਿਹੜੇ ਹੈਗੇ ਕਹਿੰਦੇ ਆ ਉਹਨਾਂ ਦਾ ਇੰਨਾ ਰਿਸਪੈਕਟ ਕਰਦੇ ਆ ਜਿਹੜੇ ਸਤਸੰਗੀ ਹੈਗੇ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਦੇ ਆਦਰ ਸਤਿਕਾਰ ਦੇ ਵਿੱਚ ਜਿਹੜਾ ਹੈਗਾ ਕੋਈ ਕਸਰ ਨਹੀਂ ਛੱਡ ਰਹੇ।
ਭਾਵੇਂ ਜਿਹੜਾ ਹੈਗਾ ਆਪਣੇ ਬੱਚੇ ਜਿਹੜੇ ਹੈਗੇ ਉਹ ਘੱਟ ਖਾ ਲੈਣ, ਘੱਟ ਜਿਹੜਾ ਹੈਗਾ ਉਹਨਾਂ ਨੂੰ ਸੁਵਿਧਾਵਾਂ ਘੱਟ ਹੋ ਜਾਣ। ਮੁੰਡੀ ਦੇਖ ਲਓ ਸਾਧ ਸੰਗਤ ਜੀ, ਹਾਂਜੀ ਇੱਥੇ ਇਹ ਚੀਜ਼ ਨੂੰ ਦੇਖੋ, ਕੌਣ ਨਿੱਜਰ ਸਾਹਿਬ ਇੱਥੇ ਦੇਖੋ, ਹਾਂਜੀ ਉਹ ਘਰੇ ਦੇਖੋ ਕੀ ਕਰ ਰਹੇ ਨੇ, ਆਪਣਾ ਜੋ ਕਮਾਉਂਦੇ ਨੇ, ਇਹ ਨਹੀਂ ਕਿ ਉਹ ਚੋਂ ਦੇਂਦੇ ਨੇ। ਹੁਣ ਸਾਡੇ ਵਰਗੇ ਕੀ ਕਰਦੇ ਆ, ਕੋਈ ਬੰਦਾ ਆ ਗਿਆ, ਪਹਿਲਾਂ ਤਾਂ ਸ਼ਕਲ ਵੇਖਣੀ ਹੈ, ਫਿਰ ਉਹਦੀ ਸ਼ਕਲ ਵੇਖਣੀ ਆ, ਫਿਰ ਆਪਾਂ ਵੇਖਣਾ ਵੀ ਇਹਦੇ ਲਾਇਕ ਹੈਗਾ ਕਿ ਨਹੀਂ ਹੈਗਾ, ਇਹਨੂੰ ਰੋਟੀ ਪਈ ਹੈ ਕਿ ਨਹੀਂ ਪਈ। ਵੈਸੇ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਕਿ ਜੇ ਕੋਈ ਤੁਹਾਡੇ ਘਰ ਭੈਣ ਭਰਾ ਆਇਆ, ਪ੍ਰਾਹੁਣਾ ਆਇਆ ਨਾ, ਤੇ ਜੇਕਰ ਤੁਸੀਂ ਚਾਹ ਪਾਣੀ ਪਿਆਏ ਬਿਨਾਂ ਨੂੰ ਉਦਾਂ ਭੇਜ ਦਿੰਦੇ ਜੋ, ਤੇ ਬੜੀ ਮਾੜੀ ਚੀਜ਼ ਆ। ਬਿਲਕੁਲ ਮਾੜੀ ਚੀਜ਼ ਆ। ਮੈਂ ਕਹਿੰਦਾ ਕਿ ਸੰਤ ਨੂੰ ਤੇ ਛੱਡ ਦਿਓ, ਤੁਸੀਂ ਜਿਹੜੇ ਤੁਹਾਡੇ ਘਰ ਰਿਸ਼ਤੇਦਾਰ ਆ ਜਾਂਦਾ, ਕੋਈ ਭੈਣ ਭਰਾ ਆ ਜਾਂਦਾ, ਫਿਰ ਘੰਟਾ ਡੇਢ ਘੰਟਾ ਤੋੜ ਕੇ ਤੁਹਾਡੇ ਘਰ ਆਇਆ, ਉਹਦਾ ਬਣਦਾ ਮਾਨ ਸਨਮਾਨ ਕਰੋ। ਤੇ ਜੇਕਰ ਅਸੀਂ ਸੋਚਦੇ ਹਾਂ ਕਿ ਉਹਨੂੰ ਪਾਣੀ ਪਿਉਣਾ ਬੋਝ ਹੈ, ਤੇ ਫਿਰ ਕਿੱਥੋਂ ਗੱਲ ਬਣੂਗੀ, ਫਿਰ ਮੁਸ਼ਕਿਲ ਹੋ ਜਾਏਗੀ। ਤਾਂ ਇੱਥੇ ਆਪਾਂ ਨੂੰ ਇਹ ਚੀਜ਼ ਸਿੱਖਣ ਦੀ ਲੋੜ ਆ ਕਿ ਕਬੀਰ ਜੀ ਦੇ ਘਰ ਕੋਈ ਬੰਦਾ ਆ ਰਿਹਾ ਤੇ ਕਬੀਰ ਜੀ ਪੂਰਾ ਮਾਨ ਸਨਮਾਨ ਕਰ ਰਹੇ ਨੇ ਉਹਦਾ, ਇੱਥੋਂ ਤੱਕ ਕਿ ਉਹ ਸਹੂਲਤਾਂ ਵੀ ਉਹਨੂੰ ਦੇ ਰਹੇ ਨੇ ਜਿਹੜੀਆਂ ਆਪ ਨਹੀਂ ਲੈ ਰਹੇ, ਆਪਣੀ ਫੈਮਿਲੀ ਮੈਂਬਰ ਨੂੰ ਨਹੀਂ ਦੇ ਪਾ ਰਹੇ। ਪਰ ਜੇ ਕੋਈ ਬ੍ਰਹਮ ਗਿਆਨੀ ਕੋਈ ਗਿਆਨ ਲੈਣ ਲਈ ਆ ਰਿਹਾ ਹੈ, ਪਰਮਾਤਮਾ ਨੂੰ ਮਿਲਣ ਚਾਹੁੰਦਾ ਹੈ, ਉਹ ਪਰਮਾਤਮਾ ਨੂੰ ਜਾਣਨਾ ਚਾਹੁੰਦਾ ਹੈ, ਤੇ ਉਹਦੇ ਲਈ VIP ਫੈਸਿਲਿਟੀ ਰੱਖੀ ਹੈ। ਜਦਕਿ ਉਹਨਾਂ ਦੀ ਫੈਮਿਲੀ ਮੈਂਬਰ ਰੌਲਾ ਪਾਉਂਦੇ ਕਿ ਸਾਨੂੰ ਤੇ ਕੁਛ ਮਿਲਦਾ ਨਹੀਂ, ਪਰ ਉਹ ਕਬੀਰ ਜੀ ਦੇਖੋ ਉਹਨਾਂ ਨੂੰ ਉਹ ਕਿੰਨਾ ਖੁਸ਼ ਨੇ ਕਿ ਐਸਾ ਬੰਦਾ ਉਹ ਕੋਟਨ ਚ ਲੱਭ ਗਿਆ, ਕਦੋਂ ਮਿਲ ਗਿਆ, ਤੇ ਉਹਨਾਂ ਨੂੰ ਗਿਆਨ ਦੇਣ ਦੇ ਲਈ ਉਹ ਬੈਸਟ ਫੈਸਿਲਿਟੀ ਦੇ ਰਹੇ ਨੇ ਆਪਣੇ ਵੱਲੋਂ। ਬਿਲਕੁਲ ਸਹੀ ਹੈ। ਤੇ ਕਬੀਰ ਜੀ ਜੇ ਇਕੱਲੇ ਬ੍ਰਹਮ ਗਿਆਨੀ ਬਣ ਗਏ ਫਿਰ ਤੇ ਚੁੱਪ ਕਰਕੇ ਚੁੱਪੀ ਧਾਰ ਲੈਂਦੇ। ਪਹਿਲੀ ਗੱਲ ਤੇ ਜਿਹਨੂੰ ਵੀ ਗਿਆਨ ਪ੍ਰਾਪਤ ਹੁੰਦਾ ਹੈ ਉਹ ਦਾਦਾ ਹੀ ਨਹੀਂ ਦਾਦਾ, ਕਿਉਂਕਿ ਦੱਸਣ ਤੋਂ ਬਾਅਦ ਰੌਲਾ ਵਾ, ਫਿਰ ਜ਼ੋਰ ਬੜਾ ਲੱਗਣਾ ਨਿੱਜਾ ਸਾਹਿਬ। ਬਿਲਕੁਲ। ਔਰ ਉਸ ਤੋਂ ਬਾਅਦ ਤੁਹਾਨੂੰ ਸ਼ਾਇਦ ਉਦੋਂ ਵੀ ਪਤਾ ਹੋਵੇ, ਮਹਾਤਮਾ ਬੁੱਧ ਦੀ ਕਹਾਣੀ ਮੈਨੂੰ ਅਜੇ ਵੀ ਯਾਦ ਹੈ। ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋ ਗਿਆ ਤੇ ਬਾਅਦ ਦੇ ਵਿੱਚ ਚੁੱਪ ਹੋ ਗਏ। ਸਾਧਾਰਨ ਸੰਤ ਜਿਹੜੇ ਚੁੱਪ ਹੋ ਜਾਂਦੇ, ਫਿਰ ਚੁੱਪ ਹੋ ਗਏ। ਫਿਰ ਉਹ ਚਲੋ ਕੋਈ ਸਿਆਣੇ ਆਏ ਜਿਹਨੂੰ ਦੇਵੀ ਦੇਵਤੇ ਕਹਿ ਲਓ, ਉਹ ਕਹਿੰਦੇ ਮਹਾਰਾਜ ਤੁਸੀਂ ਜਾਣਿਆ ਦੱਸੋ ਲੋਕਾਂ ਨੂੰ। ਉਹ ਕਹਿੰਦਾ ਦੱਸਣਾ ਕੀ ਆ, ਜੋ ਮੈਂ ਜਾਣਿਆ ਨਾ ਉਹ ਮੇਰੇ ਤੋਂ ਬਿਨਾਂ ਵੀ ਲੋਕਾਂ ਨੇ ਜਾਣ ਲੈਣਾ, ਜਿਹਨੇ ਜਾਣਨਾ। ਤੇ ਜਿਹਨੇ ਨਹੀਂ ਜਾਣਨਾ ਨਿੱਜਾ ਸਾਹਿਬ ਭਾਵੇਂ ਜਿੰਨਾ ਮਰਜ਼ੀ ਹੀ ਕਥਾ ਕਰ ਲਈਏ ਉਹਨੇ ਓਦਾਂ ਵੀ ਨਹੀਂ ਜਾਣਾ। ਬਿਲਕੁਲ ਸਹੀ ਹੈ। ਅੱਛਾ ਗੱਲ ਤੇ ਦੋਨੋਂ ਹੀ ਸਹੀ ਹੈ ਵੀ ਹੁਣ ਆਪਾਂ ਵੇਖੋ, ਹੁਣ ਤੁਸੀਂ ਸਾਰੇ ਕਥਾ ਸੁਣਨ ਦੇ ਪੈ ਜਾਓ, ਇਸ ਟਾਈਮ ਆਪਾਂ 86 ਸਰੀਰ ਆ, ਤੇ ਇਹਦੇ ਵਿੱਚੋਂ ਜੇ ਕਥਾ ਕਰਦੇ ਆ ਤੇ ਜਿਹਨੇ ਨਹੀਂ ਜਾਣਨਾ ਉਹ ਕਥਾ ਸੁਣ ਕੇ ਵੀ ਨਹੀਂ ਜਾਣਨਾ ਉਹਨੇ। ਤੇ ਉਹ ਕਹਿਣ ਦਾ ਮਤਲਬ ਉਹਨਾਂ ਦਾ, ਤੇ ਜਿਹਨੇ ਜਾਣਨਾ ਹੈ ਉਹਨੇ ਸਾਡੇ ਤੋਂ ਬਿਨਾਂ ਵੀ ਜਾਣ ਲੈਣਾ, ਜੇਕਰ ਕਿਤੇ ਮਨ ਚ ਇੱਛਾ ਹੈ। ਤੇ ਹੁਣ ਇੱਥੇ ਮਹਾਤਮਾ ਬੁੱਧ ਕੋ ਦੇਵਤੇ ਪੁੱਛ ਕੇ ਚਲ ਗਏ, ਫਿਰ ਵਾਪਸ ਆਏ। ਉਹ ਕਹਿੰਦੇ ਮਹਾਰਾਜ ਇਹਨਾਂ ਦੋਨਾਂ ਦੇ ਵਿੱਚ ਇੱਕ ਕੈਟਾਗਰੀ ਏਦਾਂ ਦੀ ਵੀ ਹੈਗੀ ਹੈ ਜਿਹੜੀ ਇੰਤਜ਼ਾਰ ਕਰਦੀ ਆ, ਜਿਹੜੀ ਜਿੰਨਾ ਚਿਰ ਤੱਕ ਕੋਈ ਉਹਨਾਂ ਦਾ ਗੁੱਟ ਨਹੀਂ ਫੜਦਾ ਉਹਨਾਂ ਚਿਰ ਤੱਕ ਨਿੱਜਰ ਸਾਹਿਬ ਛਾਲ ਨਹੀਂ ਮਾਰਨਗੇ। ਹਾਂ ਬਿਲਕੁਲ ਸਹੀ ਗੱਲ। ਕਿਨਾਰੇ ਤੇ ਹਾਂ, ਤੇ ਅਸੀਂ ਵੀ ਕੀ ਕਰ ਰਹੇ ਹਾਂ, ਅਸੀਂ ਕਿਨਾਰੇ ਵਾਲੇ ਨੂੰ ਲੱਭਦੇ ਹਾਂ, ਹੋਰ ਕੀ ਕਰਨੇ ਅਸੀਂ। ਤੋ ਇੱਥੇ ਮਤਲਬ ਇਹ ਆ ਕਿ ਜਿਨ੍ਹਾਂ ਨੇ ਇਹ ਜਾਣਨ ਦੀ ਇੱਛਾ ਹੈਗੀ, ਜਿਨ੍ਹਾਂ ਦੇ ਅੰਦਰ ਉਹ ਜੇ ਜਾਣਨਾ ਚਾਹੁੰਦੇ ਆ, ਅਸੀਂ ਤੇ ਕੇਵਲ ਉਹਨਾਂ ਦੇ ਲਈ ਰੌਲਾ ਪਾ ਰਹੇ ਹਾਂ ਬਸ, ਜਿਹੜੇ ਕਿਨਾਰੇ ਤੇ ਬੈਠੇ ਆ। ਤੇ ਜਿਹੜੇ ਗਿਆਨੀ ਨੇ ਉਹਨਾਂ ਤੇ ਸਾਡੇ ਤੋਂ ਬਿਨਾਂ ਵੀ ਜਾਣ ਲੈਣਾ, ਔਰ ਜਿੰਨਾ ਨਹੀਂ ਜਾਣਨਾ ਭਾਵੇਂ ਅਸੀਂ ਜਿੰਨਾ ਮਰਜ਼ੀ ਬੋਲੀਏ ਉਹਨਾਂ ਨਹੀਂ ਜਾਣਨਾ। ਬਹੁਤ ਵਧੀਆ ਜੀ। ਇਹ ਤੇ ਬੜੀ ਸਿੰਪਲ ਦੀ ਗੱਲ ਆ, ਤੇ ਇਹ ਸਿੰਪਲ ਹੀ ਆ। ਇਹ ਕਹਾਣੀ ਜਿੱਥੇ ਮਰਜ਼ੀ ਲੈ ਕੇ ਚੱਲ ਜਾਓ, ਇਹ ਕਹਾਣੀ ਸਾਰਿਆਂ ਦੇ ਲਈ ਹੈਗੀ। ਤੇ ਹਾਂਜੀ ਠੀਕ ਹੈ ਸਾਧ ਸੰਗਤ ਜੀ, ਅੱਗੇ ਚਲੀ ਨਜ਼ਰ ਸਾਹਿਬ। ਮੁੰਡਿਆ ਮੁੰਡਿਆ ਹੋਏ ਏਕ, ਕਹਿੰਦੇ ਇਹ ਜਿਹੜੇ ਜਿੰਨੇ ਵੀ ਸਤਸੰਗੀ ਹੈਗੇ ਆ ਇਹਨਾਂ ਦੀ ਰਾਏ ਇੱਕੋ ਹੀ ਹੈ, ਕਦੀ ਲੜਦੇ ਲੁੜਦੇ ਹੈ ਨਹੀਂ ਗੇ, ਇੱਕ ਹੋ ਕੇ ਰਹਿੰਦੇ, ਇੱਕੋ ਹੀ ਗੱਲ ਆ। ਜਿਹੜਾ ਵੀ ਜੋ ਵੀ ਗੱਲ ਕਰਦਾ ਸੇਮ ਗੱਲ ਕਰਦੇ ਆ। ਕਹਿੰਦੇ ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੂਡਤ ਕੀ ਟੇਕ। ਕਹਿੰਦੇ ਹੁਣ ਕਬੀਰ ਜੀ ਜਿਹੜੇ ਆ ਗਿਆਨ ਦੇ ਰਹੇ ਭਾਈ, ਕਹਿੰਦੇ ਜਿਨ੍ਹਾਂ ਨੂੰ ਤੂੰ ਕਹਿ ਰਹੀ ਹੈ ਮੁੰਡੇ ਜਿਹੜੇ ਹੈਗੇ, ਇਹ ਜਿਹੜੇ ਹੈਗੇ ਕਹਿੰਦੇ ਇਹ ਤਾਂ ਡੁੱਬਣ ਵਾਲਿਆਂ ਨੂੰ ਬਚਾਉਣ ਵਾਲੇ ਆ।
ਇਹ ਤਾਂ ਡੁੱਬਣ ਵਾਲਿਆਂ ਨੂੰ ਆਸਰਾ ਦੇਣ ਵਾਲੇ ਆ। ਸੰਸਾਰ ਸਮੁੰਦਰ ਦੇ ਵਿੱਚ, ਮਾਇਆ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਜਿਹੜੇ ਡੁੱਬ ਰਹੇ ਆ ਉਹਨਾਂ ਨੂੰ ਸਪੋਰਟ ਦੇਣ ਵਾਲੇ ਆ ਭਾਈ। ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੂਡਤ ਕੀ ਟੇਕ, ਸੁਨੰਦੀ ਲੋਈ ਬੇਪੀਰ, ਇਨ ਮੁੰਡੀਆਂ ਭੱਜ ਸਰਣ ਕਬੀਰ। ਕਬੀਰ ਜੀ ਕਹਿੰਦੇ ਆ, ਹੇ ਲੋਕੋ, ਲੋਈ ਮਤਲਬ ਲੋਕੋ, ਕਹਿੰਦੇ ਹਨੇਰੇ ਦੇ ਵਿੱਚ ਹੈਗੇ ਹੋ, ਅਗਿਆਨਤਾ ਦੇ ਵਿੱਚ ਹੈਗੇ ਲੋਕੋ, ਤੁਸੀਂ ਸੁਣੋ, ਤੁਹਾਨੂੰ ਪ੍ਰਤੀਤ ਨਹੀਂ ਹੈਗੀ ਇਸ ਗੱਲ 'ਤੇ, ਤੁਹਾਨੂੰ ਪ੍ਰਤੀਤ ਨਹੀਂ ਹੈਗੀ। ਇਹ ਜਿਹੜੇ ਸਤਸੰਗੀ ਹੈਗੇ, ਇਹ ਜਿਹੜੀ ਸਾਧ ਸੰਗਤ ਹੈਗੀ, ਇਹਨਾਂ ਦੀ ਸ਼ਰਨ ਦੇ ਵਿੱਚ ਪੈ ਜਾਓ, ਇਹਦੇ ਨਾਲ ਹੀ ਜਿਹੜਾ ਉਦਾਰ ਹੋਣਾ ਹੈ। ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੂਡਤ ਕੀ ਟੇਕ, ਸੁਨੰਦੀ ਲੋਈ ਬੇਪੀਰ, ਇਨ ਮੁੰਡੀਆਂ ਭੱਜ ਸਰਣ ਕਬੀਰ। ਹਾਂਜੀ ਵੀਰ ਜੀ। ਹਾਂਜੀ ਨੇਜਾ ਸਾਹਿਬ, ਇਹ ਜਿਹੜੀ ਤੋਕਿਆ ਫਿਰ ਬੋਲੋ ਜਨੀ, ਇਹ ਮੁੰਡਿਆ ਮੁੰਡਿਆ ਹੋਏ ਏਕ, ਇਹ ਮੁੰਡਿਆ ਬੂਡਤ ਕੀ ਟੇਕ। ਕਹਿੰਦੇ ਇਹਨਾਂ ਦੀ ਇੱਕੋ ਹੀ ਰਾਏ ਹੈ ਸਾਰੇ ਸਤਸੰਗੀਆਂ ਦੀ। ਔਰ ਇਹ ਜਿਹੜੇ ਹੈਗੇ, ਜਿਹੜੇ ਡੁੱਬ ਰਹੇ ਆ ਸੰਸਾਰ ਸਮੁੰਦਰ ਦੇ ਵਿੱਚ, ਉਹਨਾਂ ਨੂੰ ਕੱਢਣ ਵਾਲੇ ਹੈਗੇ ਆ। ਸੁਨੰਦੀ ਲੋਈ ਬੇਪੀਰ, ਕਹਿੰਦੇ ਲੁਕਾਈ, ਲੋਈ ਮਤਲਬ ਲੁਕਾਈ, ਕਹਿੰਦੇ ਹਨੇਰੇ ਦੇ ਵਿੱਚ ਹੈਗੇ ਹੋ, ਅਗਿਆਨਤਾ ਦੇ ਵਿੱਚ ਤੁਸੀਂ ਜਿਹੜੀ ਲੁਕਾਈ, ਜਿਹੜੀ ਅਗਿਆਨਤਾ ਦੇ ਵਿੱਚ ਆ, ਕਹਿੰਦੇ ਆ ਗਿਆਨ ਲੈ ਲਓ, ਤੁਹਾਨੂੰ ਪ੍ਰਤੀਤ ਨਹੀਂ ਹੈ। ਬੇਪੀਰ, ਤੁਸੀਂ, ਤੁਹਾਡਾ ਕੋਈ ਪੀਰ ਨਹੀਂ ਹੈ, ਤੁਹਾਡੇ ਕੋਲ ਕੋਈ ਗਿਆਨ ਨਹੀਂ ਹੈਗਾ। ਸੁਣਿਆਂਦੀ ਅੰਧਲੀ ਲੋਈ ਬੇਪੀਰ, ਇਨ੍ਹਾਂ ਮੁੰਡੀਆਂ ਭੱਜ ਸਰਣ ਕਬੀਰ। ਕਹਿੰਦੇ ਇਹਨਾਂ ਸਾਧ ਸੰਗਤ ਦੇ ਵਿੱਚ, ਸਤਸੰਗੀਆਂ ਦੇ ਵਿੱਚ, ਇਹਨਾਂ ਸਾਧੂਆਂ ਦੀ ਸ਼ਰਨ ਦੇ ਵਿੱਚ ਪੈ ਜਾ, ਸੰਸਾਰ ਸਮੁੰਦਰ ਤੋਂ ਨਿਕਲ ਜਾਓਗੇ ਤੁਸੀਂ ਵੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਸਧਾਰਨ ਬੁੱਧੀ ਦੀ ਗੱਲ ਕਰਦੇ ਆ। ਉਹ ਕਹਿੰਦੇ ਆ ਕਿ ਸੰਗਤ ਕਰੋ ਤੇ ਵਿਵੇਕ ਪ੍ਰਾਪਤ ਕਰੋ। ਵਿਵੇਕ ਬੁੱਧੀ ਤੁਹਾਡੇ ਅੰਦਰ ਪ੍ਰਗਟ ਹੋਊਗੀ, ਨਹੀਂ ਵੀ ਪ੍ਰਗਟ ਇਹਦਾ ਤੁਹਾਨੂੰ ਰਸਤਾ ਮਿਲ ਜੂ। ਠੀਕ ਹੈ। ਦੇਖੋ, ਜਦ ਤੱਕ ਬੰਦਾ ਅੰਨਾ, ਜਿਹਦੇ ਕੋਲ ਗਿਆਨ ਰੂਪੀ ਅੱਖਾਂ ਨਹੀਂ ਹੈਗੀਆਂ, ਉਹ ਕੀ ਕਰੂਗਾ ਦੱਸੋ? ਦੇਖੋ, 3 ਮਾਰਗ ਨੇ, ਆਪ ਜੀ ਨੂੰ ਪਤਾ ਹੈ ਨਾ, ਗਿਆਨ ਮਾਰਗ, ਭਗਤੀ ਮਾਰਗ ਤੇ ਕਰਮ ਮਾਰਗ। ਠੀਕ ਹੈ ਜੀ। ਹੁਣ ਕਰਮ ਮਾਰਗ ਆ, ਜ਼ਿਆਦਾਤਰ ਲੋਕ ਕੀ ਕਰਦੇ, ਕਰਮ ਮਾਰਗ ਨੂੰ ਅਖਤਿਆਰ ਕਰ ਲੈਂਦੇ ਨੇ। ਹੁਣ ਕ੍ਰਿਸਚਨ ਲੋਕ ਕੀ ਕਰਦੇ ਆ, ਇਹ ਵੀ ਕਰਮ ਮਾਰਗ ਹੀ ਆ। ਵੇਖੋ, ਇਹਨਾਂ ਨੂੰ ਪਤਾ ਲੱਗ ਜਾਏ ਕਿਤੇ ਚੈਰਿਟੀ ਕਰਨੀ ਆ, ਕੋਈ ਜੰਗਲ ਜੁੰਗਲ ਜਾ ਕੇ ਸਕੂਲ ਬਣਾਉਣਾ ਹੈ। ਸਾਊਥ ਅਫਰੀਕਾ ਦੇ ਵਿੱਚ ਇੱਕ ਸਮਾਂ ਸੀ ਜਦੋਂ ਕਹਿੰਦੇ ਕਿ ਰਸਤਾ ਕੋਈ ਨਹੀਂ ਹੁੰਦਾ ਸੀ, ਕਿ ਜਿਹੜੇ ਈਸਾਈ ਮਿਸ਼ਨਰੀ ਸੀ ਉੱਥੇ ਪਹੁੰਚ ਜਾਂਦੇ ਸੀ ਤੇ ਉੱਥੇ ਸਕੂਲ ਬਣਾਉਂਦੇ ਸੀ ਜਾਂ ਪਿੰਡ ਬਣਾਉਂਦੇ ਸੀ ਜਾਂ ਥੋੜੀ ਬਹੁਤੀ ਫੈਸਿਲਿਟੀ ਦੇ ਆਉਂਦੇ ਸੀ। ਅੱਜ ਦੀ ਡੇਟ 'ਚ ਆਪਣੇ ਪੰਜਾਬ 'ਚ ਜਿੰਨਾ ਧਰਮ ਪਰਿਵਰਤਨ ਕਰ ਰਹੇ ਨੇ, ਇਹ ਕੀ ਕਰ ਰਹੇ ਨੇ, ਬਾਹਰੋਂ ਪੈਸਾ ਭੇਜਦੇ ਨੇ ਕ੍ਰਿਸਚਨ ਲੋਕ, ਕਿਉਂਕਿ ਇਹਨਾਂ ਨੂੰ ਇਹੋ ਸਿਖਾਇਆ ਜਾਂਦਾ ਵਾ ਕਿ ਤੁਸੀਂ ਕਰਮ ਕਰਨਾ, ਚੰਗਾ ਕਰਮ ਕਰਨਾ, ਦਾਨ ਕਰੋ। ਉਹ ਚੈਰਿਟੀ ਕਰਦੇ ਨੇ। ਸਾਡੇ ਵਾਂਗੂ ਨਹੀਂ, ਆਪਾਂ ਤਾਂ ਗੁਰਦੁਆਰੇ ਬਣਾਉਂਦੇ ਨਾ, ਇਹ ਨਹੀਂ, ਗੁਰਦੁਆਰੇ ਨਹੀਂ ਬਣਾਉਂਦੇ ਜ਼ਿਆਦਾ। ਇਹ ਜ਼ਿਆਦਾਤਰ ਸਕੂਲ ਬਣਾਉਣਗੇ, ਹੌਸਪੀਟਲ ਐਰਾ ਵਗੈਰਾ, ਜਾਂ ਬੱਚਿਆਂ ਦੀਆਂ ਫੀਸਾਂ, ਜਾਂ ਬੱਚਿਆਂ ਦੀਆਂ ਡਰੈਸਾਂ, ਜਾਂ ਮਤਲਬ ਏਦਾਂ ਦੀ ਚੈਰਿਟੀ ਕਰਦੇ ਨੇ। ਸਾਹਿਬ ਸਹੀ ਹੈ ਨਾ? ਆਪਣੇ ਤੋਂ ਵਧੀਆ ਹੈ, ਪਰ ਮੈਂ ਤਾਂ ਕਹਿੰਦਾ ਹਾਂ, ਪਰ ਸਾਡੇ ਤੋਂ ਜ਼ਿਆਦਾ ਵਧੀਆ, ਕਿਉਂਕਿ ਉਹ ਚੈਰਿਟੀ ਉੱਥੇ ਕਰਦੇ ਨੇ ਜਿੱਥੇ ਲੋੜ ਹੈ। ਮੈਂ ਆਪ ਜੀ ਨੂੰ ਸ਼ਾਇਦ ਪਹਿਲਾਂ ਵੀ ਇੱਕ ਕਥਾ ਤੇ ਵਿਚਾਰ ਕੀਤੀ ਸੀ। ਮੇਰਾ ਮਿੱਕੀ ਜੈਸਨ ਮੇਰਾ ਦੋਸਤ, ਮੇਰੇ ਨਾਲ ਟਾਵਰ ਆਪਰੇਟਰ, ਮੈਂ ਮਿਲਿਆ, ਮੈਂ ਤੁਹਾਡੀ ਤੇ ਛਾਤੀ ਤੇ ਬੜਾ ਵੱਡਾ ਕੱਟ ਲੱਗਾ। ਕਹਿੰਦਾ ਸਿੰਘ ਪਤਾ ਨਹੀਂ 30, 35, 40 ਹਜ਼ਾਰ ਡਾਲਰ ਦਾ ਮੇਰਾ ਆਪਰੇਸ਼ਨ ਹੋਇਆ, 50 ਹਜ਼ਾਰ ਡਾਲਰ ਦਾ। ਤੇ ਕਹਿੰਦਾ ਮੈਂ ਥੋੜਾ ਜਿਹਾ, ਮੇਰਾ ਉਦੋਂ ਕੰਮ ਕੁਮ ਨਹੀਂ ਸੀ, ਮਾਰਕੀਟ ਬਹੁਤ ਡਾਊਨ ਸੀ, ਤੇ ਕਹਿੰਦਾ ਮੈਨੂੰ ਪਤਾ ਨਹੀਂ ਲੱਗਾ ਕੌਣ ਮੇਰਾ ਬਿੱਲ ਉਤਾਰ ਗਿਆ। ਮੇਜਰ ਸਾਹਿਬ, ਮੈਂ ਬੜੀ ਕੋਸ਼ਿਸ਼ ਕੀਤੀ, ਮੈਨੂੰ ਦੱਸੋ ਮੇਰਾ ਬਿੱਲ ਕਿੰਨੇ ਉਤਾਰਿਆ? ਉਹ ਕਹਿੰਦੇ ਨਹੀਂ, ਇਹ ਗੁਪਤ ਦਾਨ। ਸਾਧ ਸੰਗਤ ਜੀ, ਆਪਾਂ ਦਾਨ ਕਰ ਦਈਏ ਤੇ ਆਪਾਂ ਰੌਲਾ ਪਾਉਂਦੇ, ਸਾਰੇ ਪਿੰਡ ਨੂੰ ਦੱਸਦੇ ਆ ਕਿ ਉੱਥੇ ਜਾ ਕੇ ਵੀ ਫਲਾਣੇ ਨੂੰ ਮੈਂ ਫਲਾਣੀ ਚੀਜ਼ ਲੈ ਕੇ ਦਿੱਤੀ। ਉਹਨੇ ਦੱਸਿਆ ਹੀ ਨਹੀਂ, 50 ਹਜ਼ਾਰ ਡਾਲਰ ਦੀ ਚੀਜ਼ ਬਣਾ ਦਿੱਤੀ ਅਗਲੇ ਦੀ। ਫਿਰ ਉਹਨੇ ਦੱਸਿਆ, ਫਿਰ ਕਹਿੰਦਾ ਮੈਂ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦਾ, ਇਸ ਆਰਗੇਨਾਈਜੇਸ਼ਨ ਦਾ ਮੈਂ ਵੀ ਹਿੱਸਾ ਬਣਨਾ ਚਾਹੁੰਦਾ, ਕਿਉਂਕਿ ਇੰਨੇ ਚੰਗੇ ਲੋਕ ਜਿਨ੍ਹਾਂ ਮੇਰੀ ਜਾਤ ਪਾਤ ਨਹੀਂ ਪੁੱਛੀ, ਮੇਰਾ ਧਰਮ ਨਹੀਂ ਪੁੱਛਿਆ, ਮੇਰੀ ਮਦਦ ਕੀਤੀ। ਆਪ ਜਸਟ ਦੇਖੋ, ਇਹ ਨਿੱਜਾ ਸਾਹਿਬ ਐਵੇਂ ਨਹੀਂ ਕਹਿ ਰਹੇ ਕ੍ਰਿਸਚਨ ਸਹੀ ਨੇ, ਉਹਨਾਂ ਦਾ ਸਿਸਟਮ ਬੜਾ ਵਧੀਆ। ਉਹ ਚਾਹੁੰਦੇ ਨੇ ਚੰਗਿਆਈ ਫੈਲਾਈ ਜਾਵੇ, ਪਰ ਪ੍ਰੋਬਲਮ ਇਹ ਹੁੰਦੀ ਆ, ਚੰਗਿਆਈ ਦੇ ਵਿੱਚ 2 ਚੀਜ਼ਾਂ ਫਿਰ ਮਿਸ ਹੋ ਜਾਂਦੀਆਂ ਨੇ, ਇੱਕ ਗਿਆਨ ਤੇ ਇੱਕ ਭਗਤੀ।
ਕਿਉਂਕਿ ਜਿਹੜਾ ਭਗਤੀ ਮਾਰਗ ਹੈ ਨਾ, ਦੇਖੋ ਭਗਤੀ ਤੋਂ ਬਿਨਾਂ ਤੁਹਾਡੇ ਅੰਦਰ ਗਿਆਨ ਨਹੀਂ ਪੈਦਾ ਹੋਣਾ, ਤੇ ਜਦ ਤੱਕ ਤੁਹਾਡੇ ਕੋਲ ਗਿਆਨ ਨਹੀਂ ਹੈਗਾ ਤੁਸੀਂ ਕਰਮ ਸਹੀ ਕਿੱਦਾਂ ਕਰੋਗੇ। ਕਰਮ ਦਾ ਮਤਲਬ ਇਹੋ ਹੀ ਆ ਕਿ ਜੇਕਰ ਤੁਹਾਡੇ ਕੋਲ ਅੱਖਾਂ ਹੀ ਨਹੀਂ ਹੈਗੀਆਂ ਗਿਆਨ ਦੀਆਂ, ਹੁਣ ਗਿਆਨ ਰੂਪੀ ਅੱਖਾਂ ਜਿਹੜੀਆਂ ਨਾ ਉਹ ਭਗਤੀ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀਆਂ। ਜੇ ਦੇਖੋ ਆਪ ਰਾਤ ਨੂੰ ਸੌਂਦੇ ਜੋ, ਆਪਾਂ ਕਈ ਵਾਰੀ ਬੜੀ ਵਧੀਆ ਨੀਂਦ ਆਉਂਦੀ ਹੈ, ਗਹਿਰੀ ਨੀਂਦ ਆਉਂਦੀ ਹੈ ਤੁਹਾਨੂੰ, ਤੁਸੀਂ ਸਵੇਰੇ ਉੱਠਦੇ ਜੋ ਬੜੇ ਹੈਰਾਨ ਹੁੰਦੇ ਯਾਰ ਬੜੀ ਵਧੀਆ ਨੀਂਦ ਆਈ, ਮੇਰੇ ਆ ਕੁਛ ਵੀ ਨਹੀਂ ਸੁੱਤੇ, ਓਦਾਂ ਵੀ ਤੇ ਰਾਤ ਨੂੰ ਸੌਂਦੇ ਜੋ, ਪਰ ਅੱਜ ਮੈਂ ਨਾ ਹੁਣੇ ਸੁੱਤਾ ਸਾਂ, ਸਾਰੀ ਰਾਤ ਲੰਘ ਗਈ, ਬੜੀ ਵਧੀਆ ਨੀਂਦ ਆਈ, ਮੇਰੇ ਆ ਕੀ, ਮੇਰੇ ਆ ਕੁਛ ਨਹੀਂ, ਬਸ ਨੀਂਦ ਬਹੁਤ ਆਈ ਵਧੀਆ। ਜਦੋਂ ਸੁਖਾਪਤੀ ਨੀਂਦ ਸਾਨੂੰ ਮਿਲਦੀ ਆ, ਗਹਿਰੀ ਨੀਂਦ ਚੋਂ ਅਸੀਂ ਉੱਠਦੇ ਆ ਤੇ ਸਾਨੂੰ ਆਨੰਦ ਮਿਲਦਾ ਹੈ। ਆਨੰਦ ਦਾ ਮਤਲਬ ਕਿਉਂਕਿ ਆਤਮਾ ਦੇ ਵਿੱਚੋਂ ਹੀ ਬਾਹਰ ਆਉਣੇ ਆ, ਕਿਉਂਕਿ ਸੁਖਾਪਤੀ ਅਵਸਥਾ ਹੈ ਉਹ, ਉਸ ਤੋਂ ਅੱਗੇ ਤੁਰੀਆ ਅਵਸਥਾ ਸੀ, ਪਰ ਤੁਰੀਆ ਚ ਤੇ ਅਸੀਂ ਜਾ ਨਹੀਂ ਪਾਉਂਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ। ਹੁਣ ਆਪਾਂ ਭਗਤੀ ਕਰਕੇ ਤੁਰੀਆ ਚ ਜਾ ਰਹੇ ਹਾਂ, ਮਤਲਬ ਜਾਗਰਤ, ਸਪਨ ਤੇ ਸੁਖਾਪਤ ਤਿੰਨਾਂ ਅਵਸਥਾ ਤੋਂ ਅੱਗੇ ਲੰਘ ਕੇ ਤੁਰੀਆ ਦੇ ਵਿੱਚ ਆਪਣੀ ਚੇਤਨਾ ਨੂੰ ਲੈ ਜਾਣਾ, ਉੱਥੇ ਜਾ ਕੇ ਵੇਖਣਾ, ਕਿਹਨੂੰ ਵੇਖਣਾ, ਆਤਮਾ ਨੂੰ। ਕੱਲ ਵੀ ਕਿਹਾ ਨਾ, ਕੱਲ ਬਾਣੀ ਚੱਲੀ ਸੀ, ਇਹ ਅੰਦਰ ਕੌਣ ਆ, ਇਹ ਬੋਲਦਾ ਕੌਣ ਆ, ਆਲੇ ਦੁਆਲੇ ਕੌਣ ਆ, ਉੱਪਰ ਕੌਣ ਆ, ਥੱਲੇ ਕੌਣ ਆ, ਇਹ ਧਰਤੀ ਤੇ ਕੌਣ ਆ, ਪਤਾਲ ਚ ਕੌਣ ਆ, ਸੱਜੇ ਖੱਬੇ ਚਾਰਾਂ ਦਿਸ਼ਾ ਦੇ ਚ ਕੌਣ ਆ, ਆਤਮਾ, ਪਰਮ ਤੱਤ। ਉਸ ਪਰਮ ਤੱਤ ਨੂੰ ਜਾਣਨ ਦਾ ਇੱਕੋ ਤਰੀਕਾ ਹੈ, ਤੁਸੀਂ ਆਪਣੇ ਵਿਚਾਰਾਂ ਨੂੰ ਬੰਦ ਕਰ। ਹੁਣ ਸੰਗਤ ਦੇ ਵਿੱਚ ਇੱਕ ਚੀਜ਼ ਸਿਖਾਈ ਜਾਂਦੀ ਹੈ, ਉਹ ਕੇਵਲ ਵਿਚਾਰਾਂ ਨੂੰ ਬੰਦ ਕਰਨ ਦੀ ਵਿਧੀ, ਔਰ ਮਨ ਨੂੰ ਕਿਹੜੀਆਂ ਚੀਜ਼ਾਂ ਤੋਂ ਰੋਕਣਾ ਹੈ ਉਹ ਤੁਹਾਨੂੰ ਯੁਕਤੀਆਂ ਦੱਸੀਆਂ ਜਾਂਦੀਆਂ ਨੇ। ਇਹ ਸਾਰੇ ਟੂਲ ਹੈਗੇ ਨੇ। ਟੂਲ ਦਾ ਮਤਲਬ ਪਤਾ ਹੀ ਹੈ ਨਾ ਤੁਹਾਨੂੰ, ਚਾਬੀਆਂ, ਪਾਨੇ, ਥੋੜੇ, ਪਲਾਸ, ਕੀ ਕਰਦੇ ਜੀ ਉਹਦੇ ਨਾਲ, ਪੇਜ ਪੂਜ ਢਿੱਲਾ ਹੋਵੇ 1 ਮਿੰਟ ਚ ਟੈਟ ਕਰੀਦਾ, ਉਦਾਂ ਕਿੱਥਾ ਮੈਂ ਦੱਸੋ ਮੈਨੂੰ ਪੇਜ ਮੈਂ ਟੈਟ ਕਰ ਸਕਦਾ? ਤਾਰ ਨੂੰ ਮਰੋੜਨਾ ਪਲਾਸ ਦੇ ਲਈ ਬਹੁਤ ਆਸਾਨ ਹੈ। ਇਸੇ ਹੀ ਤਰ੍ਹਾਂ ਇਹ ਜਿਹੜੀ ਕਥਾ ਦੇ ਵਿੱਚ ਤੁਹਾਨੂੰ ਗਿਆਨ ਦਿੱਤਾ ਜਾਂਦਾ ਹੈ, ਸਾਰੇ ਟੂਲ ਨੇ, ਪੇਚਕਸ, ਹਥੌੜੇ, ਚਾਬੀਆਂ, ਇਹਦੇ ਨਾਲ ਕੰਮ ਕਰਨਾ ਵਾ। ਹੁਣ ਕਈ ਵਾਰੀ ਬੜੀਆਂ ਬੜੀਆਂ ਵਧੀਆ ਕੰਮ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਜਾਂਦੀਆਂ, ਜੇ ਤੁਸੀਂ ਨਹੀਂ ਵੀ ਯਾਦ ਰੱਖਦੇ ਪੇਪਰ ਤੇ ਲਿਖੋ, ਉਹਨੂੰ ਜ਼ਿੰਦਗੀ ਚ ਲੈ ਕੇ ਆਓ। ਤੇ ਜਿੱਦਾਂ ਚਾਬੀ ਦੇ ਨਾਲ ਜਿਹੜਾ ਕੰਮ ਕਰ ਲਈਏ, ਹੁਣ ਇੱਕ ਕਿੱਲ ਠੋਕਣਾ ਹੈ, ਤੁਸੀਂ ਹੱਥ ਨਾਲ ਠੋਕੋਗੇ, ਲੱਕੜ ਨਾਲ ਠੋਕੋਗੇ, ਥੋੜਾ ਮਾਰੋ 1 ਮਿੰਟ ਹੀ ਠੋਕ ਜਾਂਦਾ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਨਾਲੇ ਗੋਰਖੀ ਸਾਹਿਬ ਇੱਕ ਚੀਜ਼ ਮੈਂ ਹੋਰ ਜਿਹੜੀ ਹੈਗੀ, ਮਤਲਬ ਕਿੰਨੇ ਆਪਾਂ ਭਾਗਾਂ ਵਾਲੇ ਹੈਗੇ ਆ ਕਿ ਇਹ ਜਿਹੜੀ ਹੈਗੀ ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਹ ਜਿਹੜੇ ਹੈਗੇ ਤਿੰਨੋਂ ਮਾਰਗ ਨਾਲ ਲੈ ਕੇ ਚੱਲ ਰਿਹਾ ਆ। ਇਹ ਗਿਆਨ ਵੀ ਲੈ ਕੇ ਚੱਲ ਰਿਹਾ ਆ, ਔਰ ਗਿਆਨ ਦੇ ਨਾਲ ਜਿਹੜਾ ਹੈਗਾ ਨਾਲ ਜਿਹੜਾ ਹੈਗਾ ਇਹ ਭਗਤੀ, ਪ੍ਰੇਮਾ ਭਗਤੀ ਵੀ ਨਾਲ ਲੈ ਕੇ ਚੱਲ ਰਿਹਾ, ਔਰ ਨਾਲ ਜਿਹੜਾ ਕਰਮ ਵੀ ਲੈ ਕੇ ਚੱਲ ਰਿਹਾ। ਤਿੰਨੋਂ ਕੰਮ ਇੱਕੋ ਟਾਈਮ ਕਹਿੰਦੇ ਨਾਲ ਜਾਣਾ ਪੈਣਾ ਭਾਈ, ਨਹੀਂ ਤਾਂ ਇਕੱਲੇ ਗਿਆਨ ਦੇ ਨਾਲ ਜਿਹੜਾ ਹੈਗਾ ਤਾਂ ਵੀ ਜਿਹੜਾ ਹੈਗਾ ਗਲਤ ਚਲੇ ਜਾ। ਇਕੱਲਾ ਗਿਆਨ ਨਾਲ ਕੀ ਕਰਨਾ ਆਪਾਂ ਨੇ, ਜਦ ਤੱਕ ਉਹਦੇ ਨਾਲ ਭਗਤੀ ਨਹੀਂ ਕੀਤੀ ਤੇ ਉਹਨੂੰ ਯੂਜ਼ ਨਹੀਂ ਕੀਤਾ ਗਿਆਨ ਨੂੰ, ਤੇ ਜੇ ਗਿਆਨ ਹੀ ਨਹੀਂ ਹੈਗਾ ਤੇ ਇਕੱਲੀ ਭਗਤੀ ਹੈ, ਖਾਲੀ ਸ਼ਰਧਾ ਹੈਗੀ ਆ, ਉਹ ਅੰਨੀ ਸ਼ਰਧਾ ਹੈ, ਉਹ ਕੀ ਪਤਾ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੀ ਹੈ ਤੁਹਾਨੂੰ। ਤੇ ਜੇ ਦੋਨੋਂ ਹੀ ਨਹੀਂ ਹੈਗੇ, ਕਰਮ ਹੀ ਨਹੀਂ ਕੀਤੇ, ਫਿਰ ਗੱਡੀ ਉੱਥੇ ਦੀ ਉੱਥੇ ਹੀ ਹੈਗੀ, ਜੇ ਆਪਣੇ ਕਰਮ ਹੀ ਸਹੀ ਨਹੀਂ ਹੈ। ਹਾਂਜੀ ਵੀਰ, ਮੰਨ ਲਓ ਤੁਸੀਂ ਮਿਹਨਤ ਕੀਤੀ, ਕਰਮ ਕੀਤਾ, ਕਾਲਜ ਗਏ, ਯੂਨੀਵਰਸਿਟੀ ਗਏ, ਉੱਥੇ ਪੜ੍ਹਾਈ ਕੀਤੀ, ਗਿਆਨ ਪ੍ਰਾਪਤ ਕੀਤਾ, ਡਾਕਟਰ ਬਣ ਗਏ, ਬਾਅਦ ਚ ਤੁਸੀਂ ਡਿਊਟੀ ਨਹੀਂ ਕੀਤੀ, ਹਾਂ, ਤੇ ਫਿਰ ਉਹਦੀ ਕੀ ਵੈਲਿਊ ਆ? ਉਹਦੀ ਵੀ ਨਹੀਂ ਵੈਲਿਊ ਹੈਗੀ। ਤੋ ਕਹਿਣ ਤੋਂ ਭਾਵ ਆਪਾਂ ਇੱਥੇ ਗੱਲ ਨੂੰ ਕਰਦੇ ਹਾਂ, ਸਮੇਟਦੇ ਹਾਂ ਕਿ ਗਿਆਨ ਮਾਰਗ, ਭਗਤੀ ਮਾਰਗ ਤੇ ਕਰਮ ਮਾਰਗ ਇਕੱਠੇ ਚੱਲਦੇ ਨੇ। ਬਿਲਕੁਲ। ਹੁਣ ਬਾਣੀ ਚ ਇੱਕ ਤੁਕ ਆਉਂਦੀ ਨਾ ਕਿ ਸੱਚ ਸੱਚੇ ਉਰੇ ਸਭ ਕੁਝ, ਉੱਪਰ ਸੱਚ ਆਚਾਰ, ਸਭ ਤੋਂ ਉੱਪਰ ਸੱਚ ਆਚਾਰ ਹੈ। ਫਿਰ ਅਗਲੇ ਬੰਨੇ ਤੁਕ ਚ ਫੇਰ ਕਹਿੰਦੇ ਬਿਨ ਨਾਮੇ ਕੈਸੇ ਆਚਾਰ, ਨਾਮ ਬਿਨਾ ਕੈਸੇ ਆਚਾਰ। ਕਹਿੰਦੇ ਤੁਸੀਂ ਨਾਮ ਤੇ ਜਪਦੇ ਜੋ, ਪਰ ਜਿੰਨਾ ਚਿਰ ਤੁਸੀਂ ਨਾਮ ਨਾ ਜਪਿਆ ਉਹਨਾਂ ਚਿਰ ਤੁਹਾਡੇ ਜ਼ਿੰਦਗੀ ਚ ਕਰਮ ਮਾਰਗ ਠੀਕ ਨਹੀਂ ਹੋਣਾ। ਆਚਾਰ ਦਾ ਮਤਲਬ ਕੀ ਆ? ਤੁਹਾਡਾ ਖਲੋਣਾ, ਪੀਣਾ, ਬੋਲਣਾ, ਤੁਹਾਡੀ ਗੱਲ ਕਰਨ ਦਾ ਤਰੀਕਾ, ਨਿੱਜਰ ਸਾਹਿਬ, ਇਹ ਸਭ ਆਚਾਰਾਂ ਚ ਆਉਂਦਾ ਵਾ। ਬਿਲਕੁਲ। ਆਪਣੇ ਅੰਦਰ ਜਿਹੜੇ ਗੁਣ ਨਹੀਂ ਆਉਣੇ ਭਾਈ, ਗੁਣ ਨਹੀਂ ਆਉਣੇ ਤੇ ਆਪਣੇ ਅੰਦਰ ਕਾਲਕ ਜਾਣੀ ਨਹੀਂ, ਕਾਲਕ ਨਹੀਂ ਜਾਣੀ ਤੇ ਖੋਟੇ ਸਿੱਖੇ ਆ ਆਪਾਂ, ਫਿਰ ਉਹ ਰਲਾਉਣਾ ਨਹੀਂ ਮਾਲਕ ਨੇ ਆਪਣੇ ਵਿੱਚ। ਹਾਂਜੀ ਵੀਰ ਜੀ। ਹਾਂ ਦੇਖੋ, ਹੁਣ ਇੱਕ ਚੀਜ਼ ਨੂੰ ਆਪ ਦੇਖੋ, ਹੁਣ ਕਈ ਵਾਰੀ ਹੁਣ ਮੈਨੂੰ ਪਤਾ ਹੈ ਕਿ ਮੇਰਾ ਖੂਨ ਸੰਘਣਾ ਤੇ ਮੈਨੂੰ ਉੱਥੇ ਸਮੋਸੇ ਖਾਣ ਲੱਗਿਆ, ਕੋਈ ਏਦਾਂ ਦੀ ਤਲੀਆਂ ਚੀਜ਼ਾਂ, ਕੋਈ ਭਟੂਰੇ ਕਹ ਲਓ, ਕੁਛ ਹੋਰ ਬਾਜ਼ਾਰ ਦਾ ਅਗੜਮ ਬਗੜਮ, ਜੇਕਰ ਮੈਂ ਖਾਣ ਜਾਂਦਾ ਹੈ ਤੇ ਮੇਰੀ ਬੁੱਧੀ ਮੈਨੂੰ ਕਹਿੰਦੀ ਕਿ ਨਹੀਂ ਚਰਨਜੀਤ, ਨਹੀਂ ਇਹ ਚੀਜ਼ ਚੰਗੀ ਨਹੀਂ ਹੈ,
ठीक है। ਤੇ ਮੈਂ ਕੀ ਕਰਦਾ, ਮੈਂ ਨਹੀਂ ਖਾਂਦਾ ਕਿਉਂਕਿ ਮੈਨੂੰ ਕਨਵਿੰਸ ਕਰ ਦਿੰਦੀ ਆ, ਕਿਉਂਕਿ 15-20 ਦਿਨ ਤੋਂ ਪਹਿਲਾਂ ਟੈਸਟ ਕਰਾ ਕੇ ਆਇਆ ਸੀ, ਤੇਰਾ ਫਲਾਣਾ ਤੇਰਾ ਕੋਲੇਸਟ੍ਰੋਲ ਵਧਿਆ। ਠੀਕ ਹੈ ਜੀ ਸਾਹਿਬ, ਬਿਲਕੁਲ। ਤੇ ਆਪਾਂ ਕੀ ਕਰਦੇ ਹਾਂ, ਤਿਆਗ ਕਰ ਦਿੰਦੇ ਆ ਨਾ, ਦਿਲ ਕਰਦਾ ਪਰ ਨਹੀਂ ਖਾਂਦੇ। ਹੁਣ ਸੰਜਮ ਦਾ ਮਤਲਬ ਕੀ ਆ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਔਗਣ ਆ ਚੁੱਕੇ ਨੇ ਜਾਂ ਆਉਂਦੇ ਨੇ, ਉੱਥੇ ਸੰਜਮ ਕਰਨਾ ਹੈ। ਕਿਉਂਕਿ ਮਨ ਤੇ ਉੱਡਦਾ ਹੈ, ਮਨ ਆਪ ਵੀ ਉੱਡਦਾ, ਨਾਲ ਇੰਦਰੀਆਂ ਨੂੰ ਉਡਾਈ ਫਿਰਦਾ। ਹੁਣ ਵੇਖੋ ਡੂਮਣੇ ਦੀ ਮੱਖੀਆਂ ਹੁੰਦੀਆਂ ਨਾ, ਉਹਦੇ ਵਿੱਚ ਸਭ ਤੋਂ ਵੱਡੀ ਮੱਖੀ ਹੁੰਦੀ ਰਾਣੀ ਮੱਖੀ। ਉਹਦੀ ਥੋੜਾ ਜਿਹੀ ਨਾ ਉਹਦੀ ਪੂਛ ਵੀ ਲੰਮੀ ਹੁੰਦੀ, ਵੇਖਣ ਚ ਵੀ ਪਤਾ ਲੱਗਦਾ ਕਿ ਰਾਣੀ ਮੱਖੀ ਹੈ। ਜਦੋਂ ਰਾਣੀ ਮੱਖੀ ਬੈਠੀ ਹੈ ਤੇ ਸਾਰੀਆਂ ਸ਼ਾਂਤੀ ਨਾਲ ਬਹਿ ਜਾਂਦੀ, ਕਿਉਂਕਿ ਉਹਦੇ ਹੁਕਮ ਦੇ ਵਿੱਚ ਸਾਰੀਆਂ ਮੱਖੀਆਂ ਚੱਲਦੀਆਂ ਜੇ। ਇਸੇ ਹੀ ਤਰ੍ਹਾਂ ਮਨ ਰੂਪੀ ਜਿਹੜੀ ਮੱਖੀ ਆ, ਜਦੋਂ ਇਹ ਖੁਦ ਚਿੱਤ 'ਚ ਸ਼ਾਂਤ ਹੋ ਕੇ ਬਹਿ ਜਾਂਦੀ ਹੈ ਨਾ, ਤੇ ਇੰਦਰੀਆਂ ਵੀ ਸ਼ਾਂਤ ਹੋ ਕੇ ਬਹਿ ਜਾਂਦੀਆਂ। ਬਿਲਕੁਲ, ਬਹੁਤ ਵਧੀਆ। ਤੇ ਜੇ ਤੁਹਾਡਾ ਮਨ ਅਸ਼ਾਂਤ ਆ ਤੇ ਜਿੱਦਾਂ ਮੱਖੀਆਂ ਉੱਡੀਆਂ ਫਿਰਦੀਆਂ, ਫਿਰ ਤੁਸੀਂ ਉੱਡੇ ਫਿਰੋ। ਤੁਹਾਡੀਆਂ ਅੱਖਾਂ ਨੇ ਕੀ ਕਰਨਾ, ਬਾਣੀ ਫਿਰ ਐਵੇਂ ਨੀ ਕਹਿੰਦੀ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਹੁਣ ਜਿਹੜਾ ਭੋਗੀ ਆ ਨਾ, ਉਹਨੂੰ ਦਰਬਾਰ ਸਾਹਿਬ ਲੈ ਜਾਓ ਤੇ ਭਾਵੇਂ ਸ਼ਿਵਾਲੇ ਮੰਦਿਰ 'ਚ ਲੈ ਜਾਓ, ਜਿੱਥੇ ਮਰਜੀ ਲੈ ਜਾਓ, ਉਹਨੇ ਭੋਗ ਲੱਭ ਲੈਣਾ। ਬਿਲਕੁਲ, ਕਿਉਂਕਿ ਉਹਦੇ ਅੰਦਰ ਹੈ, ਜੋਗੀ ਦੇ ਅੰਦਰ ਜੋਗੀ ਹੈ ਤੇ ਭੋਗੀ ਦੇ ਅੰਦਰ ਭੋਗੀ ਆ। ਤੇ ਭੋਗੀ ਨੂੰ ਏਦਾਂ ਕਰੋ, ਤੁਸੀਂ ਜਿੱਥੇ ਮਰਜੀ ਲੈ ਕੇ ਜਾਈਏ ਤੇ ਉਹਨੇ ਭੋਗ ਲੱਭਣਾ, ਤੇ ਜੋਗੀ ਨੂੰ ਭਾਵੇਂ ਜਿੱਥੇ ਮਰਜੀ ਲੈ ਜਾਓ, ਉਹਨੂੰ ਜੋਗ ਹੀ ਲੱਭਣਾ। ਉਹ ਜਿਹੜੀ ਜਨਾਨੀ ਜਿਹੜੀ ਭੋਗੀ ਨੂੰ ਦੂਜੇ ਤਰੀਕੇ ਨਾਲ ਬੁਰੀ ਚੰਗੀ ਲੱਗਦੀ ਆ, ਤੇ ਜੋਗੀ ਨੂੰ ਉੱਤੇ ਤਰਸ ਹੋਣਾ ਕਿ ਇਹ ਕਿਹੜੇ ਰਾਹ ਪਈ ਹੈ ਵਿਚਾਰੀ, ਆਪਣੇ ਆਪ ਤੋਂ ਇਹ ਕਿਉਂ ਏਦਾਂ ਦਾ ਕਰਮ ਕਰ ਰਹੀ ਹੈ। ਪਰ ਨਹੀਂ, ਪਰ ਜਿਹੜਾ ਭੋਗੀ ਆ ਉਹਨੂੰ ਨਹੀਂ ਪਤਾ ਲੱਗਦਾ, ਉਹਨੂੰ ਤਰਸ ਵੀ ਨਹੀਂ ਆਉਂਦਾ ਉਹ ਕਿਉਂ ਏਦਾਂ ਕਰਮ ਕਰ ਰਿਹਾ ਨਾ, ਕੋਈ ਬੰਦਾ ਜਾਂ ਔਰਤ। ਆਪਾਂ ਦੀ ਆਪਣੀ ਜਿਹੜੀ ਬਿਰਤੀ ਹੈ ਨਾ, ਬਿਰਤੀ ਬਦਲੇਗੀ, ਉਦੋਂ ਬਦਲੇਗੀ ਜਦੋਂ ਤੁਹਾਡੇ ਅੰਦਰ ਗਿਆਨ ਪ੍ਰਗਟ ਹੋਊਗਾ, ਤਤ ਗਿਆਨ ਪ੍ਰਗਟਾਇਆ। ਦੇਖੋ ਜਿੰਨਾ ਚਿਰ ਤੱਕ ਗਿਆਨ ਨਹੀਂ ਨਾ ਜੇ ਪ੍ਰਗਟ ਹੁੰਦਾ, ਤੁਹਾਡੇ ਕੋਲ ਦੀਪਕ ਹੀ ਨਹੀਂ ਹੈਗਾ। ਨੇਰੇ ਚ ਹੁਣ ਗਿਆਨ ਮਾਰਗ ਜਿਹੜਾ ਹੈਗਾ ਵਾ, ਉਹ ਤੋਂ ਬਿਨਾਂ ਜੀਵਨ ਤੁਹਾਡਾ ਹਨੇਰਾ ਹੈ। ਜਦ ਅੱਖਾਂ ਹੀ ਨਹੀਂ ਹੈਗੀਆਂ, ਮੈਂ ਤੁਰਿਆ ਫਿਰਾਂ ਜਿੱਥੇ ਮਰਜੀ ਤੁਰਿਆ ਫਿਰਾਂ, ਮੈਨੂੰ ਪਤਾ ਹੀ ਕੁਛ ਨਹੀਂ। ਬਸ ਗੋਡੇ ਫੁੱਟਣਗੇ, ਮੱਥਾ ਫੁੱਟੂਗਾ, ਹੋਰ ਤਾਂ ਕੁਛ ਨਹੀਂ ਹੋਣਾ। ਹਾਂ, ਬਾਕੀ ਜਿਵੇਂ ਝੂਠ ਵੀ ਮਾਰ ਸਕਦਾ। ਇੱਕ ਹੋਰ ਬੜਾ ਪੰਗਾ, ਲੋਕਾਂ ਦਾ ਗਿਆਨ ਪੜ੍ਹ ਕੇ ਆਪਾਂ ਬੋਲ ਵੀ ਸਕਦੇ ਅਸੀਂ ਗਿਆਨੀ, ਪਰ ਗਿਆਨੀ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਲੀਡਰ ਬਣ ਜਾਵਾਂਗੇ, ਕੋਈ ਵੱਡੇ ਸੰਤ ਬਣ ਜਾਵਾਂਗੇ। ਗਿਆਨੀ ਦਾ ਮਤਲਬ ਇਹ ਕਿ ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ ਉਹੀ ਤੇ ਗਿਆਨੀ ਆ। ਜਿਹਨੇ ਆਪਣਾ ਰਸਤਾ ਬਦਲ ਲਿਆ, ਹੋਰ ਗਿਆਨੀ ਕੌਣ ਹੈ? ਬਿਲਕੁਲ, ਕੋਈ ਧਾਰਮਿਕ ਬੰਦਾ ਥੋੜੀ ਗਿਆਨੀ ਹੁੰਦਾ ਜਿਹਨੇ ਬਾਹਰੋਂ ਕਾਸਟਿਊਮ ਚੇਂਜ ਕਰ ਲਿਆ। ਗਿਆਨੀ ਦਾ ਮਤਲਬ ਕੌਣ ਹੈ? ਕੌਣ ਹੈ ਗਿਆਨੀ? ਬ੍ਰਹਮ ਗਿਆਨੀ ਕੌਣ ਹੈ? ਜਿਹਨੂੰ ਗਿਆਨ ਹੋ ਗਿਆ, ਜਿਹਨੇ ਔਗਣਾਂ ਦਾ ਤਿਆਗ ਕਰਤਾ, ਉਹ ਬ੍ਰਹਮ ਗਿਆਨੀ ਹੈ। ਬਿਲਕੁਲ, ਬਹੁਤ ਵਧੀਆ। ਜਿਹਨੂੰ ਚੰਗੇ ਤੇ ਬੁਰੇ ਦਾ ਪਤਾ ਲੱਗ ਗਿਆ, ਜਿਹਨੂੰ ਪਤਾ ਲੱਗ ਗਿਆ ਇਹ ਬ੍ਰਹਮ ਹੈ ਤੇ ਮਾਇਆ ਵਾ, ਮਾਇਆ ਛੱਡਤੀ ਆ, ਉਹ ਗਿਆਨੀ ਆ। ਕਬੀਰ ਜੀ ਗਿਆਨੀ ਆ, ਬਾਣੀ ਦੱਸ ਰਹੀ ਉਹਨਾਂ ਦੀ। ਆਪਾਂ ਤਾਂ ਓਦਾਂ ਕਹਿ ਦਿੰਦੇ ਨਾ ਕਿ ਬ੍ਰਹਮ ਗਿਆਨੀ ਨੇ, ਉਹਨਾਂ ਦਾ ਜੀਵਨ ਦੱਸਦਾ ਹੈ। ਘਰ ਦੇ ਰੌਲਾ ਪਾਈ ਜਾਂਦੇ ਆ, ਠੱਡੀਆਂ ਪੈ ਗਈਆਂ, ਕਾਰੋਬਾਰ 'ਚ ਸਾਨੂੰ ਲਾਸ ਹੋ ਰਿਹਾ, ਪਹਿਲਾਂ ਇੰਨੀ ਕਮਾਈ ਆਉਂਦੀ ਸੀ। ਉਲਟਾ ਜਿਹੜੇ ਸੰਤ ਆ ਜਾਂਦੇ ਨੇ ਵਿਹਲੜ, ਉਹਨਾਂ ਨੂੰ ਵੇਖੋ ਰੋਟੀਆਂ ਖਵਾਉਂਦੇ, ਸਾਨੂੰ ਚੌਲ ਪਾਈ ਜਾਂਦੇ ਆ। ਚੌਲ ਕੰਪਲੇਂਟਸ, ਨਾਲੇ ਛੋਲੇ ਪੁੱਜੇ ਹੋਏ ਬਸ। ਹਾਂ, ਸਾਡਾ ਗੁਜ਼ਾਰਾ ਵੀ ਔਖਾ ਕਰਤਾ ਬੰਦੇ ਨੇ। ਔਰ ਇੱਥੇ ਪਤਾ ਨਹੀਂ ਕਿਹੜਾ ਕਹਿੰਦੇ ਕਿ ਕਿਹੜੀ ਫੈਕਟਰੀ ਆ। ਫਿਰ ਕਬੀਰ ਜੀ ਕਹਿੰਦੇ ਕਿ ਜਦ ਤੱਕ ਜੇ ਤੈਨੂੰ ਗਿਆਨ ਹੀ ਨਹੀਂ ਪੈਦਾ ਹੋਇਆ, ਤੈਨੂੰ ਭਗਤੀ ਨਾ ਕਰਨ ਦਾ ਪਤਾ ਲੱਗਾ, ਉਹ ਜੀਵਨ ਦੇ ਵਿੱਚ ਤੂੰ 84 ਦੇ ਵਿੱਚ ਹੀ ਆ ਕੇ ਤੇ 84 ਚ ਹੀ ਮਰ ਗਿਆ। ਤੇ ਤੇਰੇ ਜੀਵਨ ਦੀ ਪ੍ਰਾਪਤੀ ਕੀ ਹੋਈ? ਆਪਾਂ ਆਪਣੇ ਜੀਵਨ ਨੂੰ ਵੇਖੀਆਂ, ਆਪਾਂ ਜੀਵਨ ਚ ਕੀ ਪ੍ਰਾਪਤੀ ਸਮਝਦੇ ਆ, ਪਰ ਆਪਾਂ ਤੇ ਇਹੋ ਹੀ ਸੋਚਦੇ ਆ। ਘਰ-ਬਾਰ ਬਣਾ ਲਿਆ, ਬੱਚਿਆਂ ਨੂੰ ਕਾਲਜ ਭੇਜਤਾ, ਬਸ ਹੁਣ ਪੜ੍ਹੀ ਵਧੇ, ਉਹਨਾਂ ਨੂੰ ਯੂਨੀਵਰਸਿਟੀ ਚ ਨੌਕਰੀਆਂ ਮਿਲ ਗਈਆਂ, ਕੋਈ ਪ੍ਰੋਫੈਸਰ ਲੱਗ ਗਿਆ, ਕੋਈ ਡਾਕਟਰ ਲੱਗ ਗਿਆ, ਬਈ ਅਸੀਂ ਸਫਲ ਹੋ ਗਏ ਆ। ਆਪਾਂ ਨਹੀਂ ਜੋ ਸਫਲ ਹੋਏ, ਉਹ ਸਫਲ ਹੋ ਗਏ। ਚਲੋ ਬੱਚੇ ਚੱਲ ਗਏ, ਉਹਨਾਂ ਦਾ ਜੀਵਨ ਵਧੀਆ ਹੋ ਗਿਆ। ਸਫਲ ਤੇ ਅਸੀਂ ਉਦੋਂ ਹੋਵਾਂਗੇ ਜਿੱਦਣ ਅਸੀਂ 84 ਕੱਟ ਕੇ ਇੱਥੋਂ ਜਾਵਾਂਗੇ। ਫਿਰ ਬਾਣੀ ਚ ਤਸਦੀਕ ਕਰਦੇ ਆ, ਕਹਿੰਦੇ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੇ ਚਿੱਤ ਦੀ ਗੱਲ ਕਰਦੇ, ਜਿਹੜੇ ਮਨ ਦੀ ਗੱਲ ਕਰਦੇ ਆ, ਉਹਨੂੰ ਮਰਨ ਤੋਂ ਡਰਦੀ ਵੀ ਹੈ ਦੁਨੀਆ। ਮੈਂ ਤੇ ਜੀਵਦੇ ਜੀ ਮਾਰਤਾ ਨੂੰ। ਬਿਲਕੁਲ। ਤੇ ਮੈਂ ਉਸ ਜਦੋਂ ਮਾਰ ਲਿਆ, ਇਹ ਜਦ ਹਮ ਨਹੀਂ ਹੈ ਫਿਰ ਤੁਮ ਹੀ ਹੈ, ਫਿਰ ਬ੍ਰਹਮ ਹੀ ਰਹਿ ਗਿਆ। ਤੇ ਜਿੰਨਾ ਚਿਰ ਮੈਂ ਬੈਠਾ ਉਹਨਾਂ ਚਿਰ ਸਾਨੂੰ ਚਿੰਤਾ ਹੈ, ਪਰੇਸ਼ਾਨੀਆਂ ਨੇ, ਦੁੱਖ ਹੈਗੇ, ਤਕਲੀਫਾਂ ਹੈਗੀਆਂ। ਫਿਰ ਆਪਾਂ ਜਨਮ ਮਰਨ ਦੇ ਗੇੜ ਚ ਘੁੰਮਦੇ ਹਾਂ। ਜਦੋਂ ਅਸੀਂ ਆਪਣੇ ਭਾਵ ਨੂੰ ਖਤਮ ਕਰ ਦਿੰਦੇ ਹਾਂ, ਆਪਣੇ ਭਾਵ ਨੂੰ ਖਤਮ ਕਰਨਾ ਕੀ? ਜੀਵਨ ਦਾ ਰੁੱਖ ਬਦਲਤਾ।
ਖੱਬੇ ਬੰਦੇ ਬੰਦਾ ਜਾਣਦੇ, ਹੁਣ ਸੱਜੇ ਬੰਨੇ ਜਾਣ ਡਿਆ ਪਿਆ। ਤੇ ਜੇ ਹਜੇ ਵੀ ਆਪਾਂ ਖੱਬੇ ਬੰਨੇ ਤੁਰੇ ਜਾ ਰਹੇ ਹਾਂ, ਨਹੀਂ ਸੋਚਦੇ ਵਿਚਾਰਦੇ, ਜੋ ਮੂੰਹ ਚਾਹੇ ਬੋਲਤਾ, ਜੋ ਦਿਲ ਚਾਹੇ ਕਰਤਾ, ਕਿਤੇ ਵਿਵੇਕ ਬੁੱਧੀ ਤੋਂ ਕੰਮ ਨਹੀਂ ਲਿਆ ਕਿ ਜਿਹੜਾ ਮੈਂ ਕੰਮ ਕਰਦਾ ਇਹਦਾ ਰਿਜ਼ਲਟ ਕੀ ਨਿਕਲੂਗਾ, ਕੱਲ ਨੂੰ ਕੀ ਹੋਊਗਾ ਆਉਣ ਵਾਲੇ ਸਮੇਂ 'ਚ। ਵੈਸੇ ਬੁੱਧੀ ਤੁਹਾਡੀ ਤੇ ਕਹਿੰਦੀ ਆ ਰੁਪਇਆ ਤੇਰੇ ਕੋਲ 5,000 ਹੀ ਮਹੀਨਾ ਪੂਰਾ ਖਰਚਾ ਚਲਾਉਣਾ, ਤੇ ਜੇ ਤੁਸੀਂ ਗਿਆਨ ਤੋਂ ਕੰਮ ਲੈਂਦੇ ਤੇ ਮਹੀਨਾ ਲੰਘ ਜਾਂਦਾ, ਹੋ ਸਕਦਾ 100-200 ਬਚ ਵੀ ਜਾਵੇ। ਤੇ ਜੇ ਤੁਸੀਂ ਸੋਚਦੇ ਨਹੀਂ 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 ਕੁਛ ਨਹੀਂ ਹੁੰਦਾ, ਫੇਰ ਆ ਜਾਣਗੇ, ਫੇਰ ਕਮਾ ਲਾਂਗੇ, ਸਾਰੀ ਜ਼ਿੰਦਗੀ ਲੰਘ ਜਾਣੀ ਆ, ਉੱਥੇ ਬੈਂਕ 'ਚ ਥੋੜੇ ਪੈਸੇ ਨਹੀਂ ਬਚਣੇ, ਕੱਲ ਨੂੰ ਸਮਾਂ ਮਾੜਾ ਆ ਜੇ, ਪ੍ਰਮਾਤਮਾ ਨਾ ਕਰੇ 2-4 ਮਹੀਨੇ ਸੱਟ ਲੱਗ ਜੇ, ਕੰਮ ਕਰਨ ਨੂੰ ਮੌਕਾ ਨਾ ਮਿਲੇ, ਫਿਰ ਪੈਸੇ ਕਿੱਥੋਂ ਆਉਣਗੇ। ਬੁੱਧੀ ਕਹਿੰਦੀ ਹੈ ਨਹੀਂ, ਬੁੱਧੀ ਕਹਿੰਦੀ ਥੋੜੇ ਜਿਹੇ ਜਮਾ ਕਰਕੇ, ਕਮ ਸੇ ਕਮ ਤੇਰੇ ਛੋਟੇ ਛੋਟੇ ਬੱਚੇ ਆ, ਜੇ 2-4 ਮਹੀਨੇ ਕੰਮ ਨਾ ਵੀ ਮਿਲੇ। ਹੁਣ ਲੋਕਡਾਊਨ 'ਚ ਕਿੰਨੇ ਲੋਕ ਦੁਖੀ ਹੋਏ, ਕਿਹੜੇ ਦੁਖੀ ਹੋਏ ਜਿਨ੍ਹਾਂ ਨੇ ਪੈਸੇ ਜਮਾ ਕਰਕੇ ਨਹੀਂ ਰੱਖੇ, ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਉਹ ਮੁੜ ਕੇ ਸੜਕ ਤੇ ਆ ਗਏ, ਉਹਨਾਂ ਨੇ ਚੀਕਾਂ ਨਿਕਲ ਗਈਆਂ, ਕਿਉਂਕਿ ਨਾ ਜ਼ਿੰਦਗੀ ਦੇ ਵਿੱਚ ਇਹ ਸੋਚਿਆ ਸੀ ਕਿ ਹਾਂ ਬਈ ਅੱਜ ਦਾ ਦਿਨ ਮਿੱਠਾ ਤੇ ਕੱਲ ਦਾ ਕਿਨੇ ਡਿੱਠਾ, ਪਰ ਸਮਾਂ ਕਿੱਦਾਂ ਦਾ ਆਉਣਾ ਹੈ, ਸਾਨੂੰ ਥੋੜੇ ਜਿਹੇ ਪੈਸੇ ਜਮਾ ਕਰਕੇ ਰੱਖਣੇ ਚਾਹੀਦੇ। ਇੱਥੋਂ ਤੱਕ ਕੀੜੀਆਂ ਵੀ ਥੋੜਾ ਜਿਹਾ ਥੋੜਾ ਸਮਾਨ ਰੱਖਦੀਆਂ ਨੇ ਆਪਣੇ ਕੋਲ, ਥੋੜਾ ਜਿਹਾ। ਕਿਉਂ ਰੱਖਦੀਆਂ ਨੇ? ਕਿਉਂਕਿ ਉਹ ਜਸਟ ਭੜੋਲਾ ਕਿਸ ਲਈ ਹੈ? ਭੜੋਲੇ ਤਾਂ ਆਪਾਂ ਨੂੰ ਸਿੱਖਣਾ ਚਾਹੀਦਾ, ਕਿਉਂਕਿ ਸਾਰਾ ਸਾਲ ਆਪਾਂ ਕਣਕ ਖਾਣੀ ਹੈ ਤੇ ਆਪਾਂ ਭੜੋਲੇ 'ਚ ਜਮਾ ਕਰ ਲਈ। ਇਹਦਾ ਮਤਲਬ ਨਹੀਂ ਕਿ ਤੁਸੀਂ ਬੈਂਕਾਂ ਭਰ ਲਓ, ਥੋੜੇ ਜਿਹੇ ਪੈਸੇ ਦੀ ਮੈਂ ਗੱਲ ਕੀਤੀ ਹੈ। ਹਾਂਜੀ ਨੱਜਰ ਸਾਹਿਬ, ਅਗਲੀ ਤੁਕ ਬੋਲੋ। ਇਹ ਹੋ ਗਈ ਪੂਰੀ ਅੱਜ ਦੀ? ਹਾਂਜੀ, ਇੱਕ ਹੋਰ ਲੈ ਲਈਏ ਗੁਰਕੀ ਸਾਹਿਬ, ਸਮਾਂ ਹੈਗਾ ਥੋੜਾ ਜਿਹਾ? ਇਹ ਤਾਂ ਹੋ ਗਿਆ, ਠੀਕ ਹੈ। ਇਹ ਗੋਂਡ ਅੱਗੇ ਜਿਹੜੇ ਕਬੀਰ ਜੀ ਹੁਣ ਜਿਹੜੇ ਹੈਗੇ ਆ ਮਾਇਆ ਦੇ ਬਾਰੇ ਆਪਾਂ ਨੂੰ ਖੁਲਾਸਾ ਦੇ ਰਹੇ ਭਾਈ। ਖਸਮ ਮਰੈ ਤਉ ਨਾਰ ਨਾ ਰੋਵੈ। ਕਹਿੰਦੀ ਮਾਇਆ ਐਸੀ ਹੈਗੀ ਆ, ਇਹਦੇ ਖਸਮ ਨੇ ਸਾਰੀ ਦੁਨੀਆ ਨੂੰ ਖਸਮ ਕੀਤਾ ਹੋਇਆ। ਜਿੰਨੇ ਵੀ ਹੈਗੇ, ਕੋਈ ਤੀਵੀਂ ਆ ਬੰਦਾ ਹੈਗਾ, ਸਾਰੇ ਇਹਦੇ ਖਸਮ ਹੈਗੇ ਆ, ਬੱਚਾ ਹੈ ਬੁੱਢਾ, ਸਾਰੇ ਇਹਦੇ ਖਸਮ ਹੈਗੇ। ਖਸਮ ਮਰੈ ਤਉ ਨਾਰ ਨਾ ਰੋਵੈ। ਕਹਿੰਦੇ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ, ਇਹਦਾ ਖਸਮ ਮਰ ਜਾਂਦਾ ਹੈ, ਬਿਲਕੁਲ ਨਹੀਂ ਰੋਂਦੀ। ਕਿਉਂ? ਉਸ ਰਖਵਾਰਾ ਔਰੋ ਹੋਵੈ। ਕਹਿੰਦੇ ਉਹਦਾ ਤਾਂ ਉਸੇ ਵੇਲੇ ਮਰਨ ਤੋਂ ਪਹਿਲਾਂ ਹੀ ਕੋਈ ਦੂਜਾ ਖਸਮ ਤਿਆਰ ਹੋ ਜਾਂਦਾ ਉਹਦਾ, ਉਹਨੂੰ ਥੋੜ੍ਹੀ ਨਾ ਕੋਈ ਛੱਡਦਾ ਹੈ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ यहाँ ਭੋਗ ਵਿਲਾਸ। ਕਹਿੰਦੇ ਰਖਵਾਰਾ ਜਿਹੜਾ ਹੈਗਾ ਉਹਨੂੰ ਕੀ ਮਿਲਿਆ ਫਿਰ? ਮਾਇਆ ਨੂੰ ਜਿਹੜਾ ਹੈਗਾ ਆਪਣੇ ਕੋਲ ਰੱਖਿਆ ਉਹਨੇ ਇੰਨਾ ਟਾਈਮ, ਕਹਿੰਦੇ ਵੱਧ ਤੋਂ ਵੱਧ ਕੀ ਕੀਤਾ? ਦੁਨੀਆ ਦੇ ਪਦਾਰਥ ਭੋਗ ਲੈ ਪਾਏ। ਤੇ ਉਸ ਤੋਂ ਬਾਅਦ ਗਾਹਾਂ ਕੀ ਹੋਇਆ ਸਰੀਰ ਤੋਂ ਬਾਅਦ? ਕਹਿੰਦੇ ਅੱਗੇ ਤਾਂ ਫਿਰ ਨਰਕ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਨਿਵਾਸ ਮਿਲ ਗਿਆ ਉਹਨੂੰ। ਏਕ ਸੁਹਾਗਨ ਜਗਤ ਪਿਆਰੀ। ਕਹਿੰਦੇ ਐਸੀ ਹੈ, ਹਮੇਸ਼ਾ ਹੀ ਸੁਹਾਗਨ ਰਹਿੰਦੀ ਹੈ ਭਾਈ, ਪੂਰੀ ਸੁਹਾਗਵਤੀ ਹੈ। ਏਕ ਸੁਹਾਗਨ ਜਗਤ ਪਿਆਰੀ, ਜਗਤ ਨੂੰ ਪੂਰੇ ਨੂੰ ਸਾਰੇ ਸੰਸਾਰ ਜਿਹੜਾ ਉਹਨੂੰ ਪਿਆਰ ਕਰਦਾ। ਮਜਾ ਲਿਆ ਕੋਈ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਨਾ ਪਿਆਰ ਕਰੇ। ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਕਹਿੰਦੇ ਜਿਹੜੇ ਵੀ ਜੀ ਜੰਤ ਜੋ ਵੀ ਹੈਗੇ ਸਾਰੇ ਇਹਨੂੰ ਪਿਆਰ ਕਰਦੇ ਆ ਭਾਈ, ਸਾਰਿਆਂ ਦੀ ਨਾਰੀ ਹੈਗੀ ਹੈ ਇਹ ਸੁਹਾਗਨ। ਰਹਾਓ। ਹਾਂਜੀ ਵੀਰ ਜੀ, ਬੜਾ ਕਮਾਲ ਦਾ ਸ਼ਬਦ ਆ। ਗੋਰਕੀ ਸਾਹਿਬ। ਹਾਂਜੀ ਹਾਂਜੀ ਹਾਂਜੀ, ਪਹਿਲੀ ਤੋਂ ਬੋਲਦੇ ਨੇ ਜਿਸ ਤਰ੍ਹਾਂ। ਹਾਂ, ਖਸਮ ਮਰੇ ਤਾਂ ਨਾਰ ਨਾ ਰੋਵੇ। ਕਹਿੰਦੇ ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਉਹਦਾ ਖਸਮ ਮਰ ਗਿਆ ਉਹ ਨਹੀਂ ਰੋਂਦੀ। ਕਹਿੰਦੀ ਉਸ ਰਖਵਾਰਾ ਔਰੋ ਹੋਵੇ। ਕਹਿੰਦੇ ਉਹਦਾ ਖਸਮ ਦੂਜਾ ਬਣ ਜਾਂਦਾ। ਉਹਦੇ ਤਾਂ ਤਿਆਰ ਹੁੰਦੇ ਆ ਖਸਮ ਬਣਨ ਵਾਸਤੇ। ਖਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ। ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ यहाँ ਭੋਗ ਵਿਲਾਸ। ਕਹਿੰਦੇ ਉਹਨੂੰ ਰਾਖੀ ਕਰਨ ਵਾਲਾ, ਜਿਹਨੇ ਉਹਨੂੰ ਮਾਇਆ ਨੂੰ ਸਾਂਭ ਕੇ ਰੱਖਿਆ, ਤੇ ਉਹਨੂੰ ਕੀ ਮਿਲਿਆ ਇੱਥੇ? ਭੋਗ ਵਿਲਾਸ। ਜੋ ਮਾਇਆ ਭੋਗ ਲਈ ਉਹਨਾਂ ਕੰਮ ਦੇ ਵਿੱਚ ਆ, ਬਾਕੀ ਕਹਿੰਦੇ ਅੱਗੇ ਜਾ ਕੇ ਕਹਿੰਦੇ ਆ ਫਿਰ ਤੇ ਨਰਕਾਂ ਦੇ ਵਿੱਚ ਜੂਨਾਂ ਦੇ ਵਿੱਚ ਨਿਵਾਸ ਹੋ ਗਿਆ ਉਹਦਾ। ਏਕ ਸੁਹਾਗਨ ਜਗਤ ਪਿਆਰੀ, ਸਗਲੇ ਜੀ ਜੰਤ ਕੀ ਨਾਰੀ। ਕਹਿੰਦੇ ਆ ਮਾਇਆ ਐਸੀ ਸੁਹਾਗਣ, ਹਮੇਸ਼ਾ ਸੁਹਾਗਣ ਰਹਿੰਦੀ ਹੈ, ਹਮੇਸ਼ਾ ਸੁਹਾਗਵਤੀ ਰਹਿੰਦੀ ਹੈ, ਕੋਈ ਨਾ ਕੋਈ ਇਹਦਾ ਖਸਮ ਹੁੰਦਾ ਹੀ ਆ। ਏਕ ਸੁਹਾਗਨ ਜਗਤ ਪਿਆਰੀ, ਸਾਰੇ ਸੰਸਾਰ ਨੂੰ ਪਿਆਰੀ ਆ। ਸਗਲੇ ਜੀ ਜੰਤ ਕੀ ਨਾਰੀ, ਸਾਰਿਆਂ ਦੀ ਨਾਰੀ ਆ ਭਾਈ। ਕੋਈ ਬੁੱਢਾ, ਕੋਈ ਜਨਾਨੀ, ਕੋਈ ਬੱਚਾ, ਕੋਈ ਜਵਾਨ, ਸਾਰਿਆਂ ਦੀ ਪਿਆਰੀ ਹੈ ਭਾਈ, ਸਾਰਿਆਂ ਦੀ ਨਾਰੀ ਹੈਗੀ। ਰਹਾਓ। ਹਾਂਜੀ ਵੀਰ ਜੀ। ਬਸ ਠੀਕ ਹੈ ਜੀ। ਉਹ ਕਹਿੰਦੇ ਕਿ ਜਦੋਂ ਮਾਇਆ ਬੰਦਾ ਇਕੱਠਾ ਕਰਦਾ
ਉਹ ਆਪ ਮਰ ਜਾਂਦਾ, ਫਿਰ ਗਾਂ ਉਹਦਾ ਖਸਮ ਬਣ ਜਾਂਦਾ ਕੋਈ। ਹੁਣ ਜਿਹੜੀ ਬਹੁਤੀ ਅਸੀਂ ਜੋੜੀ ਹੈ, ਸਾਡੇ ਤੋਂ ਬਾਅਦ ਦੂਜੇ ਆ ਜਾਣਾ, ਉਹਨਾਂ ਲੈ ਲੈਣੀ। ਬਿਲਕੁਲ। ਜਿਹੜੀ ਉਹਨਾਂ ਜੋੜੀ ਉਹ ਗਾਂ ਤੁਰੀ ਜਾਣੀ ਆ। ਇਹ ਮਾਇਆ ਕੀ ਕਰਦੀ ਹੈ? ਇੱਧਰੋਂ ਉਧਰ ਤੇ ਉਧਰੋਂ ਇੱਧਰ। ਇਹ ਕੀ ਹੈ? ਇਹ ਮਾਇਆ ਹੈ। ਇਹ ਮਾਇਆ ਮੋਹ ਨਹੀਂ ਬੰਦਾ ਦਾ ਜੱਗ ਖਾਇਆ, ਬੰਦੇ ਨੂੰ ਖਾ ਜਾਂਦੀ, ਬੰਦੇ ਦੇ ਜਨਮ ਨੂੰ ਖਾ ਜਾਂਦੀ। ਬਿਲਕੁਲ। ਕੋਈ ਦੰਦ ਦੁੰਦ ਨਹੀਂ ਹੈਗਾ। ਫਿਰ ਏਦਾਂ ਦੀ ਜਨਾਨੀ ਹੈ, ਜਿੱਦਾਂ ਜਨਾਨੀ ਹੈ, ਵੇਖੋ ਕਈ ਜਨਾਨੀਆਂ ਹੁੰਦੀਆਂ। ਹੁਣ ਉਹ ਬੰਦਾ ਮਰ ਗਿਆ, ਮੈਂ ਕਈ ਜਗ੍ਹਾ ਵੇਖਿਆ ਇੱਥੇ ਸਾਡੇ ਰਿਸ਼ਤੇਦਾਰਾਂ ਚ 2 ਬੰਦੇ ਸੁਸਾਈਡ ਕਰ ਗਏ, ਅਗਲੀਆਂ ਨੇ ਦੂਜਾ ਵਿਆਹ ਕਰ ਲਿਆ। ਜੇ ਦੂਜਾ ਵੀ ਮਰ ਜੂ ਮੇਰੇ ਸਾਨੂੰ ਉਹਨਾਂ ਫਿਰ ਵਿਆਹ ਕਰ ਲੈਣੇ। ਕਹਿਣ ਤੋਂ ਭਾਵ ਇਹ ਕਿ ਇਹ ਪ੍ਰਕਿਰਤੀ ਦਾ ਨਿਯਮ ਹੈ। ਇਹ ਇੱਥੇ ਇਹ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਪ੍ਰਕਿਰਤੀ ਦਾ ਨਿਯਮ ਏਦਾਂ ਵਾ ਕਿ ਜਿੱਦਾਂ ਉਹ ਮਾਇਆ ਰੂਪੀ ਜਿਹੜਾ ਸੰਸਾਰ ਆ, ਉਹ ਮਤਲਬ ਕੌਣ ਭਾਜੀ ਕੋਈ ਕੌਣ ਕਿਸੇ ਨੂੰ ਜਾਣਦਾ ਹੈ ਕਿ ਇੱਥੇ ਆਮ ਹੀ ਬੰਦਾ ਜੀਵਨ ਮਿਲਿਆ, ਤੂੰ ਸੁਸਾਈਡ ਕਰ ਲਿਆ, ਤੇ ਕਿੱਡੀ ਕੁ ਵੱਡੀ ਬਹਾਦਰੀ ਕਰਦੀ। ਠੀਕ ਹੈ ਨਾ ਜੈਸਾ ਕਈ ਲੋਕ ਸੋਚਦੇ ਕਿ ਅਗਲਾ ਬੜਾ ਦੁੱਖ ਮਨਾਊਗਾ, ਮੈਂ ਉਹਨੂੰ ਏਦਾਂ ਕਰਦਾ, ਤੇ ਕੌਣ ਭਾਜੀ ਕਿਸੇ ਨੂੰ ਯਾਦ ਕਰਦਾ? ਕੋਈ ਨਹੀਂ। ਕੌਣ ਦੁਖੀ ਹੁੰਦਾ ਹੈ? ਆਪਣਾ ਜੀਵਨ ਮਿਲਿਆ, ਜੀਵਨ ਸਾਡਾ ਖਰਾਬ ਹੋ ਗਿਆ, ਅਗਲਾ ਕੌਣ ਕਿਸੇ ਨੂੰ ਕਦਰ ਕਰਦਾ? ਕੌਣ ਇੰਨਾ ਸੋਚਦਾ ਕਿ ਵੀ ਮੇਰੇ ਕਰਕੇ ਏਦਾਂ ਹੋਇਆ? ਨਹੀਂ, ਵਹਿਮ ਆ ਲੋਕਾਂ, ਪਰ ਲੋਕੀ ਏਦਾਂ ਕਰਦੇ। ਤੇ ਇੱਥੇ ਉਹ ਕਹਿੰਦੇ ਨੇ ਕਿ ਮਾਇਆ ਰੂਪੀ ਜਿਹੜਾ ਸੰਸਾਰ ਆ, ਦੇਖੋ ਉਹਦੇ ਮਗਰ ਆਪਾਂ ਜਦੋਂ ਭੱਜਦੇ ਹਾਂ, ਆਪਾਂ ਚੀਜ਼ਾਂ ਨੂੰ ਪਸੰਦ ਕਰਦੇ ਹਾਂ, ਫਿਰ ਉਹ ਚੀਜ਼ਾਂ ਸਾਡੇ ਤੋਂ ਗਾਂਹ ਤੁਰ ਪੈਣੀਆਂ। ਹੁਣ ਵੇਖੋ ਕਈ ਬੰਦੇ ਮੈਂ ਐਸੇ ਵੇਖੇ, ਇੱਕ ਨਾ ਸਾਊਦੀ ਅਰਬ ਦੇ ਚ ਬੁੜਰੀ, ਉਹ ਮਰ ਗਈ। ਹੁਣ ਉਹਨੇ ਜ਼ਿੰਦਗੀ ਭਰ ਮੰਗਿਆ, ਕੇਵਲ ਮੰਗਿਆ। ਮੈਂ ਹੈਰਾਨ ਹੁੰਦਾ ਕਿ ਕਿੱਦਾਂ ਦੇ ਜਲੀਲ ਇਨਸਾਨ ਹੋਣਗੇ। ਉਸ ਔਰਤ ਦੇ ਨਾਂ ਤੇ ਪਤਾ ਨਹੀਂ ਨਜਰ ਸਾਹਿਬ ਕਿੰਨੇ ਮਿਲੀਅਨ ਡਾਲਰ ਦੀ ਇੱਕ ਬਿਲਡਿੰਗ ਹੈਗੀ। ਜ਼ਿੰਦਗੀ ਭਰ ਫਿਰ ਵੀ ਮੰਗਦੀ ਰਹੀ। ਮਤਲਬ ਪਤਾ ਉਹਦੇ ਮਨ ਚ ਵਿਵੇਕ ਨਹੀਂ ਆਇਆ ਕਿ ਮੈਂ ਬੰਦ ਕਰਦਾ ਗੰਦ ਜੋ ਕਰ ਰਹੀ ਹਾਂ, ਮੈਂ ਏਦਾਂ ਕਿਉਂ ਕਰਦੀ? ਪਰ ਦੇਖੋ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਨਜਰ ਸਾਹਿਬ। ਬਿਲਕੁਲ। ਸਾਡੇ ਅੰਮ੍ਰਿਤਸਰ ਹੈਗੇ ਆ, ਸਾਡੇ ਅੰਮ੍ਰਿਤਸਰ ਇੱਥੇ ਮੰਗਤੇ ਹੈਗੇ ਆ, ਛੁਰੀ ਮਾਰ ਹੈਗੇ ਆ। ਉਹ ਮੈਨੂੰ ਖੁਦ ਕਹਿੰਦੇ ਆ ਸਾਡੀ ਫਲਾਣੇ ਏਰੀਏ ਚ ਦੁਕਾਨਾਂ ਹੈਗੀਆਂ। ਮੇਰੇ ਹਿਸਾਬ ਨਾਲ ਸਾਡੇ ਤੋਂ ਵਧੀਆ ਕਾਰੋਬਾਰ ਉਹਨਾਂ ਦੇ, ਪਰ ਫਿਰ ਵੀ ਮੰਗਣੋਂ ਨਹੀਂ ਹਟਦੇ। ਕਿਤੇ ਮਨ ਚ ਚੇਤਨਾ ਨਹੀਂ ਜਾਗਦੀ ਕਿ ਕੰਮ ਬੰਦ ਕਰ ਦਈਏ, ਗੰਦਾ ਕੰਮ ਹੈ। ਜਦੋਂ ਦੁਕਾਨਾਂ ਸਾਡੀਆਂ ਹੈਗੀਆਂ ਕਿਰਾਏ ਤੇ ਚੜੀਆਂ, ਵਧੀਆ ਜ਼ਿੰਦਗੀ ਲੰਘਦੀ ਹੈ, ਕੀ ਲੋੜ ਪਈ ਹੈ ਕੰਮ ਕਰਨ ਦੀ? ਪਰ ਨਹੀਂ, ਵੇਖ ਲਓ, ਉਹ ਜੈਸਾ ਅੰਨ ਤੈਸਾ ਮਨ। ਉਹ ਜਿੱਦਾਂ ਦਾ ਅੰਨ ਖਾ ਰਹੇ ਆ ਨਾ, ਉਹਨਾਂ ਦਾ ਮਨ ਵੀ ਓਦਾਂ ਦਾ ਹੋ ਗਿਆ, ਗੰਦਾ ਮਲੀਨ। ਉਹਨਾਂ ਨੂੰ ਉਹ ਚੀਜ਼ ਦੇਖਣ ਨਹੀਂ ਦੇ ਰਿਹਾ ਨਜਰ ਸਾਹਿਬ। ਉਹਨਾਂ ਨੂੰ ਬੁਰਾਈ ਵੀ ਜਿਹੜੀ ਆ ਚੰਗਾਈ ਨਜ਼ਰ ਆ ਰਹੀ ਹੈ, ਔਰ ਜਿਹੜੀ ਚੰਗਾਈ ਉਹਨਾਂ ਨੂੰ ਬੁਰਾਈ ਨਜ਼ਰ ਆਉਂਦੀ ਆ। ਕਿਉਂ? ਕਿਉਂਕਿ ਜਿਹੜਾ ਮਨ ਆ, ਮਨ ਨੂੰ ਜਿਹੜਾ ਆਹਾਰ ਮਿਲਿਆ, ਜਿਹੜਾ ਤੁਸੀਂ ਖਾਧਾ ਹੈ, ਉਹ ਪਹੁੰਚਿਆ ਤੇ ਮਨ ਕੋ। ਆਪ ਸਮਝੋ ਨਾ, ਰੁੱਖ ਨੂੰ ਜਿਹੜਾ ਪਾਣੀ ਪਾਇਆ ਕਿੱਥੋਂ ਆਇਆ? ਮੈਟਰ ਕਰਦਾ ਹੈ ਨਾ। ਹੁਣ ਤੇ ਕੈਮੀਕਲ ਵਾਲਾ ਪਾਣੀ ਪਾਓਗੇ ਤੇ ਰੁੱਖ ਦੇ ਫਲਾਂ ਦੇ ਵਿੱਚ ਵੀ, ਪੱਤਿਆਂ ਦੇ ਵਿੱਚ, ਉਹਦੇ ਫੁੱਲਾਂ ਦੇ ਵਿੱਚ ਉਹਦਾ ਅਸਰ ਜਾਣਾ ਵਾ। ਇਹ ਲੋਕਾਂ ਨੇ ਜੇ ਮੰਗ ਕੇ ਖਾਧਾ ਹੈ, ਔਰ ਇਹਨਾਂ ਕੋਲ ਆਲਰੇਡੀ ਆਪਣਾ ਪੈਸਾ ਵੀ ਹੈਗਾ, ਪਰ ਸਾਰੀ ਜ਼ਿੰਦਗੀ ਮੰਗਣਾ ਹੀ ਸਿੱਖਿਆ, ਤੇ ਉਹਨਾਂ ਦੀ ਬੁੱਧੀ ਵੀ ਜਿਹੜੀ ਨਜਰ ਸਭ ਓਦਾਂ ਦੀ ਹੋਊਗੀ। ਬਿਲਕੁਲ। ਵਿਵੇਕ ਖਤਮ ਹੋ ਜਾਂਦਾ। ਤੁਸੀਂ ਵੇਖ ਲਓ, ਆਮ ਦੇਸ਼ ਵੇਖ ਲਓ, ਕਿੱਡੇ ਵੱਡੇ ਦੇਸ਼ ਨੇ, ਠੱਗੀਆਂ ਮਾਰਦੇ ਨੇ, ਛੋਟੀਆਂ ਗਰੀਬ ਕੰਟਰੀਆਂ ਦਾ ਧਨ ਚੋਰੀ ਕਰ ਲੈਂਦੇ ਨੇ, ਉੱਥੋਂ ਦਾ ਤੇਲ ਚੋਰੀ ਕਰ ਲੈਂਦੇ, ਗਹਿਣ ਚੋਰੀ ਕਰ ਲੈਂਦੇ ਆ। ਏਦਾਂ ਦੇਸ਼ ਵੀ ਠੱਗ ਹੈਗੇ ਨੇ, ਕਈ ਕਰਦੇ ਨੇ ਤਾਂ ਬੇਈਮਾਨੀ। ਪਰ ਉਹ ਇੱਕ ਚੀਜ਼ ਨੂੰ ਦੇਖੋ, ਜਦੋਂ ਕਿਸੇ ਗਰੀਬ ਦੇਸ਼ ਤੋਂ ਇੱਕ ਦੇਸ਼ ਸਮਾਨ ਖੋ ਕੇ ਲੈ ਗਿਆ, ਕਿ ਉਹ ਦੇਸ਼ ਜਿੰਨੇ ਖੜਿਆ ਹੈ, ਉਹ ਜਿੱਥੇ ਵੀ ਪੈਸਾ ਲੱਗੂਗਾ ਨਜਰ ਸਾਹਿਬ, ਉਹ ਪੈਸਾ ਸੁੱਖ ਦਊਗਾ ਉਹਨਾਂ ਨੂੰ? ਨਹੀਂ। ਆਪ ਜਸਟ ਦੇਖੋ, ਇੱਥੋਂ ਤੱਕ ਕਿ ਜਿਹੜਾ ਅਮਰੀਕਾ ਕੰਟਰੀ ਆ, ਉੱਥੋਂ ਦੇ ਲੋਕ ਜਿਹੜੇ ਕਾਫੀ ਮੈਂਟਲੀ ਜਿਹੜੇ ਡਿਸਟਰਬ ਨੇ, ਉਹ ਕਿਉਂਕਿ ਪੈਸਾ ਕਿੱਥੋਂ ਆ ਰਿਹਾ? ਗਰੀਬ ਕੰਟਰੀਆਂ ਚ। ਕਿਹੜੀਆਂ ਕੰਟਰੀਆਂ ਚ? ਜਿਨ੍ਹਾਂ ਦਾ ਸਾਰਾ ਤੇਲ ਤੂਲ ਗੈਸਾਂ ਕੱਢ ਕੇ ਲੈ ਜਾ ਰਹੇ ਨੇ, ਤੇ ਉਹਨਾਂ ਕੰਟਰੀਆਂ ਚ ਬਹੁਤ ਗਰੀਬੀ, ਬੱਚੇ ਪੜ੍ਹ ਨਹੀਂ ਰਹੇ, ਪੈਰਾਂ ਚ ਪਾਉਣ ਨੂੰ ਚੱਪਲਾਂ ਨਹੀਂ। ਕੀ ਪ੍ਰਕਿਰਤੀ ਖੁਸ਼ ਹੁੰਦੀ ਉਹ ਚੀਜ਼ ਨੂੰ? ਨਹੀਂ ਲਾਈਕ ਕਰਦੀ, ਬਿਲਕੁਲ ਲਾਈਕ ਨਹੀਂ ਕਰਦੀ ਉਹ। ਫਿਰ ਉਹਨਾਂ ਦੇਸ਼ਾਂ ਤੇ ਬਹੁਤ ਮਤਲਬ ਪਾਪ ਵੱਧਦਾ ਜਾਂਦਾ। ਫਿਰ ਉਹ ਦੇਸ਼ ਮਤਲਬ ਖੁਸ਼ ਨਹੀਂ, ਪੈਸਾ ਉਹਨਾਂ ਕੋਲ ਹੋਊਗਾ ਪਰ ਖੁਸ਼ ਨਹੀਂ ਹੋਣਗੇ ਉਹ। ਚਾਹੇ ਮੈਂ ਵਾਂ, ਆਪ ਜਸਟ ਦੇਖੋ ਨਾ, ਮੇਰਾ ਜੀਵਨ ਜੇ ਮਾੜੇ
ਧਨ ਦੇ ਨਾਲ ਮੈਂ ਆਪਣੇ ਬੱਚਿਆਂ ਨੂੰ ਪਾਲਦਾ, ਮੈਂ ਆਪਣੀ ਵਾਈਫ ਨੂੰ ਪਾਲਦਾ, ਜਾਂ ਮੈਂ ਆਪ ਕੱਪੜੇ ਖਰੀਦਦਾ, ਉਹ ਪੈਸੇ ਮੇਰੇ ਨਹੀਂ ਆ, ਕੀ ਮੈਨੂੰ ਸੁੱਖ ਦੇਣਗੇ? ਇੱਥੇ ਮੈਂ ਕਾਰ ਲੈ ਕੇ ਘੁੰਮਦਾ। ਇਹ ਲੋਕ ਜਿਹੜੇ ਹੁੰਦੇ ਨੇ ਮੁਰਦੇ ਸ਼ਿੰਗਾਰੇ ਹੁੰਦੇ ਨੇ, ਪੈਸਾ ਦੂਜਿਆਂ ਦਾ ਚੋਰੀ ਕੀਤਾ ਹੁੰਦਾ ਹੈ, ਤੇ ਮੁਰਦੇ ਨੂੰ ਸ਼ਿੰਗਾਰ ਦੋ। ਅੰਦਰ ਤੇ ਆਤਮਾ ਹੀ ਨਹੀਂ ਹੈਗੀ, ਆਤਮਾ ਤੇ ਨੇ ਵੇਚਤੀ। ਇਹ ਕਬੀਰ ਜੀ ਜਿਹੜੇ ਹੈਗੇ ਨੇ ਇਹ ਬੜੇ ਵੱਡੇ ਸ਼ਤਾਗਰ ਨੇ, ਇਹਨਾਂ ਨੇ ਪ੍ਰਮਾਤਮਾ ਨੂੰ ਖਰੀਦਿਆ ਹੈ। ਐਵੇਂ ਲੋਕਾਂ ਨੂੰ ਰੋਟੀਆਂ ਰਾਟੀਆਂ ਬਣਾ ਕੇ ਖਵਾਉਂਦੇ ਨਿੱਜਰ ਸਾਹਿਬ। ਬਿਲਕੁਲ, ਬਹੁਤ ਵੱਡੀ ਗੇਮ ਖੇਡ ਰਹੇ ਨੇ ਉਹ। ਉਹਨਾਂ ਨੇ ਉਹ ਬੰਦੇ ਨੂੰ ਲੱਭ ਲਿਆ, ਰੱਬ ਨੂੰ, ਪਰ ਉਹਨਾਂ ਨੂੰ ਪਤਾ ਕੀ ਕਰਨਾ ਹੈ ਜੀਵਨ ਦਾ। ਹੁਣ ਉਹ ਨਹੀਂ ਵੇਖਣ ਦੇ, ਉਹ ਨਹੀਂ ਪਰਵਾਹ ਕਰਦੇ ਕੀ ਹੋਣ ਦਿਆ। ਉਹ ਉਹਨਾਂ ਨੂੰ ਪਤਾ ਹੈ ਜ਼ਿੰਦਗੀ ਦਾ ਮਕਸਦ ਕੀ ਹੈ। ਬਹੁਤ ਵੱਡੀ ਗੇਮ 'ਚ ਬੈਠੇ ਨੇ ਔਰ ਪੂਰਾ ਦਾਅ ਲਾਇਆ ਹੈ, ਵੱਡਾ ਦਾਅ ਲਾਉਂਦੇ ਨੇ ਉਹ ਨਿੱਜਰ ਸਾਹਿਬ। ਬਿਲਕੁਲ, ਜ਼ਿੰਦਗੀ ਦਾ ਦਾਅ ਲਾ ਦਿੰਦੇ ਨੇ ਅਗਲੇ। ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਇਹ ਪ੍ਰਕਿਰਤੀ ਐਵੇਂ ਨਹੀਂ ਤੁਰੀ ਫਿਰਦੀ, ਇੱਥੇ ਕਿਸੇ ਨੇ ਬਣਾਇਆ ਇਹਨੂੰ ਸਾਰਾ। ਇੱਕ ਚੀਜ਼ 'ਚ ਗਲਤੀ ਦੱਸੋ, ਕੁਛ ਵੀ ਗਲਤੀ। ਕੋਈ ਸੂਰਜ ਦੀ ਕਿਰਨ ਵੱਧ ਆ ਗਈ, ਘੱਟ ਆ ਗਈ, ਕੋਈ ਚੰਦਰਮਾ ਗਲਤ ਹੋ ਗਿਆ, ਤਾਰਾ ਗਲਤ ਹੋ ਗਿਆ, ਧਰਤੀ ਗਲਤ ਹੋ ਗਈ, ਕੋਈ ਘੁੰਮਣ ਦਿਆ ਗਲਤ। ਸਭ ਪਤਾ ਇਹਨਾਂ ਨੂੰ। ਇਹ ਪਾਣੀ ਕਿੱਥੋਂ ਆਇਆ, ਹਵਾ ਕਿੱਥੋਂ ਆਈ ਆ, ਆਕਾਸ਼ ਕਿੰਨੇ ਬਣਾਇਆ, ਧਰਤੀ ਕਿੱਦਾਂ ਘੁੰਮਦੀ ਆ, ਕਿੱਦਾਂ ਦਾ ਸਿਸਟਮ ਹੈ। ਧਰਤੀ ਦੇ ਅੰਦਰ ਗਰਮੀ ਆ, ਲਾਵਾ ਹੈਗਾ, ਕੋਰ ਕਹਿੰਦੇ ਜਿਹਨੂੰ, ਜਿਹਦੇ ਕਰਕੇ ਧਰਤੀ ਦਾ ਟੈਂਪਰੇਚਰ ਮੇਨਟੇਨ ਰਹਿੰਦਾ ਹੈ। ਇਹ ਡਿਜ਼ਾਈਨਿੰਗ ਕਿੱਥੋਂ ਕੀਤੀ ਆ। ਮੇਰੇ ਘਰ ਦੇ ਵਿੱਚ ਆਟਾ ਪਿਆ ਹੈ, ਕੁੱਕਰ ਪਿਆ ਹੈ, ਉੱਥੇ ਸਿਲੰਡਰ ਪਿਆ ਹੈ, ਗੈਸ ਪਈ ਹੈ, ਸਾਰਾ ਮਸਾਲਾ ਪਿਆ, A to Z ਸਮਾਨ ਪਿਆ ਹੈ। ਜਦ ਤੱਕ ਮੈਂ ਨਹੀਂ ਪਕਾਊਂ ਤੇ ਰੋਟੀ ਨਹੀਂ ਪੱਕਣੀ। ਇਹ ਜਿਹੜੀ ਪ੍ਰਕਿਰਤੀ ਦੀ ਰਚਨਾ ਕੀਤੀ ਹੈ ਇੰਨੀ ਇੰਟੈਲੀਜੈਂਟ, ਇਹ ਆਪਣੇ ਆਪ ਕਿੱਦਾਂ ਪੈਦਾ ਹੋ ਗਈ? ਇਹ ਕਿੱਥੋਂ ਆਈ? ਉਹਨਾਂ ਨੂੰ ਸਭ ਪਤਾ ਲੱਗ ਗਿਆ ਸੰਤਾਂ ਨੂੰ। ਫਿਰ ਉਹਨਾਂ ਨੇ ਆਪਣੇ ਜੀਵਨ ਨੂੰ ਬਦਲ ਲਿਆ। ਤੇ ਆਪਾਂ ਨੂੰ ਵੀ ਕੀ ਕਹਿ ਰਹੇ ਨੇ ਉਹ ਕਹਿੰਦੇ ਬਈ ਅਸੀਂ ਤੁਹਾਨੂੰ ਕੀ ਕਹਿਣਾ। ਉਹ ਕਹਿੰਦੇ ਮੈਂ ਆ ਕਰ ਰਿਹਾ ਜੋ, ਤੁਹਾਨੂੰ ਕੀ ਕਰਨਾ ਉਹ ਨਹੀਂ ਮੈਨੂੰ ਪਤਾ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਆਪਾਂ ਨੂੰ ਇਹੀ ਕਹਿ ਰਹੇ ਭਾਈ, ਇਹ ਸੁਹਾਗਣ ਦੇ ਨਾਲ ਹੀ ਨਾ ਲੱਗੇ ਰਹੋ, ਇਹਨੇ ਨਰਕ ਚ ਲੈ ਜਾਣਾ ਹੈ। ਸਿੰਪਲ ਜੀ ਗੱਲ ਆ। ਜੋ ਮੈਂ ਨਹੀਂ ਕੀਤਾ ਉਹ ਤੁਸੀਂ ਵੀ ਨਾ ਕਰੋ, ਬਸ ਇਹਨਾਂ ਹੀ ਕਹਿ ਰਹੇ ਨੇ। ਬਾਕੀ ਜੋ ਮੈਂ ਕੀਤਾ ਤੁਸੀਂ ਕਰ ਲਓ। ਅੱਜ ਉਹ ਦੇਖੋ ਕਦੋਂ ਦੇ ਸਰੀਰ ਤੇ ਆ ਕਰਕੇ ਚਲ ਗਏ, ਤੇ ਉਹ ਗਿਆਨ ਸਾਡੇ ਕੋਲ ਪਹੁੰਚਿਆ। ਹੁਣ ਇਸ ਗਿਆਨ ਤੋਂ ਆਪਾਂ ਕੀ ਸਿੱਖਣਾ? ਹੁਣ ਕਰਦੇ ਆ ਤੁਹਾਡੇ ਘਰ, ਕਰਦ ਦੀ ਵਰਤੋਂ ਕਰੋ, ਅੱਗ ਦੀ ਵਰਤੋਂ ਕਰੋ, ਸਹੀ ਤਰੀਕੇ ਨਾਲ ਕਰੋ ਤੇ ਬਹੁਤ ਵਧੀਆ। ਤੇ ਜਦੋਂ ਤੁਸੀਂ ਉਹਨੂੰ ਵਰਤੋਂ ਹੀ ਨਹੀਂ ਕਰੋਗੇ ਤੇ ਫਿਰ ਉਹਦਾ ਕੀ ਸੁੱਖ ਹੋਇਆ? ਕੋਈ ਫਾਇਦਾ ਥੋੜੀ ਹੋਇਆ। ਹੁਣ ਆਪਣੇ ਘਰ ਕੋਈ ਚੀਜ਼ ਆ, ਬੱਤੀ ਆ, ਮੇਰੇ ਘਰ ਬੱਤੀ ਲੱਗੀ ਆ, ਮੈਂ ਨਾ ਪੱਖਾ ਚਲਾਵਾਂ, ਨਾ ਮੈਂ AC ਚਲਾਵਾਂ, ਨਾ ਮੈਂ TV ਚਲਾਵਾਂ, ਨਾ ਮੈਂ ਬਲਬ ਚਲਾਵਾਂ, ਤੇ ਨਿੱਜਰ ਸਾਹਿਬ ਕੀ ਬੱਤੀ ਹੋਣ ਦੇ ਨਾਲ ਮੇਰੇ ਘਰ 'ਚ ਸੁੱਖ ਆਊਗਾ? ਨਹੀਂ। ਇਸੇ ਲਈ ਗਿਆਨ ਭਾਵੇਂ ਸਾਨੂੰ ਮਿਲਿਆ, ਜੇ ਆਪਾਂ ਦੀ ਵਰਤੋਂ ਹੀ ਨਹੀਂ ਕਰਾਂਗੇ ਉਹਦਾ ਕੀ ਫਾਇਦਾ? ਬਿਲਕੁਲ ਕੋਈ ਫਾਇਦਾ ਨਹੀਂ ਉਹਦਾ। ਤੁਸੀਂ ਕਹੋਗੇ ਕਨੈਕਸ਼ਨ ਲਵਾਇਆ, ਠੀਕ ਹੈ ਕਨੈਕਸ਼ਨ ਲਾਇਆ, ਪਰ ਕਨੈਕਸ਼ਨ ਦਾ ਫਾਇਦਾ ਤੇ ਇਹੋ ਹੀ ਹੈ ਨਾ ਕਿ ਉਹ ਮੈਂ ਕੱਪੜੇ ਧੋਵਾਂ, ਮੈਂ ਆਪਣੇ ਕੱਪੜੇ ਧੋਵਾਂ, ਮੋਟਰ ਚਾਲੂ ਕਰਾਂ, ਉਹਦੇ ਨਾਲ ਪਾਣੀ ਮੇਰੇ ਟੈਂਕ 'ਚ ਜਮਾ ਹੋ ਜਾਏ, ਫਿਰ ਸਾਰਾ ਦਿਨ ਮੈਂ ਵਰਤੂੰਗਾ। ਜੇ ਆਪਾਂ ਕਹਿ ਦਈਏ ਮੋਟਰ ਲਵਾਤੀ ਹੈ, ਪੱਖੇ ਵੀ ਲਾਤੇ, AC ਲਾਤਾ ਹੈ, ਬੱਤੀ ਵੀ ਆਉਂਦੀ ਆ, ਪਰ ਆਪਾਂ ਪਿਓ ਦੇ ਪੁੱਤਾਂ ਨੇ ਸੋਚ ਨਹੀਂ ਨੱਪਣਾ ਬਸ, ਤੇ ਕੀ ਫਾਇਦਾ? ਇਹੋ ਜੀਵਨ। ਗਿਆਨ ਨੂੰ ਪੜ੍ਹ ਲੈਣਾ, ਸੁਣ ਲੈਣਾ, ਵਿਚਾਰ ਕਰ ਲੈਣਾ, ਇਹ ਕੇਵਲ ਸੋਚ ਲਾਉਣ ਤੱਕ, AC ਲਾਉਣ ਤੱਕ, ਕਨੈਕਸ਼ਨ ਲੈਣ ਤੱਕ ਗੱਲ ਆ। ਉਸ ਤੋਂ ਬਾਅਦ ਗੱਲ ਨਹੀਂ ਜੀ ਹੈਗੀ ਕਿ ਜਿਹੜਾ ਸੋਚੇ ਉਸ ਕੰਮ ਖਤਮ ਹੋ ਗਿਆ। ਹੈ ਨਾ ਜੀ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹ ਤਾਂ ਸੋਚ ਛੱਡਣਾ ਪੈਣਾ ਤੁਹਾਨੂੰ। ਫਿਰ ਸੋਚ ਛੱਡੋਗੇ ਤੇ ਫਿਰ ਤੁਹਾਨੂੰ ਪਤਾ ਲੱਗੂ ਇਹ ਪੱਖੇ ਦੀ ਸਪੀਡ ਕਿੰਨੀ ਗਿਆ ਔਰ ਕੀ ਸੁੱਖ ਮਿਲਦਾ ਹੈ ਔਰ ਕੀ ਫਾਇਦਾ, ਕੀ ਨੁਕਸਾਨ। ਇਸੇ ਤਰ੍ਹਾਂ ਗਿਆਨ ਹੈ। ਗਿਆਨ ਦਾ ਮਤਲਬ ਕੀ ਹੈ? ਜੀਵਨ ਨੂੰ ਜਿਉਣਾ ਕਿੱਦਾਂ ਤੁਸੀਂ? ਅੱਖਾਂ, ਹੁਣ ਅੱਖਾਂ ਆਈਆਂ, ਤੁਸੀਂ ਪਿਓ, ਤੁਸੀਂ ਕਹੋਗੇ ਨਹੀਂ ਚਰਨਜੀਤ ਅਸੀਂ ਪੱਟੀ ਬੰਨਣੀ ਆ, ਅਸੀਂ ਨਹੀਂ ਪੱਟੀ ਖੋਲਣੀ। ਅੱਖਾਂ ਆਈਆਂ ਪਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਨਹੀਂ ਜੋ ਅੱਖਾਂ ਤੇ ਪੱਟੀ ਖੋਲਣੀ, ਤੇ ਫਿਰ ਫਾਇਦਾ ਕੀ ਅੱਖਾਂ ਦਾ? ਦੱਸੋ ਮੈਨੂੰ। ਬਿਲਕੁਲ। ਹੁਣ ਤੁਹਾਡੇ ਘਰ ਕਾਰ ਹੈਗੀ, ਤੁਸੀਂ ਕਹੋ ਅਸੀਂ ਇਹਦੇ ਤੇ ਬਹਿਣਾ ਹੀ ਨਹੀਂ, ਤੇਲ ਵੀ ਪਾਇਆ, ਟੈਂਕੀ ਫੁੱਲ ਕਰਾਈ ਆ, ਗੱਡੀ ਬਿਲਕੁਲ ਬ੍ਰਾਂਡ ਨਿਊ ਆ, ਟਾਇਰ ਵੀ ਨਵੇਂ, ਸਭ ਕੁਛ ਨਵਾਂ, ਤੁਸੀਂ ਕਹਿੰਦੇ ਹੁਣ ਗੇਅਰ ਹੀ ਨਹੀਂ ਪਾਉਣਾ। ਸਟਾਰਟ ਕਰਕੇ ਫੀਲਿੰਗ ਲਈ ਜਾਓਗੇ ਤੇ ਕੀ ਫਾਇਦਾ? ਪਰ ਜ਼ਿਆਦਾਤਰ ਲੋਕੀ ਇਹੋ ਕਰ ਰਹੇ ਨੇ। ਉਹ ਸਾਰੇ ਪੱਗਾਂ ਸ਼ੱਗਾਂ ਬੰਨੀਆਂ ਨੇ, ਕਿਸੇ ਨੇ ਕੁਝ ਪਾਇਆ, ਕਿਸੇ ਨੇ ਕੁਝ ਪਾਇਆ, ਬਾਣੀ ਪੜ੍ਹ ਰਿਹਾ,
ਪਰ ਭੋਲਿਓ ਗੇਰ ਪਾਉਣਾ ਪੈਣਾ। ਗੇਰ ਤੇ ਕਬੀਰ ਜੀ ਪਾ ਕੇ ਬੈਠੇ ਨੇ, ਖੱਡੀ ਘੱਟ ਕਰਤੀ ਹੈ ਤੇ ਭਗਤੀ ਵੱਧ ਕਰਤੀ ਆ। ਉਸ ਤੋਂ ਬਾਅਦ ਜਿਹੜੇ ਪੱਲੇ 2-4 ਦੁੱਕੀਆਂ ਬਚੀਆਂ ਉਹਦਾ ਲੰਗਰ ਲਾਉਂਦੇ ਨੇ ਅਗਲੇ। ਬਿਲਕੁਲ ਇਹ ਨੀ ਕਿ ਵੇਲੇ ਨਾਲ ਰੋਟੀ ਖਵਾਉਂਦੇ ਆ, ਰੋਟੀ ਨੂੰ ਖਵਾਉਂਦੇ ਜਿਹੜੇ ਬ੍ਰਹਮ ਗਿਆਨ ਲੈਣ ਆਉਂਦੇ ਆ। ਜਿਨ੍ਹਾਂ ਕੋਲ ਬ੍ਰਹਮ ਗਿਆਨ ਹੈਗਾ ਦੇਣ ਵੀ ਆਉਂਦੇ ਆ, ਲੈਣ ਵੀ ਆਉਂਦੇ ਆ। ਹਾਂ ਜਿਹੜੇ ਹਾਈ ਪਿਓਰਿਟੀ ਆ। ਤੇ ਬੜੀਆਂ ਗੱਲਾਂ ਜੀ, ਬੜੀਆਂ ਗੱਲਾਂ, ਕਹਿਣਾ ਹੀ ਸੌਖਾ। ਕਹਿੰਦੇ ਆ ਕਿ ਗੱਲੀ ਜੋਗ ਨਾ ਹੋਈ, ਗੱਲੀ ਜੋਗ ਨਾ ਹੋਈ। ਬੜਾ ਔਖਾ ਕੰਮ, ਗੱਲੀ ਜੋਗ ਨਹੀਂ ਹੁੰਦਾ। ਪਰ ਗੱਲੀ ਤੇ ਅਸੀਂ ਬੜਾ ਕੋਈ ਕਰ ਦਿੰਦੇ ਆ, ਪਰ ਉਹ ਮਨਾ ਕਰਦੇ ਨਹੀਂ, ਏਦਾਂ ਨਾ ਕਰੋ। ਕਹਿੰਦੇ ਗੱਲੀ ਜੋਗ ਨਾ ਹੋਈ, ਗੱਲੀ ਜੋਗ ਨਹੀਂ ਹੋਊ। ਜਦ ਤੱਕ ਤੂੰ ਸੋਚ ਨਹੀਂ ਨਾਪਦਾ ਨਾ, ਗੱਲ ਨਹੀਂ ਬਣੇ। ਜਦ ਤੂੰ ਗੱਡੀ ਦਾ ਗੇਅਰ ਹੀ ਨਹੀਂ ਪਾਏਗਾ, ਗੱਡੀ ਨੂੰ ਚਲਾਏਗਾ ਹੀ ਨਹੀਂ। ਬੇਸ਼ੱਕ ਤੂੰ ਖਰੀਦੀ ਹੈ, ਬੇਸ਼ੱਕ ਨਵੀਂ ਗੱਡੀ ਹੈ, ਚੱਲਦੀ ਹੈ, ਸਾਰੀਆਂ ਫੈਸਿਲਿਟੀਆਂ ਆਈਆਂ, ਪਰ ਉਹਦੇ ਸੋਚ ਹੈਗੇ ਨੇ, ਉਹ ਨੱਪਣੇ ਪੈਣੇ। ਤੈਨੂੰ ਨੱਪੇਗਾ ਤਾਂ ਗਿਆਨ ਪ੍ਰਗਟ ਹੋਊਗਾ। ਬੁੱਧੀ ਦਾ ਮਤਲਬ ਕੀ ਹੈ? ਬੁੱਧੀ ਹੁਣ ਮੇਰੇ ਕੋਲ ਮਿਲੀ ਹੈ, ਬੁੱਧੀ ਦਾ ਮੈਂ ਇਸਤੇਮਾਲ ਹੀ ਨਾ ਕਰਾਂ, ਅੱਖਾਂ ਬੰਦ ਕਰਕੇ ਮੈਂ ਜੀਵਨ ਬਤੀਤ ਕਰਾਂ ਤੇ ਕੀ ਹੋਊਗਾ? ਅੱਜ ਤੇ ਕੱਲ ਨੂੰ ਉਹਦਾ ਰਿਜ਼ਲਟ ਨਿਕਲਣਾ ਹੈ। ਆਪਾਂ ਨੀ ਕਹਿ ਦਿੰਦੇ ਆ ਉਹ ਵੇਖੋ ਵੀ ਇਹਦੀ ਅਕਲ ਤੇ ਪੜਦਾ ਪੈ ਗਿਆ। ਬੁੱਧੀ ਹੈਗੀ, ਉਹਨੇ ਬੁੱਧੀ ਦਾ ਇਸਤੇਮਾਲ ਕਰਨਾ ਬੰਦ ਕਰਤਾ, ਬਸ ਉਹਦਾ ਕੰਮ ਹੋ ਗਿਆ। ਅੱਜ ਨਹੀਂ ਤੇ ਕੱਲ ਨੂੰ ਉਹ ਚੀਜ਼ ਨੇ ਜੋ ਕਰ ਰਿਹਾ ਨਾ, ਉਹਨੇ ਕੰਧ ਵਾਂਗੂ ਆ ਕੇ ਖਲੋਏ ਨਾ ਕੰਮ ਸਾਹਮਣੇ। ਬਿਲਕੁਲ ਖਲੋ ਜਾਣਾ। ਉਦੋਂ ਫਿਰ ਕੁਛ ਚਾਂਸ ਆਪਣੇ ਕੋਲ ਕੁਛ ਰਹਿ ਹੀ ਨਹੀਂ ਜਾਣਾ। ਆਪਾਂ ਕੁਛ ਕਰ ਹੀ ਨਹੀਂ ਸਕਦੇ ਉਸ ਟਾਈਮ। ਉਦੋਂ ਤੇ ਚਿੜੀਆ ਚੁੱਗੇ ਖੇਤ ਤੇ ਪਛਤਾਨੇ ਸੇ ਕਿਆ ਫਾਇਦਾ, ਕੁਛ ਨਹੀਂ ਹੋਣਾ। ਤੁਹਾਡੇ ਅੱਜ ਦੀ ਵਿਚਾਰ ਨਹੀਂ ਜੱਸਾ ਇੱਥੇ ਨਹੀਂ ਹਾਲੇ ਗੁਰਕੀ ਸਾਹਿਬ ਸ਼ਬਦ ਪੂਰਾ ਨਹੀਂ ਹੋਇਆ। ਅੱਛਾ, ਮੈਂ ਜ਼ਿਆਦਾ ਟਾਈਮ ਲੈ ਗਿਆ। ਨਹੀਂ ਕੋਈ ਨਹੀਂ। ਹੁਣ ਕਹਿੰਦੇ ਆ ਕਿ ਰਹਾਓ ਸੁਹਾਗਣ ਗਲੇ ਸੋਹੇ ਹਾਰ। ਕਹਿੰਦੇ ਸੁਹਾਗਣ ਜਿਹੜੀ ਕਹੀ ਜੀ ਹੈਗੀ, ਕਹਿੰਦੇ ਐਵੇਂ ਨਹੀਂ ਹੈਗੀ, ਪੂਰੀ ਦੀ ਪੂਰੀ ਜਿਹੜੀ ਹੈਗੀ ਆ ਇੰਨੀ ਸੁੰਦਰ ਹੈਗੀ ਆ, ਪੂਰਾ ਹਾਰ ਸ਼ਿੰਗਾਰ ਕੀਤਾ ਹੋਇਆ। ਇੰਨੇ ਬਹੁਤ ਹਾਈ ਜਿਹੜੀ ਕੁਆਲਿਟੀ ਦੇ ਹਾਰ ਸ਼ਿੰਗਾਰ ਆ ਸੁਹਾਗਣ ਦੇ। ਸੁਹਾਗਣੇ ਗਲ ਸੋਹੇ ਹਾਰ, ਸੰਤ ਕੋ ਬਿਖ ਬਿਗਸੈ ਸੰਸਾਰ। ਔਰ ਸੁਹਾਗਣ ਦੀ ਜਿਹੜੀ ਹੈਗੀ ਆ ਚਮਕ ਦਮਕ ਦੇਖ ਕੇ ਚਿਲ ਮਿਲ ਬਿਸਿਆਰ ਦੁਨੀਆ ਫਾਨੀ। ਇਹਨੂੰ ਦੇਖ ਕੇ ਕਹਿੰਦੇ ਆ ਦੁਨੀਆ ਖੁਸ਼ ਹੁੰਦੀ ਆ, ਪਰ ਸੰਤ ਜਿਹੜੀ ਹੈਗੀ ਕਹਿੰਦੇ ਸੰਤਾਂ ਨੂੰ ਭਗਤੀ ਕਰਨ ਵਾਲਿਆਂ ਨੂੰ ਕਹਿੰਦੇ ਉਹ ਜ਼ਹਿਰ ਲੱਗਦੀ ਹੈ, ਜ਼ਹਿਰ। ਸੰਤ ਕੋ ਬਿਖ ਬਿਗਸੈ ਸੰਸਾਰ, ਕਰ ਸ਼ਿੰਗਾਰ ਬਾਹੇ ਪਖਿਆਰੀ। ਕਹਿੰਦੇ ਇੰਨੀ ਸ਼ਿੰਗਾਰ, ਇੰਨੇ ਇਹਦੇ ਜਿਹੜੇ ਹੈਗੇ ਅਸਲੀ ਨਾਲੋਂ ਨਕਲੀ ਜਿਹੜਾ ਹੈਗਾ, ਜਿਹੜੀ ਮਾਇਆ ਜਿਹੜੀ ਹੈਗੀ ਅਸਲੀ ਨਾਲੋਂ ਚਮਕਦਾਰ ਜ਼ਿਆਦਾ। ਕਹਿੰਦੇ ਜਿਵੇਂ ਵੈਸ਼ਿਆ ਜਿਹੜੀ ਹੈਗੀ ਆ ਸ਼ਿੰਗਾਰ ਕਰਕੇ ਬੈਠਦੀ ਆ, ਕਹਿੰਦੇ ਇਸ ਤਰੀਕੇ ਦੇ ਨਾਲ ਪੂਰੀ ਚਮਕ ਦਮਕ ਦੇ ਨਾਲ ਰਹਿੰਦੀ ਹੈ। ਸੰਤ ਕੀ ਠਿਠਕੀ ਫਿਰੇ ਵਿਚਾਰੀ। ਪਰ ਸੰਤ ਜਿਹੜੇ ਹੈਗੇ ਉਹਨਾਂ ਦੇ ਦਬਕੇ ਤੋਂ ਪਾਸੇ ਹੋ ਜਾਂਦੀ ਆ, ਉਹਨਾਂ ਦੇ ਕੋਲ ਭਗਤੀ ਕਰਨ ਵਾਲਿਆਂ ਤੋਂ ਪਾਸੇ ਰਹਿੰਦੀ ਆ। ਸੰਤ ਕੀ ਠਿਠਕੀ ਫਿਰੇ ਵਿਚਾਰੀ, ਸੰਤ ਭਾਗ ਓਏ ਪਾਛੈ ਪਰੈ। ਕਹਿੰਦੇ ਸੰਤਾਂ ਦੇ ਪਿੱਛੇ ਜਾਂਦੀ ਆ। ਸੰਤ ਭਾਗ ਓਏ ਪਾਛੈ ਪਰੈ, ਗੁਰ ਪ੍ਰਸਾਦੀ ਮਾਰੋਂ ਡਰੈ। ਪਰ ਮਾਰ ਤੋਂ ਵੀ ਡਰਦੀ ਆ ਭਾਈ ਗੁਰੂ ਦੀ, ਕਿਉਂਕਿ ਉਹਨਾਂ ਦੇ ਕੋਲ ਗੁਰੂ ਦਾ ਪ੍ਰਸਾਦ ਹੈ, ਉਹਨਾਂ ਦੇ ਕੋਲ ਬ੍ਰਹਮ ਗਿਆਨ ਹੈਗਾ, ਉਹਨਾਂ ਦੇ ਕੋਲ ਜਿਹੜੀ ਹੈ ਭਗਤੀ ਹੈਗੀ, ਉਹ ਡਰਦੀ ਆ। ਸਾਕਤ ਕੀ ਉਹ ਪਿੰਡ ਪਰਾਇਣ। ਕਹਿੰਦੇ ਸਾਕਤ ਜਿਹੜੇ ਹੈਗੇ ਨਹੀਂ ਭਗਤੀ ਕਰਦੇ, ਜਿਹੜੇ ਮਾਇਆ ਧਾਰੀ ਹੈਗੇ, ਕਹਿੰਦੇ ਉਹਨਾਂ ਨੂੰ ਤਾਂ ਪੂਰੀ ਜਿਹੜੀ ਹੈਗੀ ਆ, ਉਹਨਾਂ ਨੂੰ ਇੰਨੀ ਪੂਰੀ ਦੀ ਪੂਰੇ ਪ੍ਰਾਣਾਂ ਨਾਲੋਂ ਪਿਆਰੀ ਆ, ਉਹਨਾਂ ਦੇ ਸਰੀਰ ਨਾਲੋਂ ਪਿਆਰੀ ਆ ਉਹ। ਪਿੰਡ ਪਰਾਇਣ ਦਾ ਮਤਲਬ ਆ ਜਿਹੜੇ ਦੁਨੀਆ ਦੇ ਲੋਕੀ ਜਿਹੜੇ ਮਾਇਆ ਨੂੰ ਕਹਿੰਦੇ ਉਹ ਚਮੜੀ ਜਾਏ ਤੇ ਦਮੜੀ ਨਾ ਜਾਏ, ਉਹੀ ਜੀ ਹਾਲਤ ਹੈ। ਕਹਿੰਦੇ ਸਾਕਤ ਜਿਹੜੇ ਹੈਗੇ ਉਹ ਮਾਇਆ ਨੂੰ ਇੰਨਾ ਪਿਆਰ ਕਰਦੇ ਆ, ਪ੍ਰਾਣਾਂ ਤੋਂ ਜ਼ਿਆਦਾ ਪਿਆਰ ਕਰਦੇ ਆ। ਹਮਕੋ ਦ੍ਰਿਸ਼ਟ ਪਰੇ ਉਹ ਤ੍ਰਿਖ ਡਾਇਣ। ਕਬੀਰ ਜੀ ਕਹਿੰਦੇ ਮੈਨੂੰ ਤਾਂ ਉਹ ਇੰਨੀ ਜਿਹੜੀ ਹੈਗੀ ਤਿੱਖੀ ਜਿਹੜੀ ਹੈਗੀ ਡੈਣ ਕਹਿੰਦੇ ਆ, ਡੈਣ ਵਾਂਗੂ ਲੱਗਦੀ ਆ, ਇਹਨੇ ਆ ਕੇ ਚਿੰਬੜ ਜਾਣਾ ਡੈਣ ਨੇ। ਕਹਿੰਦੇ ਮੈਨੂੰ ਤਾਂ ਬੜੀ ਤਿੱਖੀ ਡੈਣ ਲੱਗਦੀ ਆ। ਹਮ ਤਿਸਕਾ ਬਹੁਤ ਜਾਣਿਆ ਭਿਓ। ਚੌਥਾ ਬੰਦ ਆ ਗਿਆ, ਆਖਰੀ ਬੰਦ। ਕਬੀਰ ਜੀ ਕਹਿੰਦੇ ਮੈਂ ਇਹਦਾ ਭੇਤ ਪਤਾ ਲੱਗ ਗਿਆ, ਮੈਨੂੰ ਇਹਦੇ ਬਾਰੇ ਪੂਰਾ ਦਾ ਪੂਰਾ ਚੰਗੀ ਤਰ੍ਹਾਂ ਮੈਂ ਇਹਦੀ ਇੱਕ ਇੱਕ ਰਗ ਤੋਂ ਵਾਕਫ ਹੋ ਗਿਆ। ਹਮ ਤਿਸਕਾ ਬਹੁਤ ਜਾਣਿਆ ਭਿਓ, ਪੂਰਾ ਦਾ ਪੂਰਾ ਇਹਦਾ ਭੇਤ ਲੈ ਲਿਆ ਮੈਂ। ਕਿਵੇਂ? ਜਬ ਹੋਏ ਕਿਰਪਾਲ ਮਿਲੇ ਗੁਰਦੇਵ। ਕਹਿੰਦੇ ਜਦ ਮੇਰਾ ਗੁਰੂਦੇਵ ਮਿਲ ਗਿਆ, ਮੈਨੂੰ ਗਿਆਨ ਮਿਲ ਗਿਆ, ਮੈਨੂੰ ਬ੍ਰਹਮ ਗਿਆਨ ਮਿਲ ਗਿਆ, ਮੈਨੂੰ ਬ੍ਰਹਮ ਗਿਆਨੀਆਂ ਦੀ ਸੰਗਤ ਮਿਲ ਗਈ, ਅਤੇ ਮੇਰੇ ਕੋਲ ਮੇਰਾ ਗੁਰੂ ਮੇਰੇ ਉੱਤੇ ਕਿਰਪਾਲ ਹੋ ਗਿਆ, ਅਤੇ ਤਾਂ ਮੈਂ
ਉਹਦਾ ਭੇਤ ਮੈਨੂੰ ਪਤਾ ਲੱਗ ਗਿਆ। ਹਮ ਤਿਸਕਾ ਬਹੁਤ ਜਾਣਿਆ ਪਿਓ, ਜਬ ਹੋਏ ਕਿਰਪਾਲ ਮਿਲੇ ਗੁਰਦੇਵ, ਕਹੋ ਕਬੀਰ ਅਬ ਬਾਹਰ ਪਰੀ। ਕਹਿੰਦੇ ਹੁਣ ਮੇਰੇ ਤੋਂ ਤਾਂ ਬਾਹਰ ਆ ਭਾਈ, ਮੇਰੇ ਕੋਲੋਂ ਤਾਂ ਦੂਰ ਰਹਿੰਦੀ ਆ। ਕਹੋ ਕਬੀਰ ਅਬ ਬਾਹਰ ਪਰੀ, ਸੰਸਾਰ ਹੈ ਕਿ ਅੰਚਲ ਲਰੀ। ਕਹਿੰਦੇ ਸੰਸਾਰ ਦੇ ਜਿਹੜੇ ਹੈਗੇ ਚਿੰਬੜੀ ਹੁਣ ਸੰਸਾਰ ਦੇ ਜਿਹੜੇ ਆ ਉਹਨੂੰ ਤਾਂ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਘੇਰਿਆ ਹੋਇਆ ਆਪਣੇ ਅੰਚਲ ਦੇ ਵਿੱਚ, ਉਹਨੇ ਸਾਰੇ ਸੰਸਾਰ ਨੂੰ ਸਮੇਟਿਆ ਹੋਇਆ ਹੈ। ਹਾਂਜੀ ਵੀਰ ਜੀ। ਨਜਰ ਸਾਹਿਬ ਤੋਂ ਕੋ ਬੋਲ ਦੋ ਪਹਿਲੀ। ਹਾਂ, ਉਹ ਹੈਗੀ ਸੁਹਾਗਨ ਗਲ ਸੋਹੇ ਹਾਰ, ਸੰਤ ਕੋ ਬਿਖ ਬਿਗਸੈ ਸੰਸਾਰ। ਬੜੀ ਦੇਖ ਲੋ ਕਹਿੰਦੇ ਕਿ ਜਿਹੜਾ ਬੰਦਾ ਇੱਥੇ ਡੁੱਬ ਰਿਹਾ, ਡੁੱਬ ਕੌਣ ਰਿਹਾ? ਜਿਹੜਾ ਜਿਹਦੀ ਜ਼ਿੰਦਗੀ 'ਚ ਧਰਮ ਨਹੀਂ ਹੈਗਾ, ਜੋ ਨਹੀਂ ਸੋਚਦਾ, ਕੰਮ ਕਰਨ ਤੋਂ ਪਹਿਲਾਂ ਨਹੀਂ ਵਿਚਾਰ ਕਰਦਾ ਕਿ ਕਿਹੜਾ ਕੰਮ ਸਹੀ ਕਿਹੜਾ ਗਲਤ ਹੈ, ਜੋ ਦਿਲ ਚੰਗਾ ਕਰ ਰਿਹਾ, ਠੱਗੀਆਂ ਜੋ ਮਰਜ਼ੀ ਮਾੜੇ ਕਰਮ ਸਭ ਕਰ ਰਿਹਾ। ਉਹ ਕਹਿੰਦੇ ਲੋਕਾਂ ਨੇ ਗਲਾਂ 'ਚ ਹਾਰ ਬਣਾ ਕੇ ਪਾਏ ਆ ਮਾਇਆ ਦੇ। ਔਰ ਆਪਾਂ ਵੀ ਕਹਿੰਦੇ ਵੀ ਆਪਾਂ ਵੇਖ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਪੁੱਤ ਤੂੰ ਸਿੱਖ ਵੇਖ ਕਿੱਦਾਂ ਪੈਸੇ ਕਮਾਉਂਦੇ, ਪਰ ਆਪਾਂ ਇਹ ਨਹੀਂ ਕਹਿੰਦੇ ਕਿ ਪੁੱਤ ਵੇਖ ਕਿ ਉਹ ਕਿਹੜੀ ਚੀਜ਼ ਤੋਂ ਪੈਸਾ ਕਮਾ ਰਿਹਾ, ਕਿ ਉਹ ਸਹੀ ਹੈ ਜਾਂ ਗਲਤ। ਪਰ ਨਹੀਂ, ਆਪਾਂ ਕਹਿੰਦੇ ਵੀ ਤੁਸੀਂ ਕੰਪੀਟੀਸ਼ਨ ਕਰੋ। ਇੱਥੇ ਉਹ ਮਨਾ ਕਰ ਰਹੇ ਨੇ, ਉਹ ਕਹਿੰਦੇ ਸੁਹਾਗਣ ਹੈ, ਲੋਕਾਂ ਨੇ ਗਲਾਂ 'ਚ ਪਾਇਆ ਵਾ। ਲੋਕੀ ਇਹ ਸੋਚਦੇ ਆ ਕਿ ਮਾਇਆ ਬੜੀ ਵਧੀਆ, ਕਿਸੇ ਵੀ ਤਰੀਕੇ ਨਾਲ ਇਕੱਠੀ ਕਰ ਲਓ। ਵਾ ਮੈਂ ਤੁਹਾਨੂੰ ਦੱਸਦਾ ਕਿ ਬੰਦਾ ਕਿ ਦੇਸ਼ ਕਈ ਏਦਾਂ ਕਰ ਰਹੇ ਨੇ, ਮਾਇਆ ਇਕੱਠੀ ਕਰ ਲੈਂਦੇ ਨੇ ਔਰ ਆਪਣੇ ਦੇਸ਼ ਨੂੰ ਚਾਹੁੰਦੇ ਆ ਕਿ ਮੇਰਾ ਦੇਸ਼ ਹੋਰ ਉੱਪਰ ਲੈ ਜਾਈਏ। ਬੰਦੇ ਹੁੰਦੇ ਹੋਰ ਕਿਹੜੇ ਹੁੰਦੇ, ਸ਼ੈਤਾਨ ਬੰਦੇ। ਪਰ ਕਹਿੰਦੇ ਆ ਕਿ ਸੰਤ ਕੋ ਬਿਕਸੇ ਸੰਸਾਰ। ਉਹ ਕਹਿੰਦੇ ਆ ਕਿ ਸੰਤਾਂ ਨੂੰ ਉਹ ਚੀਜ਼ ਚੰਗੀ ਨਹੀਂ ਲੱਗਦੀ ਜਿਹੜੀ ਜਗਤ ਨੂੰ ਚੰਗੀ ਲੱਗਦੀ। ਉਹ ਮਾੜਾ ਲਾਈਕ ਨਹੀਂ ਕਰਦੇ ਉਹਨੂੰ। ਕਬੀਰ ਜੀ ਨਹੀਂ ਕਰ ਸਕਦੇ ਇੱਕ ਵਾਰ। ਉਹ ਕਬੀਰ ਜੀ ਲਿਆਉਂਦੇ 10-12 ਬੰਦੇ ਖੱਟੀਆਂ ਲਾ ਕੇ ਉਹਨਾਂ ਤੋਂ ਕੰਮ ਕਰਾਉਂਦੇ, ਕਬੀਰ ਜੀ ਆਪ ਸਾਈਡ ਤੇ ਹੋ ਕੇ ਬੈਠੇ ਹੁੰਦੇ। ਪਰ ਕਬੀਰ ਜੀ ਨਹੀਂ ਏਦਾਂ ਕਰ ਰਹੇ। ਇੱਥੇ ਵੇਖੋ ਹੁਣ ਇੰਨੇ ਇੱਕ ਛੋਟਾ ਜਿਹਾ, ਆਪ ਜਸਟ ਸੋਚੋ, ਮੈਂ ਤੁਹਾਨੂੰ ਛੋਟਾ ਜਿਹਾ ਮੰਦਿਰ ਬਣਾਉਣਾ, ਛੋਟਾ ਜਿਹਾ ਗੁਰਦੁਆਰਾ ਬਣਾਉਣਾ, 5-6 ਹਜ਼ਾਰ ਰੁਪਇਆ ਰੋਜ਼ ਦੀ ਤੁਹਾਨੂੰ ਕਮਾਈ ਆਏ ਨੀ ਉਹਦੀ। ਬਿਲਕੁਲ। ਕਬੀਰ ਜੀ ਨੂੰ ਨਹੀਂ ਰਾਹ ਦੇਦਾ, ਦੱਸੋ ਮੈਂ। ਕਬੀਰ ਜੀ ਨਹੀਂ ਲੈਂਦੇ ਇਹੋ ਜਿਹਾ ਪੈਸਾ। ਕਬੀਰ ਜੀ ਲੈਂਦੇ ਕੀ? ਕਬੀਰ ਜੀ ਆਪਣੇ ਜੋ ਵੀ ਵੰਡ ਦਿੰਦੇ ਨੇ। ਹੁਣ ਇਹਨਾਂ ਬਾਬਿਆਂ ਨੂੰ ਪੁੱਛੋ ਕਿ ਤੁਹਾਨੂੰ ਕੋਈ ਦੇ ਦੇ। ਮੈਂ ਉਧਰ ਸਰੂਪ ਲੈਣ ਗਿਆ ਖੰਡ, ਉਹ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਸਤੇ, ਉਹ ਨੀ ਦਿੱਤਾ ਅਗਲਿਆਂ ਨੇ। ਉਹ ਕਹਿੰਦੇ ਬਾਬਾ ਵੀ ਸਾਡਾ ਜਾਊਗਾ, ਔਰ ਸਾਨੂੰ 2 ਦਿਨ ਪਹਿਲਾਂ ਦੱਸਣਾ ਪਊਗਾ, ਅਪਾਇੰਟਮੈਂਟ ਬੁੱਕ ਕਰੋ। ਦੇਖੋ ਆਪ ਲੋਕ ਏਦਾਂ ਹੀ ਕਰਦੇ ਨੇ। ਫਿਰ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਆ, ਇਹ ਉਹ ਮਾਇਆ ਨੂੰ ਲੈ ਕੇ ਕਿੱਦਾਂ ਖੁਸ਼ ਬੈਠਾ ਹੈ, ਔਰ ਇਹ ਨਹੀਂ ਪਰਵਾਹ ਕਰਦਾ। ਉਹ ਬੰਦਾ ਸੋਚਦਾ ਸਰਕਾਰੀ ਨੌਕਰੀ ਮਿਲ ਗਈ, ਹੁਣ ਮੈਂ ਜਦ ਤੱਕ ਰਿਟਾਇਰ ਹੋਣਾ ਨਾ ਰੱਜ ਕੇ ਇਕੱਠੇ ਕਰ ਲਾ। ਪਰ ਉਹ ਨਹੀਂ ਸੋਚਦਾ ਕਿ ਤੈਨੂੰ ਪ੍ਰਮਾਤਮਾ ਨੇ ਨੌਕਰੀ ਦਿੱਤੀ ਆ, ਤੇਰੀ ਤਨਖਾਹ 50-60 ਹਜ਼ਾਰ ਰੁਪਇਆ ਵਾ, ਤੂੰ ਏਦਾਂ ਕਿਉਂ ਕਰ ਰਿਹਾ? ਪਰ ਨਹੀਂ, ਉਹਦੇ ਅੰਦਰ ਵਿਵੇਕ ਹੈਗਾ। ਉਹਨੇ ਵਿਵੇਕ ਨੂੰ ਮਾਰਤਾ ਕਿਉਂਕਿ ਉਹਨੇ ਲੋਕਾਂ ਨੂੰ ਦੇਖਿਆ, ਦੂਸਰੇ ਨੂੰ ਡੁੱਬਦਿਆਂ ਨੂੰ ਵੇਖਿਆ ਤੇ ਚੁੱਕ ਕੇ ਪੱਥਰ ਆਪਣੀ ਕਿਸ਼ਤੀ ਚ ਵੀ ਪਾ ਲਿਆ। ਨਿਜਰ ਸਾਹਿਬ ਬਿਲਕੁਲ ਆਪ ਸਮਝਦੇ ਸਾਧ ਸੰਗਤ ਜੀ। ਇੱਕ ਬੰਦਾ ਡੁੱਬ ਰਿਹਾ ਤੇ ਅਸੀਂ ਉਹਨੂੰ ਵੇਖ ਕੇ ਅਸੀਂ ਕਹੀਏ ਅਸੀਂ ਵੀ ਸੋਚਾਂਗੇ ਡੁੱਬ ਜਾਈਏ, ਪਰ ਨਹੀਂ, ਲੋਕੀ ਡੁੱਬ ਜਾਂਦੇ ਨੇ। ਇੱਕ ਬੰਦਾ ਠੱਗੀ ਮਾਰਦਾ ਨਾ ਦਫ਼ਤਰ ਦੇ ਵਿੱਚ, ਦੂਜੇ ਉਹਨੂੰ ਵੇਖ ਕੇ ਦੂਜੇ ਵੀ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ, ਰਿਸ਼ਵਤ ਲੈਣੀ ਸ਼ੁਰੂ ਕਰ ਦਿੰਦੇ ਆ। ਇਹ ਦੇਖੋ ਇਹ ਨਿਯਮ ਕਿੱਡਾ ਖਤਰਨਾਕ ਨਿਯਮ ਹੈਗਾ। ਪਰ ਇੱਥੇ ਕਬੀਰ ਜੀ ਏਦਾਂ ਨਹੀਂ ਕਹਿੰਦੇ। ਕਬੀਰ ਜੀ ਕਹਿੰਦੇ ਨਹੀਂ, ਗੱਲਬਾਤ ਨਹੀਂ ਬਣਦੀ ਸਾਡੀ ਮਾਇਆ ਦਾ ਕਾਹਦਾ ਕਨੈਕਸ਼ਨ? ਉਹ ਤੇ ਡੁੱਬਿਆ ਹੋਇਆ ਲੋਕਾਂ ਦਾ ਵਾ। ਇੱਕ ਬੰਦਾ ਚਿੱਕੜ ਚ ਡੁੱਬਿਆ ਹੋਵੇ, ਦਲਦਲ ਚ ਵੜਿਆ ਹੋਵੇ, ਤੇ ਆਪਾਂ ਸਮਝਾਂਗੇ ਬੜਾ ਵਧੀਆ। ਨਿਜਰ ਸਾਹਿਬ ਇੱਕ ਬੰਦਾ ਮੈਨੂੰ ਮਿਲਿਆ, ਕਹਿੰਦਾ ਵੀਰ ਜੀ ਵੇਖੋ ਲੋਕ ਬੇਈਮਾਨੀ ਕਰਦੇ, ਅਸੀਂ ਤੇ ਬੜੇ ਇਮਾਨਦਾਰ ਆ, ਉਹ ਕਿੱਦਾਂ ਵਾਧੇ ਫੁੱਲਦੇ ਆ। ਮੈਂ ਕਿਹਾ ਠੀਕ ਆ ਭਾਜੀ। ਮੈਂ ਕਿਹਾ ਭਾਈ ਜਿਹਦੀ ਕਿਸ਼ਤੀ ਡੁੱਬੀ ਪਈ ਹੋਵੇ ਤੁਸੀਂ ਉਹਨੂੰ ਚੰਗਾ ਸਮਝੋਗੇ? ਕਹਿੰਦਾ ਨਹੀਂ, ਸੁੱਖ ਬੜੇ ਹੈਗੇ। ਉਹ ਮੈਂ ਕਿਹਾ ਭਾਜੀ ਤੁਹਾਨੂੰ ਸੁੱਖ ਦੇਖਦੇ ਆ, ਉਹ ਬਾਣੀ ਤੇ ਵੇਖੋ ਬਾਣੀ, ਫਿਰ ਬਾਣੀ ਨੂੰ ਗਲਤ ਕਹਿ ਦੋ। ਮੈਂ ਉਹ ਸੁਖੀ ਨਹੀਂ ਹੈਗਾ। ਉਹ ਬੰਦਾ ਦੁਖੀ ਹੈ ਵਿਚਾਰਾ, ਬਿਮਾਰ ਹੈ। ਇੰਨਾ ਬਿਮਾਰ ਹੋ ਗਿਆ ਉਹਨੂੰ ਚੰਗੇ ਬੁਰਾਈ ਦੇ ਵਿੱਚ ਨਹੀਂ ਪਤਾ ਲੱਗ ਰਿਹਾ, ਫਰਕ ਤਾਂ ਨਹੀਂ ਪਤਾ ਲੱਗਦਾ। ਨਿਜਰ ਬਿਲਕੁਲ ਜਿੱਦਾਂ ਇੱਕ ਪਾਗਲ ਕੁੱਤਾ ਨਹੀਂ ਹੋ ਜਾਂਦਾ, ਵੇਖਿਆ? ਉਹ ਸਭ ਤੋਂ ਪਹਿਲਾਂ ਮਾਲਕਾਂ ਨੂੰ ਵੜਦਾ, ਉਹਨੂੰ ਪਤਾ ਹੀ ਨਹੀਂ ਹੈਗਾ ਮੈਂ ਕੀ ਕਰ ਰਿਹਾ। ਵੀਰ ਜੀ ਇਹ ਤਾਂ ਉਹਨੂੰ ਦੇਖੋ ਨਾ, ਜਿਹੜਾ ਕਰ ਰਿਹਾ ਕੰਮ ਪਲ ਮਰ ਰਿਹਾ ਵੀ ਮੈਨੂੰ ਜਿੰਨਾ ਮੇਰੇ ਤੇ ਪੁਲਿਸ ਪੈ ਜੇ ਅੱਜ ਨਾ, ਮੇਰੇ ਤੇ CBI ਪੈ ਜੇ ਅੱਜ ਨਾ, ਮੈਨੂੰ ਕੋਈ ਫੜ ਲਵੇ।
ਇਹ ਤਾਂ ਉਹਦੀ ਹਾਲਤ ਦੇਖੋ, ਪਲ ਪਲ ਮਰ ਰਿਹਾ ਉਹ। ਹਾਂ, ਉਹ ਹੈ ਤੇ ਅੰਦਰੋਂ ਬਿਮਾਰੀ ਹੈ ਨਾ, ਜਿਹਦਾ ਕੋਈ ਵੀ ਚੀਜ਼ ਜਿਹੜੀ ਨਹੀਂ ਹੈਗੀ ਮੇਰੀ ਭਾਜੀ, ਭਾਵੇਂ ਮੈਂ ਲੈ ਤੇ ਆਇਆ ਵਾਂ। ਆਪ ਜਸਟ ਸੋਚੋ, ਇੱਥੇ 40-50 ਲੱਖ ਦੀ ਕਾਰ ਤੁਹਾਨੂੰ 2-2.5 ਲੱਖ ਦੀ ਮਿਲ ਜਾਣੀ ਹੈ, ਆਪ ਚੋਰੀ ਦੀ ਕਾਰ ਲੈ ਆਓ। ਪਰ ਤੁਸੀਂ ਜਦੋਂ ਕਾਰ ਤੇ ਬਹੋਗੇ ਤੁਹਾਡਾ ਸਾਹ ਸੁੱਕਿਆ ਹੀ ਰਹਿਣਾ। ਉਹ ਕਾਰ ਤੁਹਾਡੇ ਘਰ ਵੀ ਰਹੀ ਤਾਂ ਹੀ ਉਹ ਤੁਹਾਡਾ ਸਾਹ ਸੁੱਕਿਆ ਰਹਿਣਾ, ਕਿਉਂਕਿ ਪਤਾ ਚੋਰੀ ਦੀ ਹੈ। ਲੋਕਾਂ ਨੂੰ ਨਹੀਂ ਪਤਾ, ਭਾਵੇਂ ਨੰਬਰ ਪਲੇਟ ਚੇਂਜ ਕਰਤੀ, ਭਾਵੇਂ ਜੋ ਮਰਜ਼ੀ ਕਾਗਜ਼ ਬਣਾ ਲਿਆ, ਆਖਰ ਤੱਕ ਜਦ ਤੱਕ ਕਾਰ ਤੁਹਾਡੇ ਕੋਲ ਹੈਗੀ ਆ, ਤੁਹਾਡੇ ਧਿਆਨ ਉਸੇ ਗੱਲ ਤੇ ਰਹਿਣਾ ਹੈ, ਇਹ ਚੀਜ਼ ਮੇਰੀ ਨਹੀਂ। ਸੋ ਠੀਕ ਹੈ ਨੀਜਾ ਸਾਹਿਬ, ਅੱਜ ਦੀ ਵਿਚਾਰ ਅੱਗੇ ਫਿਰ संत और थोड़ा रह गया जी, कर लो हाँ जी। कर सिंगार बहे पखियारी, संत की ठिठकी फिरे बिचारी। सिंगार करके बहती है, कहते बड़ी बड़ी चमक दमक है और बड़ी सारिਆਂ ਨੂੰ ਲੁਭਾਵਣੀ ਲੱਗਦੀ ਆ, ਪਰ ਜਿਹੜੀ ਆ संत ਤੋਂ ਡਰਦੀ ਹੈ। संत भाग ਉਹ ਪਾਛੇ ਪਰੇ, ਕੋਸ਼ਿਸ਼ ਕਰਦੀ ਹੈ ਵੀ ਸੰਤਾਂ ਦੇ ਪਿੱਛੇ ਜਾਏ, ਪਰ ਜਿਹੜੀ ਹੈਗੀ ਆ ਗੁਰ ਪ੍ਰਸਾਦੀ ਮਾਰੋਂ ਡਰੇ। ਕਹਿੰਦੇ ਸੰਤਾਂ ਦੇ ਕੋਲ ਤਾਂ ਗੁਰੂ ਦਾ ਪ੍ਰਸਾਦ ਹੈ, ਉਹਨਾਂ ਦੇ ਕੋਲ ਤਾਂ ਜਿਹੜਾ ਹੈਗਾ ਬ੍ਰਹਮ ਗਿਆਨ ਹੈਗਾ, ਤੇ ਉਹਨਾਂ ਦੀ ਮਾਰ ਤੋਂ ਡਰਦੀ ਹੈ ਭਾਈ। ਸਾਕਤ ਕੀ ਉਹ ਪਿੰਡ ਪਰਾਇਣ, ਸਾਕਤ ਕਹਿੰਦੇ ਰੱਬ ਤੋਂ ਟੁੱਟੇ ਹੋਏ ਜਿਹੜੇ ਮਾਇਆਧਾਰੀ ਹੈ, ਕਹਿੰਦੇ ਜਿਹੜੇ ਮਾਇਆ ਦੇ ਪਿੱਛੇ ਹੈ, ਕਹਿੰਦੇ ਉਹਨਾਂ ਨੂੰ ਜਾਨ ਤੋਂ ਵੀ ਪਿਆਰੀ ਲੱਗਦੀ ਆ। ਹਮਕੋ ਦ੍ਰਿਸ਼ਟ ਪਰੇ ਉਹ ਡਾਇਣ, ਤ੍ਰਿਖ ਡਾਇਣ, ਕਹਿੰਦੇ ਸਾਨੂੰ ਤਾਂ ਕਹਿੰਦੇ ਆ ਉਹ ਸੰਤਾਂ ਨੂੰ ਜਿਹੜੀ ਬ੍ਰਹਮ ਗਿਆਨੀਆਂ ਨੂੰ ਉਹ ਤਾਂ ਡੈਣ ਲੱਗਦੀ ਆ, ਤਿੱਖੀ ਡੈਣ ਲੱਗਦੀ ਆ। हम तिसका बहु जानिया प्यो, जब हुए किरपाल मिले गुरदेव। कहते मैनू गुरु का ज्ञान मिल गया, ब्रह्म ज्ञान मिल गया, मेरे ते गुरु किरपाल हो गया, तो मैं उहदा जिहड़ा हैगा चंगी तरह उहदा भेत जान लिया। कहो कबीर अब बाहर परी, संसारे के अंचल लरी। कहते हुण जिहड़ी हैगी आ वो कबीर जी कहते मेरे तो तां भाई बाहर हो गई है, मैनू जिहड़ा हैगा मेरे तो डरदी है, और संसार ਦੇ ਨਾਲ ਸੰਸਾਰ ਦੇ ਲੋਕੀ ਜਿਹੜੇ ਹੈਗੇ ਉਹ ਸੰਸਾਰ ਦੇ ਲੋਕਾਂ ਦੇ ਨਾਲ ਪੂਰੀ ਜਿਹੜੀ ਹੈਗੀ ਜਾ ਕੇ ਚਿੰਬੜੀ ਹੋਈ ਹੈ। ਹਾਂਜੀ ਵੀਰ, ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਇਹ ਕਹਿੰਦੇ ਨੇ ਕਿ ਉਹ ਗਿਆਨ ਮੈਨੂੰ ਹੋ ਗਿਆ, ਹੁਣ ਤੁਹਾਨੂੰ ਵੀ ਗਿਆਨ ਹੋ ਗਿਆ। ਕਿਹੜੀ ਚੀਜ਼ ਮਾੜੀ ਹੈ, ਕਿਹੜੀ ਚੀਜ਼ ਚੰਗੀ ਹੈ। ਬਿਲਕੁਲ। ਤੇ ਜੇ ਆਪਾਂ ਗੱਲੀ ਜੋਗ ਨਾ ਹੋਈਏ, ਗੱਲੀਆਂ ਕਰਕੇ ਉਹਦੀ ਫੀਲਿੰਗ ਲੈ ਛੱਡੀਏ। ਹੁਣ ਗਿਆਨ ਦਾ ਮਤਲਬ ਤੇ ਇਹੋ ਹੀ ਆ, ਬਾਣੀ 'ਚ ਸਾਨੂੰ ਦੱਸਿਆ ਜਾ ਰਿਹਾ ਕਿਹੜੀਆਂ ਚੀਜ਼ਾਂ ਤੋਂ ਮਨਾ ਕੀਤਾ, ਆਪਾਂ ਉਹਨੂੰ ਮਨਾ ਕਰੀਏ। ਜਿਹੜੀ ਚੀਜ਼ ਨਹੀਂ ਸਾਡੀ ਨਾ ਚੁੱਕ ਕੇ ਲਿਆਓ, ਜਿਹੜੀ ਚੀਜ਼ ਸਾਨੂੰ ਪਰਮਾਤਮਾ ਤੋਂ ਦੂਰ ਲੈ ਕੇ ਜਾਂਦੀ ਉਹ ਅਸੀਂ ਨਾ ਕਰੀਏ, ਤੇ ਬਸ ਗੱਲ ਖਤਮ ਹੋ ਗਈ। ਇਹ ਭੇਦ ਕਹਿੰਦੇ ਸਾਨੂੰ ਦੱਸਿਆ, ਹਮ ਤਿਸਕਾ ਬਹੁਤ ਜਾਣਿਆ ਭਿਓ। ਤੇ ਸਾਨੂੰ ਉਹ ਜਿਹੜਾ ਉਹ ਭੇਦ ਦਾ ਪਤਾ ਲੱਗ ਗਿਆ, ਜਬ हुए कृपाल मिले गुरुदेव। कहे कबीर अब बाहर परी, संसार के अंचल लरी। ਜਦੋਂ ਸਾਨੂੰ ਭੇਦ ਦਾ ਪਤਾ ਲੱਗ ਗਿਆ ਤੇ ਉਹ ਸਾਰੀ ਗੇਟ ਸਿੱਧੀ ਹੋ ਗਈ। ਹੁਣ ਸਾਨੂੰ ਗੁਰੂਦੇਵ ਮਿਲ ਗਏ ਨੇ, ਉਹ ਗਿਆਨ ਮਿਲ ਗਿਆ, ਗ੍ਰੰਥ ਮਿਲ ਗਏ, ਜਿੱਦਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਗਿਆਨ ਮਿਲ ਰਿਹਾ, ਤੇ ਸਾਨੂੰ ਇਹ ਭੇਦ ਦੱਸ ਰਹੇ ਨੇ। ਹੋਰ ਕਬੀਰ ਜੀ ਸਾਨੂੰ ਕੀ ਦੱਸ ਕੇ ਗਏ ਨੇ? ਆਪ ਤੇ ਚੱਲ ਗਏ ਨੇ, ਆਪ ਪੇਪਰ ਉਹਨਾਂ ਪਾਸ ਕਰ ਲਿਆ, ਸਾਨੂੰ ਉਹ ਕਾਰਬਨ ਕਾਪੀ ਲਿਖ ਕੇ ਦੇ ਗਏ ਨੇ ਕਿ ਤੁਸੀਂ ਨਾ ਫਸ ਜਾਓ। ਬਿਲਕੁਲ। ਔਰ ਗੋਰਖੀ ਸਾਹਿਬ ਇੱਕ ਚੀਜ਼ ਹੋਰ ਮੈਂ ਦੱਸਣਾ ਚਾਹੁੰਦਾ ਕਿ ਇਹ ਹੁਣ ਜਿਹੜਾ ਹੈਗਾ ਦੇਖੋ ਮਾਇਆ ਜਿਹੜੀ ਹੈਗੀ ਇਹਦੇ ਵਿੱਚ ਕਬੀਰ ਜੀ ਨੇ ਮਾਇਆ ਦੇ ਬਾਰੇ ਦੱਸਿਆ ਆ, ਮਾਇਆ ਨੂੰ ਜਿਹੜਾ ਦੂਰ ਰਹਿਣਾ ਚਾਹੀਦਾ। ਹੁਣ ਜਿਹੜਾ ਹੈਗਾ ਦੁਨੀਆ ਦੇ ਵਿੱਚ ਗੁਜ਼ਾਰਾ ਕਿਵੇਂ ਹੋਏਗਾ ਬਗੈਰ ਮਾਇਆ ਤੋਂ? ਤੇ ਕੱਲ ਨੂੰ ਭਾਈ ਆਪਾਂ ਨੇ ਕਬੀਰ ਜੀ ਦਾ ਅਗਲਾ ਸ਼ਬਦ ਲਵਾਂਗੇ ਤੇ ਕਬੀਰ ਜੀ ਦੱਸਣਗੇ ਭਾਈ ਇਹ ਮਾਇਆ ਜਿਹੜੀ ਆ ਕਿਸ ਤਰੀਕੇ ਨਾਲ, ਕਿਹੜੇ ਟ੍ਰਿਕ ਦੇ ਨਾਲ ਇਹਨੂੰ ਮਾਇਆ ਨੂੰ ਆਪਾਂ ਨੇ ਵਰਤਣਾ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਅੱਜ ਦੀ ਵਿਚਾਰੇ ਇੱਥੇ ਸਮਾਪਤ। ਹਾਂਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ। ਗੁਰ ਪ੍ਰਸਾਦ ਹੈ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਨੇ ਕੰਪਰ ਕਰਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਮਾਨ ਕਰਨੀ। ਮੇਰੇ ਮਾਲਿਕ ਇਹ ਨਿਰੋਗਤਾ ਬਖਸ਼ੀ, ਤੰਦਰੁਸਤੀ ਬਖਸ਼ਣੀ। ਅਸੀਂ ਸਾਰੇ ਮੇਰੇ ਪਿਤਾ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।